ਹਾਂਜੀ ਸਤਿ ਸ਼੍ਰੀ ਅਕਾਲ ਜੀ। ਤੇ ਸਵਾਗਤ ਹੈ ਜੀ ਤੁਹਾਡਾ ਸਾਰਿਆਂ ਦਾ ਮਲੂਕਾ ਆਈਏਐਸ ਕਰੰਟ ਅਫੇਅਰਸ ਦੀਆਂ ਜੋ ਕਲਾਸਿਸ ਦੀ ਸੀਰੀਜ਼ ਚੱਲ ਰਹੀ ਹੈ ਉਹਦੇ 'ਚ ਅੱਜ ਸਾਡਾ ਇਹ 10th ਲੈਕਚਰ ਆ। ਤੇ ਜਿਹੜੇ ਜਿਹੜੇ ਬੱਚੇ ਆਨਲਾਈਨ ਨੇ ਇੱਕ ਵਾਰੀ ਮੈਸੇਜ ਕਰਕੇ ਦੱਸ ਦਿਓ ਵੀ ਆਵਾਜ਼ ਆ ਰਹੀ ਹੈ ਜੀ ਸਾਰਿਆਂ ਨੂੰ। ਆਵਾਜ਼ ਆ ਰਹੀ ਹੈ ਜੀ, ਇੱਕ ਵਾਰੀ ਦੱਸ ਦਿਓ। ਹਾਂਜੀ, ਪਹਿਲਾਂ ਤਾਂ ਗਾਇਜ਼ ਸੌਰੀ ਕੱਲ ਵਾਲੀ ਕਲਾਸ ਕੈਂਸਲ ਕਰਨ ਦੇ ਲਈ, ਬਟ ਆਈ ਹੋਪ ਕਿ ਉਸ ਟਾਈਮ ਨੂੰ ਤੁਸੀਂ ਯੂਟਿਲਾਈਜ਼ ਕੀਤਾ ਹੋਣਾ। ਜੋ ਆਪਣੀਆਂ ਇਸ ਤੋਂ ਪਹਿਲਾਂ ਕਰੰਟ ਅਫੇਅਰਸ ਦੀਆਂ ਜਿੰਨੀਆਂ ਵੀ ਕਲਾਸਿਸ ਹੋ ਚੁੱਕੀਆਂ ਨੇ ਪਿਛਲੇ 3 ਦਿਨਾਂ ਦੇ ਵਿੱਚ, ਤੁਸੀਂ ਉਹਨਾਂ ਕਲਾਸਿਸ ਨੂੰ ਇੱਕ ਵਾਰੀ ਰਿਵਾਈਜ਼ ਕਰ ਲਿਆ ਹੋਣਾ। ਜੋ ਆਪਾਂ ਇੱਥੇ ਪੜ੍ਹਿਆ ਉਹਦੇ ਬਾਰੇ ਤੁਸੀਂ ਜੋ ਵੀ ਕੁਝ ਇੰਪੋਰਟੈਂਟ ਫੈਕਟਸ ਸੀ ਉਹਨਾਂ ਨੂੰ ਦੁਬਾਰਾ ਤੋਂ ਰਿਵਾਈਜ਼ ਕਰ ਲਿਆ ਹੋਣਾ। ਤੇ ਉਸੇ ਮਤਲਬ ਤੁਹਾਡੀ ਰਿਵੀਜ਼ਨ ਨੂੰ ਇੱਕ ਹੋਰ ਵਧੀਆ ਤਰੀਕੇ ਨਾਲ ਉਹਨੂੰ ਸਟਰੋਂਗ ਕਰਨ ਦੇ ਲਈ ਅੱਜ ਆਪਾਂ ਜੋ ਮਲੂਕਾ ਆਈਏਐਸ ਪੰਜਾਬ ਪੀਸੀਐਸ ਦੇ ਲਈ ਟੈਲੀਗ੍ਰਾਮ ਪੇਜ ਹੈ ਉਹਦੇ ਤੇ ਕੁਝ ਅਰਾਊਂਡ 15 ਕੁਐਸਚਨਸ ਅਪਲੋਡ ਕੀਤੇ ਸੀ ਜੋ ਵੀ ਸਾਡੀਆਂ ਹਾਲੇ ਤੱਕ ਕਰੰਟ ਅਫੇਅਰਸ ਦੀਆਂ ਕਲਾਸਿਸ ਹੋ ਚੁੱਕੀਆਂ ਨੇ ਉਹਨਾਂ ਦੇ ਵਿੱਚੋਂ। ਤੇ ਕਾਫੀ ਬੱਚਿਆਂ ਨੇ ਉਸ ਜੋ ਕੁਐਸਚਨ ਸੀ ਉਹਨਾਂ ਨੂੰ ਅਟੈਂਪਟ ਕੀਤਾ, ਤੇ ਜਿਨ੍ਹਾਂ ਨੇ ਨਹੀਂ ਕੀਤਾ ਉਹਨਾਂ ਨੂੰ ਮੈਂ ਰਿਕੁਐਸਟ ਕਰਦਾ ਕਿ ਤੁਸੀਂ ਵੀ ਜ਼ਰੂਰ ਉਹ ਸਾਰੇ ਜੋ 15 ਕੁਐਸਚਨਸ ਨੇ ਉਹਨਾਂ ਨੂੰ ਅਟੈਂਪਟ ਕਰੋ, ਸੋ ਦੈਟ ਤੁਹਾਨੂੰ ਪਤਾ ਲੱਗੇ ਕਿ ਜੋ ਤੁਸੀਂ ਇੱਥੇ ਪੜ੍ਹਿਆ ਉਹਨੂੰ ਕਿੰਨਾ ਕੁ ਤੁਸੀਂ ਰਿਟੇਨ ਕਰ ਪਾ ਰਹੇ ਹੋ, ਜਾਂ ਉਹਨੂੰ ਜੇ ਰਿਵਾਈਜ਼ ਕਰ ਰਹੇ ਹੋ ਤਾਂ ਤੁਹਾਨੂੰ ਸਮਝ ਆ ਰਹੀ ਹੈ ਕਿ ਨਹੀਂ ਆ ਰਹੀ, ਜਾਂ ਤੁਹਾਨੂੰ ਹੋਰ ਉਸ ਚੀਜ਼ ਨੂੰ ਰਿਵਾਈਜ਼ ਕਰਨ ਦੀ ਜ਼ਰੂਰਤ ਹੈ, ਸੋ ਦੈਟ ਜੋ ਆਪਾਂ ਪੜ੍ਹ ਰਹੇ ਹਾਂ ਉਹਨਾਂ ਚੀਜ਼ਾਂ ਦਾ ਤੁਹਾਨੂੰ ਇੱਕ ਪ੍ਰੋਪਰ ਬੈਨੀਫਿਟ ਹੋਵੇ। ਹਾਂਜੀ ਹਾਂਜੀ, ਗੁੱਡ ਈਵਨਿੰਗ ਜੀ ਕਰਮਜੀਤ ਜੀ, ਮਨਦੀਪ ਜੀ, ਵੈਰੀ ਗੁੱਡ ਈਵਨਿੰਗ। ਸੋ ਜਿਹੜੇ ਬੱਚਿਆਂ ਨੇ ਹਾਲੇ ਤੱਕ ਉਹ 15 ਕੁਐਸਚਨਸ ਵਾਲਾ ਜੋ ਟੈਸਟ ਆ ਉਹਨੂੰ ਅਟੈਂਪਟ ਨਹੀਂ ਕੀਤਾ, ਸੋ ਉਹਨਾਂ ਨੂੰ ਮੈਂ ਰਿਕੁਐਸਟ ਕਰਦਾ ਕਿ ਤੁਸੀਂ ਅਟੈਂਪਟ ਕਰੋ। ਤੇ ਜਿਹੜੇ ਬੱਚਿਆਂ ਨੇ ਅਟੈਂਪਟ ਕੀਤਾ ਉਹਨਾਂ ਨੇ ਬਹੁਤ ਵਧੀਆ, ਕਾਫੀ ਬੱਚਿਆਂ ਨੇ ਉਹਦਾ ਤਾਂ ਵੈਸੇ ਅਟੈਂਪਟ ਕਰ ਚੁੱਕੇ ਨੇ, ਤੇ ਜੋ ਰਹਿੰਦੇ ਨੇ ਉਹ ਵੀ ਅਟੈਂਪਟ ਕਰੋ। ਅੱਜ ਸਾਡਾ ਜੋ 10th ਕਲਾਸ ਹੈ ਕਰੰਟ ਅਫੇਅਰਸ ਦੀ, ਇਹਦੇ ਅੰਡਰ ਜੋ ਆਪਾਂ ਟੌਪਿਕਸ ਕਵਰ ਕਰਨੇ ਨੇ ਕਾਫੀ ਇੰਟਰਨੈਸ਼ਨਲ ਪੁਆਇੰਟ ਆਫ ਵਿਊ ਤੋਂ। ਇੱਕ ਜਦੋਂ ਆਪਾਂ ਇੰਟਰਨੈਸ਼ਨਲ ਰਿਲੇਸ਼ਨਸ ਦੀ ਗੱਲ ਕਰਦੇ ਹਾਂ ਉਹਦੇ ਰਿਗਾਰਡਿੰਗ ਇੱਕ ਇਸ਼ੂ ਹੈ ਜੋ ਬਹੁਤ ਲੰਮੇ ਸਮੇਂ ਤੋਂ ਚੱਲਦਾ ਆ ਰਿਹਾ। ਜਿਵੇਂ ਆਪਾਂ ਦੇਖਦੇ ਹਾਂ ਨਾ ਇੰਡੀਆ ਪਾਕਿਸਤਾਨ ਜਾਂ ਕਸ਼ਮੀਰ ਨੂੰ ਲੈ ਕੇ ਕੁਝ, ਜਾਂ ਜੋ ਸਾਡੀ ਲਾਈਨ ਆਫ ਕੰਟਰੋਲ ਆ ਉਹਦੇ ਰਿਗਾਰਡਿੰਗ ਕੁਝ ਇਸ਼ੂ ਹੈ ਜਿਹੜਾ ਕਾਫੀ ਲੰਮੇ ਟਾਈਮ ਤੋਂ ਚੱਲ ਰਿਹਾ। ਉਸੇ ਤਰ੍ਹਾਂ ਸਾਡਾ LAC ਲਾਈਨ ਆਫ ਐਕਚੁਅਲ ਕੰਟਰੋਲ ਇੰਡੀਆ ਚਾਈਨਾ ਦਾ, ਬਾਉਂਡਰੀ ਡਿਸਪਿਊਟ ਜਿਹਨੂੰ ਆਪਾਂ ਟੈਰੀਟੋਰੀਅਲ ਡਿਸਪਿਊਟ ਕਹਿ ਦਿੰਦੇ ਹਾਂ। ਉਸੇ ਤਰ੍ਹਾਂ ਇੱਕ ਇੰਟਰਨੈਸ਼ਨਲ ਰਿਲੇਸ਼ਨ ਦੇ ਵਿੱਚ ਇੱਕ ਬਹੁਤ ਇੰਪੋਰਟੈਂਟ ਟੌਪਿਕ ਆ ਜਿਹਨੂੰ ਕਹਿ ਲਓ ਹਰ ਇੱਕ ਜੋ ਗਲੋਬਲ ਪਲੇਟਫਾਰਮ ਦੇ ਨੇ, ਚਾਹੇ ਉਹ ਯੂਨਾਈਟਿਡ ਨੇਸ਼ਨ ਆ ਜਾਂ ਸਾਡੀਆਂ ਕੁਝ ਮਲਟੀਲੇਟਰਲ ਕੋਈ ਕਹਿ ਲਓ ਗਰੁੱਪਿੰਗਸ ਨੇ, ਉਹਨਾਂ ਦੇ ਵਿੱਚ ਉਹਨਾਂ ਇਸ ਇਸ਼ੂ ਬਾਰੇ ਬਹੁਤ ਡਿਸਕਸ਼ਨ ਹੁੰਦੀਆਂ ਨੇ। ਤੇ UPSC ਦਾ ਫੇਵਰਟ ਟੌਪਿਕ ਹੈ ਇਹ, ਇਹਦੇ 'ਚੋਂ ਬਹੁਤ ਕੁਐਸਚਨ ਪੁੱਛੇ ਜਾਂਦੇ ਨੇ ਪ੍ਰੀ ਦੇ ਵਿੱਚ ਐਜ਼ ਵੈਲ ਐਜ਼ ਇਨ ਮੇਨਸ, ਤੇ ਪੰਜਾਬ PCS ਦੇ ਲਈ ਵੀ ਇਹ ਟੌਪਿਕ ਉਨਾ ਹੀ ਇੰਪੋਰਟੈਂਟ ਹੈ। ਸੋ ਅੱਜ ਤੇ ਜਿਹੜਾ ਟੌਪਿਕ ਦੀ ਮੈਂ ਗੱਲ ਕਰ ਰਿਹਾ ਉਹ ਹੈ ਇਜ਼ਰਾਈਲ ਪੈਲਸਤੀਨ ਕੌਨਫਲਿਕਟ ਔਰ ਇਜ਼ਰਾਈਲ ਪੈਲਸਤੀਨ ਇਸ਼ੂ, ਜੋ ਫਰਮ ਲਾਸਟ ਅਰਾਊਂਡ 60 ਈਅਰਸ ਤੋਂ ਚੱਲ ਰਿਹਾ ਇਸ਼ੂ ਇਹ। ਠੀਕ ਹੈ ਜੀ, ਹੈ ਮੇਨ ਕੀ ਹੈ, ਮੇਨ ਇਹ ਰੀਜ਼ਨ ਹੈ ਇਹਨਾਂ ਦਾ ਵਾਈ ਦਾ ਇਸ਼ੂ ਇਜ਼ ਬੀਇੰਗ ਕ੍ਰੀਏਟਡ। ਉਹਦੇ ਪਿੱਛੇ ਆਪਾਂ ਉਹਦੀ ਹਿਸਟਰੀ ਪੜ੍ਹਾਂਗੇ ਥੋੜ੍ਹੀ ਜਿਹੀ, ਕਿੱਦਾਂ ਉਹਦਾ ਓਰੀਜਨ ਹੋਇਆ ਜਾਂ ਉਹਦੇ ਲਈ ਕੀ ਰੀਜ਼ਨਸ ਨੇ ਜਿਹਦੇ ਕਰਕੇ ਹਾਲੇ ਤੱਕ ਸੋਲਵ ਨਹੀਂ ਹੋ ਰਿਹਾ, ਜਾਂ ਕਿੰਨਾ ਮੁੱਦਿਆਂ ਤੇ ਇਜ਼ਰਾਈਲ ਤੇ ਪੈਲਸਤੀਨ ਇੱਕ ਦੂਸਰੇ ਨਾਲ ਕੌਨਫਲਿਕਟ ਕਰ ਰਹੇ ਨੇ, ਜਾਂ ਇਹ ਰੀਸੈਂਟਲੀ ਨਿਊਜ਼ ਦੇ ਵਿੱਚ ਇਹ ਟੌਪਿਕ ਕਿਉਂ ਆਇਆ, ਉਹ ਸਭ ਚੀਜ਼ਾਂ ਨੂੰ ਆਪਾਂ ਡਿਸਕਸ ਕਰਾਂਗੇ। ਸੋ ਸਭ ਤੋਂ ਪਹਿਲਾਂ ਜੇ ਆਪਾਂ ਗੱਲ ਕਰੀਏ ਵਾਈ ਇਨ ਨਿਊਜ਼ ਰੀਸੈਂਟਲੀ ਅ ਨੰਬਰ ਆਫ ਪੈਲਸਤੀਨੀਅਨ ਸਿਵਿਲੀਅਨਸ ਵਰ ਕਿਲਡ ਬਾਈ ਇਜ਼ਰਾਈਲੀ ਫਾਇਰਿੰਗਸ, ਕਿਉਂਕਿ ਜਿਵੇਂ ਆਪਾਂ ਦੇਖਦੇ ਹਾਂ ਕਿ ਜੋ ਸਾਡੀ LOC ਆ ਉਹਦੇ ਅਰਾਊਂਡ ਵੀ ਫਰੋਮ ਪਾਕਿਸਤਾਨ ਸਾਈਡ ਤੋਂ ਕਹਿ ਲਓ ਵੀ ਬੌਂਬ ਸ਼ੈਲਿੰਗਸ ਜਾਂ ਫਾਇਰਿੰਗਸ ਹੁੰਦੀਆਂ ਰਹਿੰਦੀਆਂ ਨੇ। ਉਸੇ ਤਰ੍ਹਾਂ ਇਹਨਾਂ ਦਾ ਵੀ ਜੋ ਇਸ਼ੂ ਹੈ ਉਹਦੇ 'ਚ ਵੀ ਇਜ਼ਰਾਈਲ ਪੈਲਸਤੀਨ ਦੇ ਵਿੱਚ ਕਹਿ ਲਓ ਫਾਇਰਿੰਗਸ ਬਾਰਡਰ ਦੇ ਉੱਪਰ ਹੁੰਦੀਆਂ ਰਹਿੰਦੀਆਂ ਇਹਨਾਂ ਦੀਆਂ ਆਰਮੀਜ਼ ਦੇ ਵਿੱਚ, ਤੇ ਉਹਦੇ ਨਾਲ ਬਹੁਤ ਸਿਵਿਲੀਅਨਸ ਦੀ ਜਿਵੇਂ ਕਹਿ ਲਓ ਵੀ ਫਰੀਕੁਐਂਟ ਹੈ ਕਿ ਉਹਨਾਂ ਦੀਆਂ ਡੈਥਸ ਰਿਪੋਰਟ ਕੀਤੀਆਂ ਜਾਂਦੀਆਂ ਨੇ। ਸੋ ਰੀਸੈਂਟਲੀ ਇੱਦਾਂ ਦੇ ਇਸ਼ੂ ਨਿਊਜ਼ ਦੇ ਵਿੱਚ ਦੁਬਾਰਾ ਤੋਂ ਆਏ ਨੇ, ਕਾਫੀ ਸਿਵਿਲੀਅਨਸ ਦੀ ਮੌਤ ਹੋਈ ਆ ਫਰੋਮ ਦਾ ਸਾਈਡ ਆਫ ਪੈਲਸਤੀਨ, ਵਾਈ ਬਿਕੋਜ਼ ਆਫ ਦਾ ਇਜ਼ਰਾਈਲੀ ਫਾਇਰਿੰਗਸ। ਠੀਕ ਹੈ ਜੀ, ਹਾਂਜੀ ਹਾਂਜੀ, ਸਤਿ ਸ਼੍ਰੀ ਅਕਾਲ ਜੀ, ਸਤਿ ਸ਼੍ਰੀ ਅਕਾਲ, ਹੈਲੋ ਜੀ, ਹੈਲੋ ਪ੍ਰਿਆ ਜੀ। ਤੇ ਜੇ ਹੁਣ ਆਪਾਂ ਗੱਲ ਕਰੀਏ ਮੁੱਦਾ ਕੀ ਹੈ, ਵਾਟਸ ਦਾ ਇਸ਼ੂ, ਜਿਵੇਂ ਮੈਂ ਤੁਹਾਨੂੰ ਦੱਸਿਆ ਵੀ ਸਾਰਾ ਜੋ ਪ੍ਰੋਬਲਮ ਹੈ ਨਾ ਉਹ ਪ੍ਰੋਬਲਮ ਹੈ ਟੈਰੀਟੋਰੀਅਲ ਬਾਉਂਡਰੀ ਏਰੀਆ ਹੈ ਨਾ, ਉਹਦੇ ਰਿਗਾਰਡਿੰਗ ਇਸ਼ੂ ਆ ਸਾਰਾ। ਕੁਛ ਏਰੀਆ ਨੇ ਜਿਨ੍ਹਾਂ ਨੂੰ ਇਜ਼ਰਾਈਲ ਆਕਿਊਪਾਈ ਕਰਨਾ ਚਾਹੁੰਦਾ, ਤੇ ਉਹਨਾਂ ਦੇ ਉੱਪਰ ਕਹਿ ਲਓ ਆਪਣੀ ਲੈਜੀਟੀਮੇਸੀ ਪੈਲਸਤੀਨ
ਆਪਣੀ ਲੈਜੀਟੀਮੇਸੀ ਦੇ ਲਈ ਫਾਈਟ ਕਰ ਰਿਹਾ। ਉਹ ਕਹਿ ਰਿਹਾ ਵੀ ਉਹ ਸਾਡੇ ਕੰਟਰੋਲ 'ਚ ਨੇ, ਸਾਡੇ ਅੰਡਰ ਨੇ, ਬਟ ਇਜ਼ਰਾਈਲ ਉਹਨਾਂ ਨੂੰ ਆਪਣੀ ਟੈਰੀਟੋਰੀ ਦਾ ਪਾਰਟ ਮੰਨ ਰਿਹਾ। ਤੇ ਉਹਦੇ ਰਿਗਾਰਡਿੰਗ ਜੋ ਇਟਸ bilateral age old conflict over territorial claims particularly for Jerusalem, very important, ਇਹ ਧਿਆਨ ਰੱਖਿਓ ਜੀ। ਮੇਨ ਮੁੱਦਾ ਇੱਥੇ ਹੈ ਜੇਰੂਸਲਮ ਦਾ, ਤੇ ਆਪਾਂ ਇਹ ਵੀ ਡਿਸਕਸ ਕਰਾਂਗੇ ਕਿ ਜੇਰੂਸਲਮ ਇੰਨਾ ਇੰਪੋਰਟੈਂਟ ਕਿਉਂ ਆ, ਠੀਕ ਹੈ ਜੀ, ਇਹਦੇ ਲਈ ਕਿਉਂ ਇੰਨੇ ਲੰਮੇ ਸਮੇਂ ਤੋਂ ਲੜਾਈ ਚੱਲ ਰਹੀ ਆ। ਤੇ ਪਹਿਲਾਂ ਜੇ ਆਪਾਂ ਗੱਲ ਕਰੀਏ ਇਹਨਾਂ ਦੀ ਕਿੱਦਾਂ ਜਿਓਗ੍ਰਾਫੀਕਲ, ਜੇ ਉਹਨਾਂ ਦੇ ਮੈਪ ਦੀ ਗੱਲ ਕਰੀਏ, ਉਹਦੇ 'ਚ ਕੀ ਚੇਂਜਸ ਆਈਆਂ ਨੇ ਓਵਰ ਲਾਸਟ 50-60 ਈਅਰਸ। ਜੇ ਆਪਾਂ ਮੈਪ ਦੇਖੀਏ, ਪੈਲਸਤੀਨੀਅਨ ਲਾਸ ਆਫ ਲੈਂਡ 1947 ਟੂ ਪ੍ਰੈਜ਼ੈਂਟ, 1947 ਤੋਂ ਲੈ ਕੇ ਹਲੇ ਤੱਕ ਜੋ ਉਹਨਾਂ ਦੇ ਵਿੱਚ ਚੇਂਜਸ ਆਈਆਂ ਨੇ ਉਹਨਾਂ ਬਾਰੇ ਆਪਾਂ ਗੱਲ ਕਰਾਂਗੇ। ਜਿੰਨਾ ਦਿਸ ਇਜ਼ ਅਬਾਊਟ 1947, ਇਹ 1947 ਦਾ ਜੋ ਆਹ ਵਾਲੀ ਜੋ ਇਮੇਜ ਆ ਸਾਡੀ, ਤੇ ਜਿੰਨਾ ਵੀ ਗ੍ਰੀਨ ਸ਼ੇਡਡ ਏਰੀਆ ਨਾ, ਇਹ ਸਾਰਾ ਪੈਲਸਤੀਨ ਦੇ ਅੰਡਰ ਸੀ ਉਸ ਟਾਈਮ ਤੇ। ਦੇਖ ਰਹੇ ਹੋ ਤੁਸੀਂ ਸਾਰੇ, ਜਿੰਨਾ ਵੀ ਇਹ ਗ੍ਰੀਨ ਸ਼ੇਡਡ ਏਰੀਆ ਇਹ ਸਾਰਾ ਪੈਲਸਤੀਨ ਦੇ ਅੰਡਰ ਸੀ 1947 ਦੇ ਵਿੱਚ। ਤੇ ਜਿਹੜਾ ਇਹਦੇ ਵਿੱਚ ਕੁਝ ਵਾਈਟ ਸਪੌਟਸ ਨੇ, ਥੀਸ ਵਰ ਜਿਊਸ਼ ਸੈਟਲਮੈਂਟਸ, ਕਿਉਂਕਿ ਜੇ ਆਪਾਂ ਗੱਲ ਕਰਦੇ ਹਾਂ ਇਜ਼ਰਾਈਲ ਦੇ ਵਿੱਚ ਮੋਸਟਲੀ ਜਿਊਜ਼ ਨੇ, ਯਹੂਦੀ ਜਿਹਨੂੰ ਆਪਾਂ ਕਹਿ ਦਿੰਦੇ ਹਾਂ ਪੰਜਾਬੀ 'ਚ, ਠੀਕ ਹੈ ਜੀ, ਉਹਨਾਂ ਦਾ ਏਰੀਆ ਇਹ ਸਾਰਾ ਜੋ ਵਾਈਟ ਨੇ। ਤੇ ਫਿਰ ਆਪਾਂ ਗੱਲ ਕਰੀਏ ਪਾਰਟੀਸ਼ਨ ਪਲਾਨ 1947, ਉਹਦੇ 1947 ਦੇ ਵਿੱਚ ਇਹਨਾਂ ਦਾ ਇੱਕ ਪਾਰਟੀਸ਼ਨ ਪਲਾਨ ਫਾਰਮ ਕੀਤਾ ਗਿਆ ਸੀ, ਜਿਹਦੇ ਅੰਡਰ ਕੀ ਸੀਗਾ, ਜਿਹਦੇ ਅੰਡਰ ਜੋ ਨਵਾਂ ਏਰੀਆ ਉਹਨਾਂ ਨੇ ਡਿਸਾਈਡ ਕੀਤਾ, ਜਿੰਨਾ ਗ੍ਰੀਨ ਸ਼ੇਡਡ ਏਰੀਆ ਇਹ ਸਾਰਾ ਪੈਲਸਤੀਨ ਦਾ ਤੇ ਵਾਈਟ ਹੋ ਗਿਆ ਇਜ਼ਰਾਈਲ ਦਾ। ਮਤਲਬ ਇਜ਼ਰਾਈਲ ਨੂੰ ਜ਼ਿਆਦਾ ਟੈਰੀਟੋਰੀਅਲ ਏਰੀਆ ਉਸ ਪਾਰਟੀਸ਼ਨ ਪਲਾਨ ਦੇ ਅੰਡਰ ਦਿੱਤਾ ਸੀ, ਠੀਕ ਹੈ ਜੀ। ਦਿੱਤਾ ਕਿਉਂ ਸੀ ਉਹ ਵੀ ਆਪਾਂ ਗੱਲ ਕਰਾਂਗੇ। ਤੇ ਫਿਰ ਆਪਾਂ ਗੱਲ ਕਰੀਏ 1949 ਤੋਂ ਲੈ ਕੇ 1967 ਦੇ ਵਿੱਚ ਕੁਛ ਇੱਦਾਂ ਦੀ ਉਸ ਟਾਈਮ ਤੇ ਕਹਿ ਲਓ ਚੇਂਜਸ ਹੋਈਆਂ, ਕੁਛ ਵਾਰਸ ਫੌਟ ਹੋਈਆਂ, ਜਿਨ੍ਹਾਂ ਦੇ ਅੰਡਰ ਇਜ਼ਰਾਈਲ ਨੇ ਪੈਲਸਤੀਨ ਦਾ ਹੋਰ ਜ਼ਿਆਦਾ ਏਰੀਆ ਆਕੂਪਾਈ ਕਰ ਲਿਆ। ਆਹ ਜਿਹੜਾ ਮੈਪ ਹੈ ਇਹਦੇ ਦੇਖੋ ਇਜ਼ਰਾਈਲ ਦਾ ਏਰੀਆ ਹੋਰ ਵੱਧ ਗਿਆ। ਦੈਨ ਜੋ ਪ੍ਰੈਜ਼ੈਂਟ ਸਿਚੁਏਸ਼ਨ ਹੈ, ਪੈਲਸਤੀਨ ਦਾ ਏਰੀਆ ਬਹੁਤ ਘੱਟ ਚੁੱਕਿਆ ਤੇ ਪੂਰੇ ਦਾ ਪੂਰਾ ਜੋ ਏਰੀਆ ਉਹ ਹੁਣ ਇਜ਼ਰਾਈਲ ਦੇ ਅੰਡਰ ਆ ਚੁੱਕਿਆ, ਠੀਕ ਹੈ ਜੀ। ਵੇਅਰ ਦਾ 2 ਸਟੇਟਸ ਆਰ ਲੋਕੇਟਡ, ਜਦੋਂ ਆਪਾਂ ਗੱਲ ਕਰਦੇ ਹਾਂ ਵੀ ਇਹ ਸਟੇਟਸ ਹੈ ਕਿੱਥੇ ਨੇ, ਇਹਨਾਂ ਦੀ ਜਿਓਗ੍ਰਾਫੀਕਲ ਲੋਕੇਸ਼ਨ ਕਿੱਥੇ ਆ, ਸਾਡੇ ਲਈ ਇੰਪੋਰਟੈਂਟ, ਇਹ ਵੀ ਸਾਡੇ ਲਈ ਇੰਪੋਰਟੈਂਟ ਆ ਕਿ ਇਹਨਾਂ ਦੀ ਜਿਓਗ੍ਰਾਫੀਕਲ ਲੋਕੇਸ਼ਨ ਕਿੱਥੇ ਹੈ। The 2 states are located, both are part of Middle East region of Asian continent, ਠੀਕ ਹੈ ਜੀ। ਜੋ ਮਿਡਲ ਈਸਟ ਦਾ ਰੀਜਨ ਹੈ ਨਾ, ਹੈ ਏਸ਼ੀਅਨ ਕੰਟੀਨੈਂਟ ਦਾ ਪਾਰਟ ਹੀ ਆ। ਜਿਹੜੇ ਕੰਟੀਨੈਂਟ ਦਾ ਇੰਡੀਆ ਪਾਰਟ ਹੈ, ਉਸੇ ਕੰਟੀਨੈਂਟ ਦਾ ਹੀ ਕੰਟਰੀਜ਼ ਪਾਰਟ ਨੇ, ਏਸ਼ੀਆ, ਠੀਕ ਹੈ ਜੀ। ਤੇ ਜੋ ਏਸ਼ੀਆ ਦਾ ਵੈਸਟਰਨ, ਜੋ ਕਹਿ ਲਓ ਵੈਸਟਰਨ ਮੋਸਟ ਏਰੀਆ ਨਾ, ਜਦੋਂ ਆਪਾਂ ਏਸ਼ੀਆ ਦੀ ਗੱਲ ਕਰਦੇ ਹਾਂ, ਉੱਥੇ ਲੋਕੇਟਡ ਨੇ ਅਲੋਂਗ ਮੈਡੀਟਰੇਨੀਅਨ ਸੀ। ਆਹ ਦੇਖੋ, ਆਹ ਸਾਰੀ ਮੈਡੀਟਰੇਨੀਅਨ ਸੀ ਆ, ਤੇ ਆਹ ਜਿਹੜਾ ਰੀਜਨ ਹੈ, ਆਹ ਤੁਸੀਂ ਦੇਖ ਰਹੇ ਹੋ, ਆਹ ਇਜ਼ਰਾਈਲ ਹੋ ਗਿਆ, ਆਹ ਪੈਲਸਤੀਨ, ਆ ਇੱਥੇ ਕੁਛ ਏਰੀਆਜ਼ ਨੇ ਜਿੱਦਾਂ ਵੈਸਟ ਬੈਂਕ ਹੈ, ਗਾਜ਼ਾ ਸਟ੍ਰਿਪ ਹੈ, ਦੈਨ ਗੋਲਾਨ ਹਾਈਟਸ ਨੇ। ਇਹ ਚਾਰੋਂ ਬਹੁਤ ਇੰਪੋਰਟੈਂਟ ਨੇ, ਗੋਲਾਨ ਹਾਈਟਸ, ਵੈਸਟ ਬੈਂਕ ਤੇ ਗਾਜ਼ਾ ਸਟ੍ਰਿਪ, ਠੀਕ ਹੈ ਜੀ। ਇਹ UPSC ਦੇ ਪੇਪਰ 'ਚ ਪੁੱਛਿਆ ਗਿਆ ਸੀ 2017-18 ਦੇ ਵਿੱਚ ਕਿ ਇਹ ਗੋਲਾਨ ਹਾਈਟਸ, ਵੈਸਟ ਬੈਂਕ ਤੇ ਗਾਜ਼ਾ ਸਟ੍ਰਿਪ, these were recently in news, these are located in which part of the world, ਠੀਕ ਹੈ, ਸਿੱਧਾ ਹੀ ਪੁੱਛਿਆ ਗਿਆ ਸੀ ਵੀ ਇਹਨਾਂ ਦੀ ਲੋਕੇਸ਼ਨ ਬਾਰੇ ਪੁੱਛਿਆ ਗਿਆ ਸੀ। ਸੋ ਏਸ਼ੀਅਨ ਕੰਟੀਨੈਂਟ ਦਾ ਮਿਡਲ ਈਸਟ ਵਾਲਾ ਜੋ ਰੀਜਨ ਹੈ ਨਾ, ਜਦੋਂ ਆਪਾਂ ਗੱਲ ਕਰਦੇ ਹਾਂ ਤਾਂ ਉੱਥੇ ਇਹ ਲੋਕੇਟਡ ਨੇ, ਠੀਕ ਹੈ ਜੀ। ਧਿਆਨ ਰੱਖਿਓ, ਏਸ਼ੀਆ ਦਾ ਪਾਰਟ ਹੈ, ਬਟ ਜੋ ਇਹਨਾਂ ਦੀ ਲੋਕੇਸ਼ਨ ਹੈ ਉਹਨੂੰ ਆਪਾਂ ਮਿਡਲ ਈਸਟ ਕਹਿ ਦਿੰਦੇ ਹਾਂ। ਇਹ ਤੁਸੀਂ ਸਾਰਾ ਦੇਖਿਓ, ਸਾਰਾ ਜਿੱਦਾਂ ਇੱਥੇ ਡੈਡ ਸੀ ਆ, ਇਹ ਵੈਸਟ ਬੈਂਕ ਵਾਲਾ, ਇਸ ਟਾਈਮ ਮੇਨ ਆਪਣੇ ਕੋਲੇ ਜੋ ਇਹਨਾਂ ਦਾ ਕਨਫਲਿਕਟ ਹੈ ਉਹਦੇ 'ਚ ਗੋਲਾਨ ਹਾਈਟਸ, ਵੈਸਟ ਬੈਂਕ, ਗਾਜ਼ਾ ਸਟ੍ਰਿਪ ਤੇ ਜੇਰੂਸਲਮ, ਇਹ 4 ਚੀਜ਼ਾਂ ਨੇ ਇਹਨਾਂ ਦੇ ਰਿਗਾਰਡਿੰਗ, ਇਹਨਾਂ ਦੀ ਕਹਿ ਲਓ ਕੰਟਰੋਲ ਦੇ ਲਈ ਇਹਨਾਂ ਦੇ ਵਿੱਚ ਕਨਫਲਿਕਟ ਚੱਲ ਰਿਹਾ, ਓਕੇ। ਤੇ ਫਿਰ ਆਪਾਂ ਜਦੋਂ ਗੱਲ ਕਰਦੇ ਹਾਂ ਵੈਨ ਦਾ ਕਨਫਲਿਕਟ ਸਟਾਰਟਡ, ਕਨਫਲਿਕਟ ਕਦੋਂ ਸਟਾਰਟ ਹੋਇਆ, ਸਭ ਤੋਂ ਪਹਿਲਾਂ ਗੱਲ ਆਉਂਦੀ ਹੈ ਜੀ ਸਾਈਕਸ ਪਿਕੋਟ ਐਗਰੀਮੈਂਟ। ਜਿਹਦਾ ਆਪਾਂ ਇਹਦੀ ਹਿਸਟਰੀ ਦੀ, ਆਪਾਂ ਜੋ ਇਸ਼ੂ ਹੈ ਉਹਦੀ ਆਪਾਂ ਹਿਸਟਰੀ ਦੀ ਗੱਲ ਕਰੀਏ ਵੀ ਕਿਵੇਂ ਸਟਾਰਟ ਹੋਇਆ ਉਹਦੀ ਜੇ ਆਪਾਂ ਗੱਲ ਕਰੀਏ, ਸਭ ਤੋਂ ਪਹਿਲਾਂ ਉਹਦੇ 'ਚ ਆਉਂਦਾ ਸਾਈਕਸ ਪਿਕੋਟ ਐਗਰੀਮੈਂਟ, ਜੋ 1916 ਦੇ ਵਿੱਚ ਹੋਇਆ ਸੀ, ਜਦੋਂ ਫਸਟ ਵਰਲਡ ਵਾਰ ਚੱਲ ਰਹੀ ਸੀ ਉਸ ਟਾਈਮ ਤੇ ਇਟ ਡਿਵਾਈਡਡ ਦਾ ਮਿਡਲ ਈਸਟ ਬਿਟਵੀਨ ਫਰਾਂਸ ਐਂਡ ਬ੍ਰਿਟੇਨ। ਕਿਉਂਕਿ ਤੁਹਾਨੂੰ ਪਤਾ ਉਸ ਟਾਈਮ ਤੇ ਫਰਾਂਸ ਤੇ ਬ੍ਰਿਟੇਨ 2 ਮੇਜਰ ਕਹਿ ਲਓ ਵੀ ਪਾਵਰਸ ਸੀਗੀਆਂ, ਜਿਹੜੀਆਂ ਟੈਰੀਟੋਰੀਅਲ ਆਪਣੇ
ਏਰੀਆਜ਼ ਨੂੰ ਐਕਸਟੈਂਡ ਕਰਨ ਦੇ ਲਈ ਫਾਈਟ ਕਰ ਰਹੀਆਂ ਸੀ, ਠੀਕ ਹੈ ਜੀ। ਜਿਵੇਂ ਇੰਡੀਆ ਦੇ ਵਿੱਚ ਵੀ ਜਿਵੇਂ ਮੋਸਟਨ ਜੋ ਇੰਡੀਆ ਉਸ ਟਾਈਮ ਆਪਾਂ ਕਹਿ ਲਓ ਵੀ ਉਸ ਟਾਈਮ ਤੇ ਇੰਗਲੈਂਡ ਦੀ ਇੱਕ ਟੈਰੀਟਰੀ ਸੀ ਹੈ ਨਾ ਜੀ, ਇੱਕ ਕਾਲੋਨੀ ਸੀ। ਉਸੇ ਤਰ੍ਹਾਂ ਜਦੋਂ ਆਪਾਂ ਵਰਲਡ ਹਿਸਟਰੀ ਪੜ੍ਹਾਂਗੇ ਉਹਦੇ ਵਿੱਚ ਬਹੁਤ ਸਾਰੇ, ਜਿਵੇਂ ਅਫਰੀਕਾ ਦੀ ਗੱਲ ਕਰ ਲਈਏ ਜਾਂ ਅਮਰੀਕਾ ਦੀ ਗੱਲ ਕਰ ਲਈਏ, ਜਾਂ ਆਪਾਂ ਕਹਿ ਲਓ ਵੀ ਜਿਵੇਂ ਆਪਣਾ ਇਹ ਮਿਡਲ ਈਸਟ ਵਾਲਾ ਰੀਜਨ ਹੋ ਗਿਆ, ਇੱਥੇ ਜੋ ਵੀ ਏਰੀਆ ਸੀਗੇ ਉਹ ਫਰਾਂਸ ਤੇ ਬ੍ਰਿਟੇਨ ਮੋਸਟਲੀ ਇਹਨਾਂ ਦੋਨਾਂ ਦੇ ਵਿੱਚ ਡਿਵਾਈਡਡ ਸੀ। ਬਾਕੀ ਹੋਰ ਛੋਟੀਆਂ ਛੋਟੀਆਂ ਪਾਵਰਸ ਹੋਰ ਵੀ ਸੀ, ਜਿੱਦਾਂ ਸਪੇਨ ਦੀ ਗੱਲ ਕਰ ਲਈਏ, ਇਟਲੀ ਦੀ ਗੱਲ ਕਰ ਲਈਏ, ਉਹਨਾਂ ਸਾਰਿਆਂ ਨੇ ਇਸ ਏਰੀਆ ਜਿੰਨੇ ਵੀ ਏਰੀਆ ਸੀ ਉਹਨਾਂ ਨੂੰ ਆਪਣੇ ਆਪ 'ਚ ਡਿਵਾਈਡ ਕਰ ਰੱਖਿਆ ਸੀ। ਉਹ ਆਪਾਂ ਵਰਲਡ ਹਿਸਟਰੀ 'ਚ ਪੜ੍ਹਾਂਗੇ ਡਿਟੇਲ ਸਾਰਾ। ਇੱਥੇ ਆਪਣੇ ਲਈ ਇੰਪੋਰਟੈਂਟ ਕੀ ਆ, ਸਾਈਕਸ ਪਿਕੋਟ ਐਗਰੀਮੈਂਟ ਕਦੋਂ ਹੋਇਆ ਸੀ? 1916 'ਚ ਹੋਇਆ ਸੀ। ਇਟ ਡਿਵਾਈਡਡ ਦਾ ਮਿਡਲ ਈਸਟ। ਮਿਡਲ ਈਸਟ ਦਾ ਜੋ ਰੀਜਨ ਹੈ ਜਿਹਦੇ ਵਿੱਚ ਸਾਡਾ ਜੋ ਇਜ਼ਰਾਈਲ ਤੇ ਪੈਲਸਤੀਨ ਵਾਲਾ ਜੋ ਕਨਫਲਿਕਟ ਚੱਲ ਰਿਹਾ ਉਹ ਲਾਈ ਕਰਦਾ ਮਿਡਲ ਈਸਟ ਦੇ ਵਿੱਚ। ਸੋ ਉਹ ਜੋ ਏਰੀਆ ਗਾ ਉਹਨੂੰ ਸਾਈਕਸ ਪਿਕੋਟ ਐਗਰੀਮੈਂਟ ਨੇ ਫਰਾਂਸ ਤੇ ਬ੍ਰਿਟੇਨ ਦੇ ਵਿੱਚ ਡਿਵਾਈਡ ਕਰਤਾ ਸੀ, ਠੀਕ ਹੈ ਜੀ। ਦੈਨ 1917 'ਚ ਹੁੰਦੀ ਹੈ ਬਾਲਫੋਰ ਡੈਕਲੇਰੇਸ਼ਨ। ਬਾਲਫੋਰ ਡੈਕਲੇਰੇਸ਼ਨ ਬ੍ਰਿਟੇਨ ਨੇ ਕੀਤੀ। ਇਹਦੇ ਬ੍ਰਿਟੇਨ ਨੇ ਕੀ ਕਿਹਾ? ਬ੍ਰਿਟੇਨ ਪ੍ਰੋਮਿਸਡ ਅ ਜਿਊਜ਼ ਨੈਸ਼ਨਲ ਹੋਮ ਔਨ ਅਰਬ ਲੈਂਡ। ਕਿਉਂਕਿ ਜਦੋਂ ਆਪਾਂ ਮਿਡਲ ਈਸਟ ਦੀ ਗੱਲ ਕਰਦੇ ਹਾਂ ਇਹ ਸਾਰਾ ਅਰਬ ਏਰੀਆ ਗਾ, ਇੱਥੇ ਮੋਸਟਲੀ ਮੁਸਲਿਮ ਡੋਮੀਨੈਂਟ ਮੁਸਲਿਮ ਕੰਟਰੀਜ਼, ਆਪਣੇ ਕਹ ਲਓ ਮੁਸਲਿਮ ਪੋਪੂਲੇਸ਼ਨ ਜ਼ਿਆਦਾ ਇੱਥੇ ਰਹਿੰਦੀ ਆ। ਤੇ ਜੋ ਬਾਲਫੋਰ ਡੈਕਲੇਰੇਸ਼ਨ ਹੋਈ ਆ 1917 ਦੇ ਵਿੱਚ, ਅੰਡਰ ਬਾਲਫੋਰ ਡੈਕਲੇਰੇਸ਼ਨ ਬ੍ਰਿਟੇਨ ਹੈਜ਼ ਪ੍ਰੋਮਿਸਡ ਟੂ ਕ੍ਰੀਏਟ ਅ ਜਿਊਜ਼ ਨੈਸ਼ਨਲ ਲੈਂਡ, ਜਿਊਜ਼ ਨੈਸ਼ਨਲ ਹੋਮ ਔਨ ਅਰਬ ਲੈਂਡ, ਠੀਕ ਹੈ ਜੀ। ਇਹ ਦੋਨੋਂ ਤੁਹਾਨੂੰ ਪਤਾ ਹੋਣੇ ਚਾਹੀਦੇ ਨੇ, ਬਿਕੋਜ਼ ਦੋਨੋਂ ਇਹ ਇਜ਼ਰਾਈਲ ਪੈਲਸਤੀਨ ਕਨਫਲਿਕਟ ਦੇ ਨਾਲ ਐਸੋਸੀਏਟਡ ਨੇ। ਦੈਨ ਨੈਕਸਟ ਵਨ ਇਜ਼ ਲੀਗ ਆਫ ਨੇਸ਼ਨ, ਜੋ 1922 ਦੇ ਵਿੱਚ ਲੀਗ ਆਫ ਨੇਸ਼ਨ ਨੇ ਬ੍ਰਿਟਿਸ਼ ਦਾ ਜੋ ਪ੍ਰਪੋਜ਼ਲ ਸੀ, ਜੋ ਉਹਨਾਂ ਨੇ ਬਾਲਫੋਰ ਡੈਕਲੇਰੇਸ਼ਨ ਦੇ ਵਿੱਚ ਇੰਟਰੋਡਿਊਸ ਕੀਤਾ ਸੀ, ਉਸ ਪ੍ਰਪੋਜ਼ਲ ਨੂੰ ਉਹਨਾਂ ਨੇ ਅਪਰੂਵ ਕਰਤਾ ਟੂ ਐਸਟੈਬਲਿਸ਼ ਅ ਜਿਊਜ਼ ਹੋਮਲੈਂਡ, ਠੀਕ ਹੈ ਜੀ। ਜਿਊਜ਼ ਇੱਕ ਉਹਨਾਂ ਦਾ ਘਰ ਕਹਿ ਲਓ, ਉਹਨਾਂ ਦੇ ਲਈ ਇੱਕ ਕੰਟਰੀ ਬਣਾਉਣ ਦੇ ਲਈ ਲੀਗ ਆਫ ਨੇਸ਼ਨ ਜੋ ਇੱਕ ਉਸ ਟਾਈਮ ਤੇ ਇੱਕ ਬੋਡੀ ਬਣੀ ਸੀ, ਉਹਨਾਂ ਨੇ ਇਹ ਚੀਜ਼ ਨੂੰ ਲੀਗ ਆਫ ਨੇਸ਼ਨ ਨੇ ਉਸ ਚੀਜ਼ ਨੂੰ ਐਕਸੈਪਟ ਕਰ ਲਿਆ ਸੀ, ਠੀਕ ਹੈ ਜੀ। ਦੈਨ ਨੈਕਸਟ ਸਾਡੇ ਕੋਲ ਆਉਂਦਾ ਜੀ ਸਟੇਟ ਆਫ ਇਜ਼ਰਾਈਲ 1948। 1948 ਦੇ ਵਿੱਚ ਜੋ ਇਜ਼ਰਾਈਲ ਸਟੇਟ ਆ, ਇਜ਼ਰਾਈਲ ਮੋਸਟਲੀ ਯਹੂਦੀਆਂ ਦੀ ਇੱਕ ਕੰਟਰੀ ਹੈ। ਉੱਥੇ ਮੋਸਟ ਪੋਪੂਲੇਸ਼ਨ ਆ ਜਿਹੜੀ, ਮੋਸਟ ਦਾ ਪੋਪੂਲੇਸ਼ਨ ਬਿਲੋਂਗਸ ਟੂ ਜਿਊਜ਼, ਯਹੂਦੀ ਕਹਿੰਦੇ ਆਪਾਂ ਉਹਨਾਂ ਨੂੰ ਪੰਜਾਬੀ 'ਚ, ਠੀਕ ਹੈ ਜੀ। ਤਾਂ 1948 ਦੇ ਵਿੱਚ ਇੱਕ ਸੈਪਰੇਟ ਸਟੇਟ ਕ੍ਰੀਏਟ ਕਰਤੀ ਸੀ ਇਜ਼ਰਾਈਲ ਦੇ ਲਈ। ਐਂਡ ਅੰਡਰ ਉਸ ਜੋ 1948 'ਚ ਆਪਾਂ ਸਟੇਟ ਬਣਾਈ ਆ ਉਹਦੇ ਅੰਡਰ ਇੱਕ ਚੀਜ਼ ਹੋਰ ਉਹਨਾਂ ਨੇ ਪੁਆਇੰਟ ਲੈ ਕੇ ਆਂਦਾ ਸੀ, ਦੈਟ ਜੈਰੂਸਲਮ ਵਾਜ਼ ਪ੍ਰਪੋਜ਼ਡ ਟੂ ਬੀ ਐਨ ਇੰਟਰਨੈਸ਼ਨਲ ਸਿਟੀ। ਵੀ ਜਿਹੜਾ ਜੈਰੂਸਲਮ ਆ ਉਹ ਇੱਕ ਇੰਟਰਨੈਸ਼ਨਲ ਸਿਟੀ ਹੋਊ, ਨਾ ਤਾਂ ਉਹ ਪੈਲਸਤੀਨ ਦੇ ਅੰਡਰ ਹੋਊ ਤੇ ਨਾ ਹੀ ਉਹ ਇਜ਼ਰਾਈਲ ਦੇ ਅੰਡਰ ਹੋਊ, ਠੀਕ ਹੈ ਜੀ। ਉਹ ਅਲੱਗ ਤੋਂ, ਜਿਵੇਂ ਉਹ ਅਲੱਗ ਤੋਂ ਇੱਕ ਇੰਟਰਨੈਸ਼ਨਲ ਸਿਟੀ ਦੇ ਤੌਰ ਤੇ ਡਿਵੈਲਪ ਕੀਤਾ ਜਾਊ। ਬਟ ਪ੍ਰੋਬਲਮ ਸਾਰੀ ਸੀ ਜੋ ਉਹ ਸੀ ਜੈਰੂਸਲਮ ਦੇ ਲਈ, ਕਿਉਂਕਿ ਜੈਰੂਸਲਮ ਦੇ ਵਿੱਚ ਕੁਝ ਇਦਾਂ ਦੇ ਮੋਨੂਮੈਂਟਸ ਨੇ ਜਿਹੜੇ ਉਹਨਾਂ ਰਿਲੀਜਨਸ ਦੇ ਲਈ ਰੈਲੇਵੈਂਟ ਨੇ, ਇੰਪੋਰਟੈਂਟ ਨੇ, ਜਿਹਦੇ ਕਰਕੇ ਉਹ ਇਸ ਏਰੀਆ ਨੂੰ ਆਪਣੀ ਕੰਟਰੀ, ਆਪਣੀ ਟੈਰੀਟਰੀ ਦੇ ਵਿੱਚ ਐਡ ਕਰਨਾ ਚਾਹੁੰਦੇ ਨੇ, ਆਪਣੇ ਆਪ 'ਚ ਰਲਾਉਣਾ ਚਾਹੁੰਦੇ ਨੇ। ਬਟ ਜੋ 1948 ਜਦੋਂ ਇਜ਼ਰਾਈਲ ਬਣਿਆ ਉਸ ਟਾਈਮ ਤੇ ਜੋ ਪ੍ਰਪੋਜ਼ਲ ਸੀ ਉਹ ਇਹ ਸੀ ਕਿ ਜੈਰੂਸਲਮ ਨੂੰ ਐਜ਼ ਐਨ ਇੰਟਰਨੈਸ਼ਨਲ ਸਿਟੀ ਡਿਵੈਲਪ ਕੀਤਾ ਜਾਊ, ਠੀਕ ਹੈ ਜੀ। ਦੈਨ 1948-49 1947 'ਚ ਇਜ਼ਰਾਈਲ ਬਣਦਾ ਤੇ 1948-1949 ਦੇ ਵਿੱਚ ਫਸਟ ਅਰਬ ਇਜ਼ਰਾਈਲ ਵਾਰ, ਕਿਉਂਕਿ ਇਜ਼ਰਾਈਲ ਇੱਕ ਅਲੱਗ ਤੋਂ ਕੰਟਰੀ ਬਣ ਗਈ ਜਿਹੜੀ ਜਿਊਜ਼ ਦੀ ਸੀ, ਪਲੱਸ ਉੱਥੋਂ ਦੀ ਜੋ ਆਸੇ-ਪਾਸੇ ਦਾ ਜੋ ਏਰੀਆ ਸੀ ਉੱਥੇ ਜੋ ਪੋਪੂਲੇਸ਼ਨ ਸੀ ਦੈਟ ਵਾਜ਼ ਮੇਨਲੀ ਅਰਬ, ਠੀਕ ਹੈ ਜੀ। ਉਹ ਮੇਨਲੀ ਅਰਬ ਕੰਟਰੀਜ਼ ਸੀਗੀਆਂ, ਅਰਬ ਪੋਪੂਲੇਸ਼ਨ ਸੀ। ਉਹਨਾਂ ਦੇ ਵਿੱਚ ਇੱਕ ਕਨਫਲਿਕਟ ਹੋਇਆ, ਇੱਕ ਵਾਰ ਹੋਈ ਜਿਹਨੂੰ ਆਪਾਂ ਕਹਿੰਦੇ ਆ ਫਸਟ ਅਰਬ ਇਜ਼ਰਾਈਲ ਵਾਰ ਆਫ 1948-49। ਇਸ ਵਾਰ ਦੇ ਅੰਡਰ ਕੀ ਕੀਤਾ? ਇਜ਼ਰਾਈਲ ਕੈਪਚਰਡ ਵੈਸਟਰਨ ਹਾਫ ਆਫ ਜੈਰੂਸਲਮ ਸਿਟੀ ਐਂਡ ਜਾਰਡਨ ਟੁੱਕ ਦਾ ਈਸਟਰਨ ਪਾਰਟ। ਜਿਵੇਂ ਆਪਾਂ ਪਹਿਲਾਂ ਮੈਪ 'ਚ ਦੇਖਿਆ, ਆਹ ਸਾਰਾ ਦੇਖੋ, ਆਹ ਹੈ ਜਾਰਡਨ, ਠੀਕ ਹੈ ਜੀ। ਜੋ ਆਪਣੀ ਜੈਰੂਸਲਮ ਸਿਟੀ ਹੈ ਨਾ, ਆਹ ਜੈਰੂਸਲਮ ਆ, ਇਹਦਾ ਜੋ ਈਸਟਰਨ ਪਾਰਟ ਸੀ ਉਹਨੂੰ ਤਾਂ ਇਜ਼ਰਾਈਲ ਨੇ ਕੈਪਚਰ ਕਰ ਲਿਆ ਤੇ ਬਾਕੀ ਦਾ ਜੋ ਏਰੀਆ ਸੀ ਉਹਨੂੰ ਜਾਰਡਨ ਨੇ ਕੈਪਚਰ ਕਰ ਲਿਆ, ਠੀਕ ਹੈ ਜੀ। ਵੈਸਟਰਨ ਹਾਫ ਨੂੰ ਇਜ਼ਰਾਈਲ ਨੇ, ਕਿਉਂਕਿ ਇਜ਼ਰਾਈਲ ਹੈ ਇਧਰਲੀ ਸਾਈਡ ਤੇ, ਤਾਂ ਜੋ ਵੈਸਟਰਨ ਹਾਫ ਸੀ ਇਹਦਾ ਉਸ ਨੂੰ ਇਜ਼ਰਾਈਲ ਨੇ ਕੈਪਚਰ ਕਰ ਲਿਆ ਤੇ ਈਸਟਰਨ ਸਾਈਡ ਨੂੰ ਕਰ ਲਿਆ ਜਾਰਡਨ ਨੇ, ਠੀਕ ਹੈ ਜੀ, ਧਿਆਨ ਰੱਖਿਓ। ਦੈਨ ਉਹਦੇ ਬਾਅਦ 1960s ਦੇ ਵਿੱਚ ਇੱਕ ਹੋਰ ਵਾਰ ਹੁੰਦੀ ਹੈ। 1948 ਦੇ ਵਿੱਚ ਫਸਟ ਅਰਬ ਇਜ਼ਰਾਈਲ ਵਾਰ ਹੋਈ, ਜਿਹਦੇ ਅੰਡਰ ਜੈਰੂਸਲਮ, ਜਿਹਨੂੰ ਉਸ ਤੋਂ ਪਹਿਲਾਂ ਇੱਕ ਇੰਟਰਨੈਸ਼ਨਲ ਸਿਟੀ ਦੇ ਤੌਰ ਤੇ ਪ੍ਰਪੋਜ਼ ਕੀਤਾ ਗਿਆ ਸੀ, ਉਸ ਨੂੰ ਇਜ਼ਰਾਈਲ ਐਂਡ ਜਾਰਡਨ ਨੇ ਆਪਣੇ ਦੋਨਾਂ ਦੇ ਵਿੱਚ ਡਿਵਾਈਡ ਕਰ ਲਿਆ। ਜੋ ਉਹਦਾ ਵੈਸਟਰਨ ਹਾਫ ਸੀ ਉਹ ਇਜ਼ਰਾਈਲ ਨੇ ਲੈ ਲਿਆ, ਜੋ ਈਸਟਰਨ ਹਾਫ ਸੀ ਉਹ ਜਾਰਡਨ ਨੇ ਆਕੂਪਾਈ ਕਰ ਲਿਆ। ਦੈਨ
6 ਡੇਜ਼ ਵਾਰ 6 ਡੇ ਵਾਰ ਹੁੰਦੀ ਆ 1960s ਦੇ ਵਿੱਚ, ਜਿਹਦੇ ਅੰਡਰ ਜੋ ਈਸਟ ਵਾਲਾ ਪਾਰਟ ਸੀ ਜੋ ਜਾਰਡਨ ਨੇ ਕੈਪਚਰ ਕੀਤਾ ਸੀ ਜੈਰੂਸਲਮ ਦਾ, ਉਸ ਪਾਰਟ ਨੂੰ ਵੀ ਇਜ਼ਰਾਈਲ ਨੇ ਜਾਰਡਨ ਤੋਂ ਅਨੈਕਸ ਕਰ ਲਿਆ ਤੇ ਆਪਣੀ ਟੈਰੀਟਰੀ ਚ ਲਾ ਲਿਆ। ਠੀਕ ਹੈ ਜੀ, ਇਜ਼ਰਾਈਲ ਕੈਪਚਰਡ ਈਸਟਰਨ ਜੈਰੂਸਲਮ ਫਰਮ ਜਾਰਡਨ। ਠੀਕ ਹੈ ਜੀ ਸਰ, ਐਮਸੀ ਕੁਐਸਚਨਸ ਨਾਲ ਕਾਫੀ ਹੈਲਪ ਹੋਈ ਰਿਵੀਜ਼ਨ ਕਰਨ ਲਈ, ਥੈਂਕ ਯੂ ਸਰ। ਪਲੀਜ਼ ਇਸ ਤਰ੍ਹਾਂ ਦੇ ਐਮਸੀਕਿਊ, ਹਾਂਜੀ ਹਾਂਜੀ ਨਵਜੋਤ ਜੀ, ਉਹ ਤੁਹਾਡੀ ਹੈਲਪ ਦੇ ਲਈ ਹੀ, ਤੁਹਾਡੀ ਰਿਵੀਜ਼ਨ ਦੇ ਲਈ ਕਹਿ ਲਓ, ਤੇ ਤੁਹਾਡੀ ਜੋ ਆਪਾਂ ਕਲਾਸਿਸ ਲਾਈਆਂ ਨੇ ਉਹਨਾਂ ਦੀ ਜੋ ਤੁਸੀਂ ਪੜ੍ਹਿਆ ਉਹਨਾਂ ਚੀਜ਼ਾਂ ਨੂੰ ਤੁਹਾਡੀ ਸਮਝ ਨੂੰ ਹੋਰ ਡਿਵੈਲਪ ਕਰਨ ਦੇ ਲਈ ਉਹ ਐਮਸੀਕਿਊ ਕੁਐਸਚਨਸ ਤੁਹਾਡੇ ਲਈ ਅਲੱਗ ਤੋਂ ਲੈ ਕੇ ਆਂਦੇ ਗਏ ਨੇ। ਡੇਲੀ ਤੁਹਾਡੇ ਲਈ ਉਸ ਟੈਲੀਗ੍ਰਾਮ ਦੇ ਉੱਪਰ, ਟੈਲੀਗ੍ਰਾਮ ਚੈਨਲ ਦੇ ਉੱਪਰ ਆਪਾਂ 4 ਤੋਂ 5 ਕੁਐਸਚਨ ਜੋ ਸਾਡੇ ਕਰੰਟ ਕਲਾਸ ਹੁੰਦੀ ਹੈ, ਜਿਵੇਂ ਅੱਜ ਦੀ ਕਲਾਸ ਇਹਦੇ ਰਿਲੇਟਡ ਜੋ ਕੁਐਸਚਨਸ ਹੋਣਗੇ ਉਹ ਆਪਾਂ ਕੱਲ ਮਾਰਨਿੰਗ 9:30 to 10 AM ਤੁਹਾਨੂੰ ਉਸ ਟਾਈਮ 'ਚ ਮਿਲ ਜਾਣਗੇ ਉਹ। ਪਲੱਸ ਜੋ ਅਸੀਂ ਵੀਕਲੀ ਟੈਸਟ ਰੱਖਿਆ, ਜਿਵੇਂ ਆਪਾਂ ਅੱਜ ਟੈਸਟ ਕੰਡਕਟ ਕੀਤਾ, ਉਸੇ ਤਰ੍ਹਾਂ ਆਪਾਂ ਨੈਕਸਟ ਮੰਡੇ ਜਾਂ ਨੈਕਸਟ ਟਿਊਜ਼ਡੇ ਜੋ ਸਾਡਾ ਇਸ ਵੀਕ ਦੀਆਂ ਕਲਾਸਿਸ ਹੋਣਗੀਆਂ ਕਰੰਟ ਅਫੇਅਰਸ ਦੀਆਂ, ਉਹਨਾਂ ਦੇ ਵਿੱਚੋਂ ਆਪਾਂ 15 ਤੋਂ 20 ਕੁਐਸਚਨ ਤੁਹਾਡੇ ਲਈ ਲੈ ਕੇ ਆਵਾਂਗੇ। ਡੇਲੀ ਪ੍ਰੈਕਟਿਸ ਦੇ ਲਈ ਤੁਹਾਨੂੰ 3 ਤੋਂ 4 ਕੁਐਸਚਨ ਡੇਲੀ ਮਿਲਣਗੇ, ਪਲੱਸ ਜੋ ਵੀਕਲੀ ਟੈਸਟ ਆ ਉਹ ਤੁਹਾਡਾ ਮੰਡੇ ਜਾਂ ਟਿਊਜ਼ਡੇ, ਉਹ ਵੀ ਹਰ ਇੱਕ ਵੀਕ ਤੁਹਾਨੂੰ ਇਸੇ ਤਰ੍ਹਾਂ ਪ੍ਰੋਵਾਈਡ ਕੀਤਾ ਜਾਊ। ਸੋ ਉਸ ਨੂੰ ਅਟੈਂਪਟ ਕਰੋ। ਜਿਹੜੇ ਬੱਚਿਆਂ ਨੇ ਅਟੈਂਪਟ ਕੀਤਾ ਵਧੀਆ, ਉਹਨਾਂ ਨੂੰ ਲੱਗ ਰਿਹਾ ਕਿ ਵਧੀਆ ਸਾਡੇ ਲਈ ਹੈਲਪਫੁਲ ਆ ਉਹ। ਜਿਹੜੇ ਬੱਚਿਆਂ ਨੇ ਹਲੇ ਅਟੈਂਪਟ ਨਹੀਂ ਕੀਤਾ ਉਹਨਾਂ ਨੂੰ ਰਿਕੁਐਸਟ ਹੈ ਕਿ ਤੁਸੀਂ ਵੀ ਜ਼ਰੂਰ ਮਲੂਕਾ IAS ਪੰਜਾਬ PCS ਜੋ ਟੈਲੀਗ੍ਰਾਮ ਪੇਜ ਆ, ਟੈਲੀਗ੍ਰਾਮ ਚੈਨਲ ਆ, ਉਹਦੇ ਤੇ ਜਾ ਕੇ ਉਹ ਟੈਸਟ ਆ ਜੋ 15 ਕੁਐਸਚਨਸ ਆ ਉਹ ਤੁਸੀਂ ਅਟੈਂਪਟ ਕਰ ਸਕਦੇ ਹੋ। ਉਹਦਾ ਆਨਸਰ ਵੀ ਤੁਹਾਨੂੰ ਨਾਲ ਦੀ ਨਾਲ ਹੀ ਮਿਲ ਜਾਣਾ, ਪਲੱਸ ਜੋ ਕੁਝ ਸਾਰੇ ਕੁਐਸਚਨ ਦੇ ਵਿੱਚ ਐਕਸਪਲੇਨੇਸ਼ਨ ਦੀ ਜ਼ਰੂਰਤ ਨਹੀਂ ਹੈ, ਬਸ ਜਿੱਥੇ ਵੀ ਜ਼ਰੂਰਤ ਹੈ ਉਹ ਐਕਸਪਲੇਨੇਸ਼ਨ ਵੀ ਤੁਹਾਨੂੰ ਤੁਹਾਡਾ ਆਨਸਰ ਕਰਦੇ ਨਾਲ ਦੀ ਨਾਲ ਉੱਥੇ ਮਿਲ ਜਾਣੀ ਹੈ। ਠੀਕ ਹੈ ਜੀ, ਜ਼ਰੂਰ ਅਟੈਂਪਟ ਕਰੋ ਉਸ ਚੀਜ਼ ਨੂੰ। 6 ਡੇ ਵਾਰ ਹੋ ਗਈ ਜਿਹਦੇ ਅੰਡਰ ਇਜ਼ਰਾਈਲ ਨੇ ਈਸਟਰਨ ਜੈਰੂਸਲਮ ਫਰਮ ਜਾਰਡਨ ਕੈਪਚਰ ਕਰ ਲਿਆ। ਦੈਨ ਪੈਲਸਤੀਨੀਅਨ ਲੇਬਰ ਆਰਗੇਨਾਈਜੇਸ਼ਨ ਵਾਸ ਕ੍ਰੀਏਟਡ, ਤੇ 6 ਡੇਜ਼ ਵਾਰ ਦੇ ਬਾਅਦ 1960 ਦੇ ਵਿੱਚ ਹੀ PLO, ਜਿਹਨੂੰ ਆਪਾਂ PLO ਕਹਿੰਦੇ ਨੇ, ਪੈਲਸਤੀਨੀਅਨ ਲਿਬਰੇਸ਼ਨ ਆਰਗੇਨਾਈਜੇਸ਼ਨ, ਇੱਕ ਬਾਡੀ ਬਣ ਗਈ ਜਿਹੜੀ ਪੈਲਸਤੀਨ ਦੇ ਇੰਡੀਪੈਂਡੈਂਸ ਲਈ ਕਹਿ ਲਓ, ਉਸ ਨੂੰ ਜੋ ਟੈਰੀਟਰੀਜ਼ ਇਜ਼ਰਾਈਲ ਨੇ ਕੈਪਚਰ ਕਰ ਰਹੀਆਂ ਸੀ ਉਹਨਾਂ ਨੂੰ ਛਡਵਾਉਣ ਦੇ ਲਈ ਇੱਕ ਆਰਗੇਨਾਈਜੇਸ਼ਨ ਬਣਾਈ ਗਈ। ਠੀਕ ਹੈ ਜੀ, ਇਹਨਾਂ ਦੇ ਵਿੱਚੋਂ ਆਪਾਂ ਨੂੰ ਮੇਨ ਤੁਹਾਡੇ ਲਈ ਇੰਪੋਰਟੈਂਟ ਕੀ ਆ, 6 ਡੇ ਵਾਰ, ਫਸਟ ਅਰਬ ਇਜ਼ਰਾਈਲ ਵਾਰ, ਜਾਂ ਆਪਣੀ ਕਹਿ ਲਓ ਵਾਲਫੋਰ ਡੈਕਲੇਰੇਸ਼ਨ ਜਾਂ ਸਾਈਕਸ ਪੀਕੋਟ ਐਗਰੀਮੈਂਟ। ਇਹ ਕਿਉਂ ਇੰਪੋਰਟੈਂਟ ਨੇ, ਤੁਹਾਨੂੰ ਸਿੱਧੇ ਸਿੱਧੇ ਪੁੱਛੇ ਜਾ ਸਕਦੇ ਨੇ ਪ੍ਰੀਲਿਮਸ ਦੇ ਵਿੱਚ ਕਿ ਇਹ ਆਲ ਥੀਸ ਜਾਂ ਇਹਨਾਂ ਚੋਂ ਕੋਈ ਇੱਕ ਪੁੱਛਿਆ ਜਾ ਸਕਦਾ ਕਿ ਇਜ਼ ਰਿਲੇਟਡ ਟੂ ਵਿਚ ਆਫ ਦਾ ਫੋਲੋਇੰਗ। ਇਹ ਧਿਆਨ ਰੱਖਣਾ ਕਿ ਇਹ ਇਜ਼ਰਾਈਲ ਪੈਲਸਤੀਨ ਜੋ ਟੈਰੀਟੋਰੀਅਲ ਕੌਨਫਲਿਕਟ ਆ ਉਹਦੇ ਨਾਲ ਐਸੋਸੀਏਟਡ ਨੇ, ਉਹਦੇ ਨਾਲ ਰਿਲੇਟਡ ਨੇ। ਠੀਕ ਹੈ ਜੀ, ਇਹ ਤਾਂ ਹੋ ਗਿਆ ਆਪਾਂ ਜਿਵੇਂ ਕੌਨਫਲਿਕਟ ਕਿਵੇਂ ਸਟਾਰਟ ਹੋਇਆ ਉਹਦੀ ਹਿਸਟਰੀ ਬਾਰੇ ਪੜ੍ਹ ਲਿਆ ਆਪਾਂ, ਕੀ ਉਹਦੇ ਲਈ ਰੀਜ਼ਨ ਸੀਗੇ। ਹੁਣ ਆਪਾਂ ਜੇ ਗੱਲ ਕਰੀਏ ਕਰੰਟ ਪੋਜੀਸ਼ਨ ਦੀ, ਵੀ ਹੁਣ ਕਰੰਟ ਜੋ ਇਸ ਟਾਈਮ ਤੇ ਕਿਹੜੀ ਕੰਟਰੀ ਕਿਹੜੇ ਏਰੀਏ ਨੂੰ ਆਕਿਊਪਾਈ ਕਰ ਰਹੀ ਹੈ, ਜਾਂ ਕਿਹੜੇ ਏਰੀਆ ਦੇ ਉੱਪਰ ਕਿਹੜੀ ਕੰਟਰੀ ਜਾਂ ਕਿਹੜੀ ਪਾਵਰ ਰੂਲ ਕਰ ਰਹੀ ਹੈ। ਠੀਕ ਹੈ ਜੀ, ਹੁਣ ਆਪਾਂ ਉਹ ਕਰਾਂਗੇ। ਪਹਿਲਾਂ ਆਪਾਂ ਗੱਲ ਕਰੀਏ ਪੈਲਸਤੀਨ ਸਟੇਟ ਦੀ। ਜੋ ਪੈਲਸਤੀਨ ਸਟੇਟ ਆ ਉਹਨੂੰ ਕੌਣ ਰੂਲ ਕਰ ਰਿਹਾ? is the de jure sovereign state governed by Palestinian Liberation Organization, ਜੋ PLO ਬਣੀ ਆ। ਪੈਲਸਤੀਨ ਸਟੇਟ ਨੂੰ ਅੱਜ ਕੱਲ PLO ਜੋ ਪੈਲਸਤੀਨ ਲਿਬਰੇਸ਼ਨ ਆਰਗੇਨਾਈਜੇਸ਼ਨ ਆ ਲੇਟ 1960s ਦੇ ਵਿੱਚ ਇਹ ਬਣੀ ਸੀ, ਉਹ ਬੜੀ ਇਸ ਚੀਜ਼ ਨੂੰ ਗਵਰਨ ਕਰ ਰਹੀ ਹੈ। ਠੀਕ ਹੈ ਜੀ, ਐਡਮਿਨਿਸਟਰ ਕਰ ਰਹੀ ਹੈ ਪੈਲਸਤੀਨ ਨੂੰ। ਫਿਰ ਜਿਵੇਂ ਆਪਾਂ ਗੱਲ ਕੀਤੀ ਸੀ ਗਾਜ਼ਾ ਸਟ੍ਰਿਪ ਦੀ, ਗਾਜ਼ਾ ਸਟ੍ਰਿਪ ਇਜ਼ ਅੰਡਰ ਹਮਾਸ। ਹਮਾਸ ਵੀ ਧਿਆਨ ਰੱਖਿਓ ਇੰਪੋਰਟੈਂਟ ਆ, ਇਹ ਇੱਕ ਗਰੁੱਪ ਹੈ ਜੋ ਪੈਲਸਤੀਨੀਅਨ ਮਿਲੀਟੈਂਟ ਗਰੁੱਪ, ਪੈਲਸਤੀਨੀਅਨ ਲੋਕ ਨੇ ਜੋ ਉਹਨਾਂ ਨੇ ਇੱਕ ਰਲ ਕੇ ਇੱਕ ਗਰੁੱਪ ਬਣਾਇਆ, ਇੱਕ ਮਿਲੀਟੈਂਟ ਗਰੁੱਪ ਆ ਜੋ ਕਹਿ ਲਓ ਵੀ ਲੜਦਾ ਗਾ, ਹਥਿਆਰਬੰਦ ਗਰੁੱਪ ਆ ਇਹ। ਤੇ ਹਮਾਸ ਇਹ ਪ੍ਰੈਜ਼ੈਂਟ ਡੇ ਜੋ ਆਪਣਾ ਵੈਸਟ ਜੋ ਗਾਜ਼ਾ ਸਟ੍ਰਿਪ ਦਾ ਏਰੀਆ ਨਾ, ਇਹ ਗਾਜ਼ਾ ਸਟ੍ਰਿਪ ਨੂੰ ਗਵਰਨ ਕਰ ਰਿਹਾ, ਧਿਆਨ ਰੱਖਿਓ। ਦੈਨ ਨੈਕਸਟ ਇਜ਼ ਵੈਸਟ ਬੈਂਕ। ਵੈਸਟ ਬੈਂਕ ਦੇ ਵਿੱਚ 230 ਇਜ਼ਰਾਈਲੀ ਸੈਟਲਮੈਂਟਸ ਨੇ ਜੋ ਇਜ਼ਰਾਈਲ ਦੇ ਲਾਜ਼ ਨੂੰ ਫੋਲੋ ਉੱਥੇ ਇੰਪਲੀਮੈਂਟ ਕੀਤਾ ਜਾ ਰਿਹਾ, ਤੇ ਕੁਝ ਉੱਥੇ 165 ਦੇ ਅਰਾਊਂਡ ਪੈਲਸਤੀਨੀਅਨ ਆਈਲੈਂਡਸ ਨੇ ਜਿਨ੍ਹਾਂ ਨੂੰ ਜੋ ਪੈਲਸਤੀਨ ਆ, ਪੈਲਸਤੀਨ ਦੀ ਗਵਰਨਮੈਂਟ ਆ ਜਾਂ ਉੱਥੋਂ ਦੀ ਜੋ PLO ਆ ਉਹ ਐਡਮਿਨਿਸਟਰ ਕਰ ਰਹੀ ਆ। ਠੀਕ ਹੈ, ਜੇ ਆਪਾਂ ਗਾਜ਼ਾ ਸਟ੍ਰਿਪ ਤੇ ਉਹਦੀ ਗੱਲ ਕਰੀਏ ਵੈਸਟ ਬੈਂਕ ਦੀ, ਉਹ ਮੈਂ ਤੁਹਾਨੂੰ ਇੱਕ ਵਾਰੀ ਮੈਪ ਤੇ ਦੁਬਾਰਾ ਦਿਖਾ ਦੇਣਾ। ਆ ਦੇਖੋ, ਆ ਹੈ ਗਾਜ਼ਾ ਸਟ੍ਰਿਪ ਜੋ ਬਿਲਕੁਲ ਜੋ ਮੈਡੀਟੇਰੀਅਨ ਸੀ ਆ ਨਾ, ਇਹ ਸਾਰੀ ਮੈਡੀਟੇਰੀਅਨ ਸੀ ਆ ਜੋ ਬਲੂ ਵਾਲੀ ਆ, ਬਿਲਕੁਲ ਇਹਦੇ ਨਾਲ ਆ ਗਾਜ਼ਾ ਸਟ੍ਰਿਪ। ਠੀਕ ਹੈ ਜੀ, ਗਾਜ਼ਾ ਸਟ੍ਰਿਪ ਨੂੰ ਕੌਣ ਅੱਜ ਕੱਲ ਗਵਰਨ ਕਰ ਰਿਹਾ, ਐਡਮਿਨਿਸਟਰ ਕਰ ਰਿਹਾ? ਇਟ ਇਜ਼ ਗਵਰਨਡ ਬਾਏ ਹਮਾਸ। ਠੀਕ ਹੈ ਜੀ, ਹਮਾਸ ਜੋ ਇੱਕ ਪੈਲਸਤੀਨੀਅਨ ਮਿਲੀਟੈਂਟ ਗਰੁੱਪ ਆ। ਦੈਨ ਜੇ ਆਪਾਂ ਗੱਲ ਕਰੀਏ ਵੈਸਟ ਬੈਂਕ ਦੀ, ਆ ਰਿਹਾ ਵੈਸਟ ਬੈਂਕ। ਠੀਕ ਹੈ ਜੀ, ਇਸ ਏਰੀਆ ਨੂੰ ਕੌਣ ਕਰ ਰਿਹਾ? ਵੈਸਟ ਬੈਂਕ ਨੂੰ ਕਰ ਰਿਹਾ
ਸਾਡਾ ਇਹਦੇ ਵਿੱਚ ਕੁਝ ਡਿਵਾਈਡਡ ਟੈਰੀਟਰੀਜ਼ ਨੇ, ਕੁਝ ਇਜ਼ਰਾਈਲ ਦੇ ਅੰਡਰ ਨੇ ਤੇ ਕੁਝ ਪੈਲਸਤੀਨ ਦੇ ਅੰਡਰ ਨੇ, ਠੀਕ ਹੈ ਜੀ। ਵੈਸਟ ਬੈਂਕ ਦੋਨਾਂ ਦੇ ਵਿੱਚ ਡਿਵਾਈਡਡ ਹੈ ਤੇ ਗਾਜ਼ਾ ਸਟ੍ਰਿਪ ਇਜ਼ ਅੰਡਰ ਹਮਾਸ। ਦੈਨ ਆਪਣੇ ਕੋਲ ਇੱਕ ਹੋਰ ਹੈ, ਦੈਟ ਇਜ਼ ਗੋਲਾਨ ਹਾਈਟਸ। ਜਿਵੇਂ ਮੈਂ ਤੁਹਾਨੂੰ ਪਹਿਲਾਂ ਦੱਸਿਆ ਸੀ, ਉਹ ਉੱਪਰ ਹੈ ਥੋੜਾ, ਹਾਂਜੀ ਆ ਰਿਹਾ ਗੋਲਾਨ ਹਾਈਟਸ। ਗੋਲਾਨ ਹਾਈਟਸ ਨੂੰ ਕੌਣ ਕਰ ਰਿਹਾ? ਇਜ਼ਰਾਈਲੀ ਆਕੂਪੇਸ਼ਨ। ਇਹ ਵੀ ਮੇਨਲੀ ਇਜ਼ਰਾਈਲ ਦੇ ਅੰਡਰ ਹੀ ਹੈ। ਵੈਸਟਰਨ 2/3 ਅੰਡਰ ਇਜ਼ਰਾਈਲ ਸਿੰਸ 1967। 1967 ਦੇ ਵਿੱਚ 6 ਡੇ ਵਾਰ ਹੋਈ ਹੈ। ਸਿੰਸ ਦੈਨ ਗੋਲਾਨ ਹਾਈਟਸ ਦਾ ਜੋ ਵੈਸਟਰਨ ਪਾਰਟ ਆ ਉਹ ਅੰਡਰ ਹੈਗਾ ਇਜ਼ਰਾਈਲ, ਤੇ ਜੋ ਰਿਮੇਨਿੰਗ 1/3 ਏਰੀਆ ਰਹਿ ਗਿਆ ਉਹ ਹੈਗਾ ਸੀਰੀਆ ਦੇ ਅੰਡਰ, ਠੀਕ ਹੈ ਜੀ। ਧਿਆਨ ਚ ਰੱਖਿਓ ਇਹ ਤੁਹਾਨੂੰ ਸਿੱਧਾ ਸਿੱਧਾ ਪੁੱਛਿਆ ਜਾਂਦਾ ਕਿ ਗੋਲਾਨ ਹਾਈਟਸ, ਵੈਸਟ ਬੈਂਕ, ਗਾਜ਼ਾ ਸਟ੍ਰਿਪ ਇਹ ਕਿਹੜੇ ਏਰੀਆ 'ਚ ਨੇ ਜਾਂ ਕਿਹੜੇ ਕਨਫਲਿਕਟ ਦੇ ਨਾਲ ਇਹ ਰਿਲੇਟਡ ਨੇ। ਇਹਨਾਂ ਦਾ ਏਰੀਆ ਹੈਗਾ ਮਿਡਲ ਈਸਟ ਜਾਂ ਆਪਾਂ ਏਸ਼ੀਅਨ ਕੰਟੀਨੈਂਟ ਦਾ ਪਾਰਟ ਜਿਹਨੂੰ ਕਹਿੰਦੇ ਆ, ਪਲੱਸ ਇਹ ਕਨਫਲਿਕਟ ਹੈਗਾ ਇਜ਼ਰਾਈਲ ਪੈਲਸਤੀਨ। ਤੇ ਹੁਣ ਆਪਾਂ ਗੱਲ ਕਰੀਏ ਜੇਰੂਸਲਮ ਇੰਪੋਰਟੈਂਟ ਕਿਉਂ ਹੈ ਨਾ। ਜਦੋਂ ਆਪਾਂ ਗੱਲ ਕਰਦੇ ਨਾ ਜੇਰੂਸਲਮ ਦੀ, ਉਹਦੇ ਲਈ ਕਿਉਂ ਇੰਨੀਆਂ ਲੜਾਈਆਂ ਕਿਉਂ ਹੋ ਰਹੀਆਂ ਨੇ, ਕੀ ਹੈ ਇਹੋ ਜਿਹਾ ਜੇਰੂਸਲਮ ਦੇ ਵਿੱਚ ਕਿ ਇਜ਼ਰਾਈਲ ਚਾਹੁੰਦਾ ਮੇਰੇ 'ਚ ਆ ਜਾਏ, ਪੈਲਸਤੀਨ ਚਾਹੁੰਦਾ ਮੇਰੇ 'ਚ ਆ ਜਾਏ, ਤੇ ਜਾਰਡਨ ਨੇ ਵੀ ਉਹਨੂੰ ਥੋੜੇ ਟਾਈਮ ਲਈ ਐਨੈਕਸ ਕਰ ਲਿਆ ਸੀ। ਕੀ ਰੀਜ਼ਨ ਹੈ? ਯੂਜ਼ ਦੇ ਲਈ ਜੇ ਆਪਾਂ ਗੱਲ ਕਰੀਏ ਇਜ਼ਰਾਈਲ, ਉਹਨਾਂ ਦੇ ਲਈ ਨਾ ਉੱਥੇ ਉਹਨਾਂ ਦਾ ਇੱਕ ਰਿਲੀਜੀਅਸ ਇੱਕ ਪਲੇਸ ਆ ਜਿਹਨੂੰ ਕਹਿੰਦੇ ਨੇ ਵੈਸਟਰਨ ਵਾਲ। ਇਹ ਇਹਨਾਂ ਦੇ ਲਈ ਕਾਫੀ ਇੱਕ ਸੇਕਰਡ ਪਲੇਸ ਆ, ਇਹ ਜੇਰੂਸਲਮ ਦੇ ਵਿੱਚ ਲੋਕੇਟਡ ਆ, ਠੀਕ ਹੈ ਜੀ। ਕੀ ਹੈ ਇਹਦਾ ਨਾਮ? ਵੈਸਟਰਨ ਵਾਲ। ਵੈਸਟਰਨ ਵਾਲ ਹੈ ਜੀ ਇਹ। ਦੈਨ ਜੇ ਆਪਾਂ ਗੱਲ ਕਰੀਏ ਨੈਕਸਟ ਫॉर ਕ੍ਰਿਸਚੀਅਨਸ ਦੇ ਲਈ ਉੱਥੇ ਇੱਕ ਚਰਚ ਆ, ਚਰਚ ਆਫ ਹੋਲੀ ਸਪੈਲਚਰ, ਠੀਕ ਹੈ ਜੀ। ਆਹ ਚਰਚ ਹੈ, ਜਿਵੇਂ ਚਰਚ ਦੀ ਇੱਥੇ ਤੁਹਾਨੂੰ ਇਮੇਜ ਦਿੱਤੀ ਹੈ। ਈਸਾਈਆਂ ਲਈ ਚਰਚ ਆਫ ਹੋਲੀ ਸਪੈਲਚਰ, ਇਹਦੇ ਲਈ ਕ੍ਰਿਸਚੀਅਨਸ ਇਸ ਚੀਜ਼ ਨੂੰ ਡਿਮਾਂਡ ਕੰਟੈਸਟ ਕਰ ਰਹੇ ਨੇ। ਦੈਨ ਇਸਲਾਮ, ਜੋ ਅਰਬ ਕੰਟਰੀਜ਼ ਨੇ ਉਹਨਾਂ ਲਈ ਉੱਥੇ ਇੱਕ ਮੌਸਕ ਲੋਕੇਟਡ ਹੈ, ਅਲ ਅਕਸਾ ਮੌਸਕ। ਇਹ ਤਿੰਨੋਂ ਚੀਜ਼ਾਂ ਵੀ ਤੁਹਾਨੂੰ ਪ੍ਰੀਚ ਪੁੱਛੀਆਂ ਜਾ ਸਕਦੀਆਂ ਨੇ ਕਿ ਅਲ ਅਕਸਾ ਮੌਸਕ ਤੇ ਦ ਹੋਲੀ ਚਰਚ ਆਫ ਦ ਸੈਪਲਚਰ, ਠੀਕ ਹੈ ਜੀ। ਦੈਨ ਉਹਨਾਂ ਦੀ ਜੋ ਉੱਥੇ ਵੈਸਟਰਨ ਵਾਲ ਹੈ, ਵੈਸਟਰਨ ਵਾਲ ਇਹ ਕਿੱਥੇ ਲੋਕੇਟਡ ਨੇ? ਆਲ 3 ਆਰ ਲੋਕੇਟਡ ਇਨ ਜੇਰੂਸਲਮ, ਠੀਕ ਹੈ ਜੀ। ਬਹੁਤ ਇੰਪੋਰਟੈਂਟ ਆ, ਧਿਆਨ ਰੱਖਿਓ। ਦੈਨ ਜਦੋਂ ਵੀ ਕੋਈ ਕਨਫਲਿਕਟ ਹੁੰਦਾ ਆਪਾਂ ਨੂੰ ਪਤਾ ਕਿ ਉਹਨੂੰ ਸੋਲਵ ਕਰਨ ਦੇ ਲਈ, ਉਹਦੇ ਰੈਜ਼ੋਲੂਸ਼ਨ ਦੇ ਲਈ ਕੁਛ ਨਾ ਕੁਛ ਕਾਨਫਰੰਸਿਸ, ਕੁਛ ਨਾ ਕੁਛ ਇੰਟਰਨੈਸ਼ਨਲ ਮੀਟਿੰਗਸ ਵੀ ਹੁੰਦੀਆਂ ਨੇ। ਜਾਂ ਸਾਡਾ ਕਹ ਲਓ ਯੂਨਾਈਟਿਡ ਨੇਸ਼ਨ ਇੱਕ ਬੋਡੀ ਆ, ਉਹਦਾ ਵੀ ਕੁਛ ਜ਼ਿੰਮੇਵਾਰੀਆਂ ਨੇ, ਕੁਛ ਰੋਲ ਆ, ਉਹਨਾਂ ਦੀ ਰਿਸਪੌਂਸਿਬਿਲਿਟੀਜ਼ ਨੇ ਇਹਨਾਂ ਚੀਜ਼ਾਂ ਨੂੰ, ਇੱਦਾਂ ਦੇ ਕਨਫਲਿਕਟਸ ਨੂੰ ਸੋਲਵ ਕਰਨ ਦੇ ਲਈ। ਤੇ ਜਿਵੇਂ ਆਪਾਂ ਗੱਲ ਕਰੀਏ ਇਜ਼ਰਾਈਲ ਪੈਲਸਤੀਨ ਇਸ਼ੂ, ਉਹਦੇ ਰਿਗਾਰਡਿੰਗ ਵੀ ਕੁਛ ਨਾ ਕੁਛ ਇੰਪੋਰਟੈਂਟ ਕਾਨਫਰੰਸਿਸ ਨੇ ਜਿਹੜੀਆਂ ਸਾਨੂੰ ਧਿਆਨ 'ਚ ਰੱਖਣੀਆਂ ਪੈਣੀਆਂ। ਸਾਨੂੰ ਮੇਨਸ ਲਈ ਵੀ ਉਹ ਅਸੀਂ ਕਹਿ ਲਓ ਜਦੋਂ ਮੇਨਸ ਦੇ ਜੇ ਇਹਨਾਂ ਬਾਰੇ ਮੇਨਸ ਦੇ ਵਿੱਚ ਕੁਐਸਚਨ ਆਉਂਦਾ ਤਾਂ ਉਸ ਆਨਸਰ ਰਾਈਟਿੰਗ ਦੇ ਵਿੱਚ ਵੀ ਸਾਨੂੰ ਇਹਨਾਂ ਦਾ ਜ਼ਿਕਰ ਕਰਨਾ ਪੈਣਾ, ਪਲੱਸ ਪ੍ਰੀ ਦੇ ਵਿੱਚ ਵੀ ਪੁੱਛੀਆਂ ਜਾ ਸਕਦੀਆਂ ਨੇ। ਮੈਡਰਿਡ ਪੀਸ ਕਾਨਫਰੰਸ 1991 ਵੈਰੀ ਇੰਪੋਰਟੈਂਟ। ਇੰਪੋਰਟੈਂਟ ਕਿਉਂ ਆ ਜੀ ਇਹ? ਬਿਕੋਜ਼ ਮੈਡਰਿਡ ਪੀਸ ਕਾਨਫਰੰਸ ਜੋ ਹੋਈ ਆ 1991 ਦੇ ਵਿੱਚ, ਉਹਦੇ ਅੰਡਰ 2 ਸਟੇਟ ਸੋਲਿਊਸ਼ਨ ਪ੍ਰਪੋਜ਼ ਕੀਤਾ ਗਿਆ ਸੀ। ਵੈਰੀ ਇੰਪੋਰਟੈਂਟ। ਸਿੱਧਾ ਪੁੱਛਿਆ ਜਾ ਸਕਦਾ ਕਿ 2 ਸਟੇਟ ਸੋਲਿਊਸ਼ਨ ਇਜ਼ ਐਸੋਸੀਏਟਡ ਵਿਦ ਵਿਚ ਕਨਫਲਿਕਟ। ਕਿਹੜੇ ਕਨਫਲਿਕਟ ਨਾਲ ਐਸੋਸੀਏਟਡ ਹੈ ਜੀ ਇਹ ਹੈਗਾ ਇਜ਼ਰਾਈਲ ਪੈਲਸਤੀਨ ਦੇ ਕਨਫਲਿਕਟ ਦੇ ਨਾਲ। ਯਾਦ ਰੱਖਿਓ 2 ਸਟੇਟ ਸੋਲਿਊਸ਼ਨ ਜੋ ਫਸਟ ਟਾਈਮ ਮੈਡਰਿਡ ਪੀਸ ਕਾਨਫਰੰਸ 1991 ਉਹਦੇ ਅੰਡਰ ਪ੍ਰਪੋਜ਼ ਕੀਤਾ ਗਿਆ ਸੀ। ਇਟ ਵਾਜ਼ ਐਗਰੀਡ ਅਪਨ ਦੈਟ ਪ੍ਰਪੋਜ਼ਡ for an independent state of Palestine alongside the state of Israel, ਠੀਕ ਹੈ ਜੀ। ਮਤਲਬ ਜੋ ਵੈਸਟ ਆਫ ਜਾਰਡਨ ਰਿਵਰ ਆ, ਜਾਰਡਨ ਰਿਵਰ ਦਾ ਜੋ ਵੈਸਟ ਵਾਲਾ ਏਰੀਆ, ਉੱਥੇ ਆਪਾਂ ਸਟੇਟ ਬਣਾਵਾਂਗੇ ਪੈਲਸਤੀਨ ਦੀ ਤੇ ਦੂਸਰੇ ਪਾਸੇ ਇਜ਼ਰਾਈਲ। ਇਹ ਆ 2 ਸਟੇਟ ਸੋਲਿਊਸ਼ਨ। ਮਤਲਬ ਇਜ਼ਰਾਈਲ ਤੇ ਪੈਲਸਤੀਨ ਦੋਨੋਂ ਇੱਕ ਇੰਡੀਪੈਂਡੈਂਟ ਸਟੇਟਸ ਦੇ ਫਾਰਮ ਦੇ ਵਿੱਚ ਕ੍ਰੀਏਟ ਕਰਨਾ, ਇਹ ਹੈ 2 ਸਟੇਟ ਸੋਲਿਊਸ਼ਨ। ਇਹ ਸੋਲਿਊਸ਼ਨ ਕਦੋਂ ਆਇਆ? ਇਹ ਸੋਲਿਊਸ਼ਨ ਆਇਆ ਅੰਡਰ ਮੈਡਰਿਡ ਪੀਸ ਕਾਨਫਰੰਸ, ਠੀਕ ਹੈ ਜੀ। Next, later this 2-state solution was backed by United Nations as well, but has not been fructified yet. ਮੈਡਰਿਡ ਪੀਸ ਕਾਨਫਰੰਸ 1991 ਦੇ ਵਿੱਚ ਇਹ ਪ੍ਰਪੋਜ਼ ਕੀਤਾ ਗਿਆ। ਉਸ ਤੋਂ ਬਾਅਦ ਯੂਨਾਈਟਿਡ ਨੇਸ਼ਨ ਨੇ ਵੀ ਇਸ ਚੀਜ਼ ਨੂੰ ਸਪੋਰਟ ਕੀਤਾ ਕਿ ਹਾਂ 2 ਸਟੇਟ ਸੋਲਿਊਸ਼ਨ ਅਸੀਂ ਇੰਪਲੀਮੈਂਟ ਕਰਾਂਗੇ, ਬਟ ਹਲੇ ਤੱਕ ਇਸ ਚੀਜ਼ ਨੂੰ ਕਹਿ ਲਓ, ਇਸ ਇਨੀਸ਼ੀਏਟਿਵ ਨੂੰ, ਇਸ ਪ੍ਰਪੋਜ਼ਲ ਨੂੰ ਜੋ ਕਹਿ ਲਓ ਵੀ ਇੰਪਲੀਮੈਂਟ ਨਹੀਂ ਕੀਤਾ ਗਿਆ, ਠੀਕ ਹੈ। ਜਿਹਦੇ ਕੋਈ ਇਹਨੂੰ ਫਰਕਟੀਫਿਕੇਸ਼ਨ ਜਿਵੇਂ ਆਪਾਂ ਕਹਿੰਦੇ ਕੋਈ ਇਹਦਾ ਫਲ ਹਲੇ ਨਹੀਂ ਮਿਲਿਆ। ਕਨਫਲਿਕਟ ਉਵੇਂ ਦਾ ਉਵੇਂ ਚੱਲ ਰਿਹਾ, ਠੀਕ ਹੈ ਜੀ। ਦੈਨ 2012 ਦੇ ਵਿੱਚ ਯੂਨਾਈਟਿਡ ਨੇਸ਼ਨ ਜਨਰਲ ਅਸੈਂਬਲੀ ਆ, ਜੋ ਯੂਨਾਈਟਿਡ ਨੇਸ਼ਨ ਦਾ ਇੱਕ ਮੇਨ ਆਰਗਨ ਹੈ, ਯੂਨਾਈਟਿਡ ਨੇਸ਼ਨ ਜਨਰਲ ਅਸੈਂਬਲੀ, ਉਹਨਾਂ ਨੇ
ਪੈਲਸਤੀਨ ਨੂੰ ਐਜ਼ ਅ ਨਾਨ ਸਟੇਟ ਆਬਜ਼ਰਵਰ ਮੈਂਬਰ ਦਾ ਉਹਨਾਂ ਨੂੰ ਸਟੇਟਸ ਦਿੱਤਾ ਸੀ, ਠੀਕ ਹੈ ਜੀ, ਵੈਰੀ ਇੰਪੋਰਟੈਂਟ। ਅਡੋਪਟਡ ਅ ਰੈਜ਼ੋਲੂਸ਼ਨ ਗ੍ਰਾਂਟਿੰਗ ਪੈਲਸਤੀਨ ਦਾ ਸਟੇਟਸ ਆਫ ਨਾਨ ਮੈਂਬਰ ਆਬਜ਼ਰਵਰ ਸਟੇਟ, ਮਤਲਬ ਕਿ ਪੈਲਸਤੀਨ ਨੂੰ ਐਜ਼ ਅ ਯੂਨਾਈਟਿਡ ਨੇਸ਼ਨ ਦਾ ਮੈਂਬਰ ਨਹੀਂ ਉਹਨਾਂ ਨੇ ਐਕਸੈਪਟ ਕੀਤਾ, ਉਸ ਨੂੰ ਐਜ਼ ਅ ਨਾਨ ਮੈਂਬਰ ਆਬਜ਼ਰਵਰ ਸਟੇਟਸ ਦਿੱਤਾ ਸੀ ਵੀ ਉਹ ਇੱਕ ਫੁੱਲ ਟਾਈਮ ਮੈਂਬਰ ਨਹੀਂ ਹੈ, UNGA ਦਾ ਆਬਜ਼ਰਵਰ ਮੈਂਬਰ ਬਣੂਗਾ, ਆਬਜ਼ਰਵਰ ਸਟੇਟਸ ਉਹਨੂੰ ਦਿੱਤਾ ਸੀ ਐਜ਼ ਅ ਨਾਨ ਮੈਂਬਰ, ਨਾ ਹੀ ਤਾਂ ਉਹਨੂੰ ਮੈਂਬਰ ਬਣਾਇਆ, ਫੁੱਲ ਟਾਈਮ ਮੈਂਬਰ ਨਹੀਂ ਬਣਾਇਆ, ਬਟ ਆਬਜ਼ਰਵਰ ਸਟੇਟਸ ਦਿੱਤਾ 2012 ਦੇ ਵਿੱਚ। ਦੈਨ 2018 ਦੇ ਵਿੱਚ ਜੋ ਉਸ ਟਾਈਮ ਤੇ US ਦਾ ਪ੍ਰੈਜ਼ੀਡੈਂਟ ਸੀ ਡੋਨਾਲਡ ਟਰੰਪ, ਉਹਨਾਂ ਨੇ ਰੈਕੋਗਨਾਈਜ਼ ਕਰਤਾ ਜੈਰੂਸਲਮ ਨੂੰ ਐਜ਼ ਅ ਇਜ਼ਰਾਈਲਸ ਡੀ ਫੈਕਟੋ ਕੈਪੀਟਲ, ਕਹਿੰਦੇ ਵੀ ਇਹ ਇਜ਼ਰਾਈਲ ਦੀ ਰਾਜਧਾਨੀ ਉਹਨਾਂ ਨੂੰ ਘੋਸ਼ਿਤ ਕਰਤਾ, ਉਸ ਨੂੰ ਐਕਸੈਪਟ ਕਰ ਲਿਆ ਸੀ, ਉਹ ਅਪਰੂਵ ਕਰਤਾ ਸੀ। ਉਹਦੇ ਕਰਕੇ ਫਿਰ ਕਨਫਲਿਕਟਸ ਹੋਏ ਬਿਕੋਜ਼ ਯੂਨਾਈਟਿਡ ਨੇਸ਼ਨ ਦੇ ਅਕੋਰਡਿੰਗ ਜੇ ਆਪਾਂ ਗੱਲ ਕਰੀਏ ਤਾਂ ਯਰੂਸ਼ਲਮ ਇਜ਼ਰਾਈਲ ਦੀ ਕੈਪੀਟਲ ਨਹੀਂ ਬਣ ਸਕਦਾ, ਕਿਉਂਕਿ ਉਹਨਾਂ ਨੇ ਪਹਿਲਾਂ ਜੋ ਪ੍ਰਪੋਜ਼ਲ ਲਿਆਂਦਾ ਸੀ, ਪਹਿਲਾਂ ਆਪਾਂ ਜਦੋਂ ਇਜ਼ਰਾਈਲ ਸਟੇਟ ਬਣੀ ਆ ਉਸ ਟਾਈਮ ਤੇ ਉਹਨੂੰ ਐਜ਼ ਅ ਇੰਡੀਪੈਂਡੈਂਟ ਸਿਟੀ ਦੀ ਗੱਲ ਕੀਤੀ ਗਈ ਸੀ, ਤੇ ਬਟ ਜੋ US ਨੇ ਜਦੋਂ ਉਸ ਚੀਜ਼ ਨੂੰ ਰੈਕੋਗਨਾਈਜ਼ ਕਰਤਾ ਤਾਂ ਉਹਦੇ ਲਈ ਵੀ ਕਾਫੀ ਕਹਿ ਲਓ ਵੀ ਉਸ ਚੀਜ਼ ਦਾ ਕ੍ਰਿਟਿਸਿਜ਼ਮ ਹੋਇਆ ਸੀ, ਠੀਕ ਹੈ। ਦੈਨ ਇੰਡੀਆ ਦੀ ਗੱਲ ਕਰੀਏ, ਕਿਉਂਕਿ ਇੰਡੀਆ ਦੇ ਲਈ ਵੀ ਇਹ ਚੀਜ਼ ਇੰਪੋਰਟੈਂਟ ਆ ਵੀ ਇੰਡੀਆ ਦਾ ਉਸ ਚੀਜ਼ ਤੇ ਉਸ ਇਸ਼ੂ ਤੇ ਕੀ ਸਟੈਂਡ ਹੈ, ਠੀਕ ਹੈ ਜੀ। ਇੰਡੀਆ ਦਾ ਸਟੈਂਡ ਕਿ ਇੰਡੀਆ ਵਾਜ਼ ਦਾ ਫਸਟ ਕੰਟਰੀ ਟੂ ਰੈਕੋਗਨਾਈਜ਼ ਸਟੇਟ ਆਫ ਪੈਲਸਤੀਨ ਇਨ 1988, 1988 ਦੇ ਵਿੱਚ ਕੋਈ ਵੀ ਇੰਟਰਨੈਸ਼ਨਲ ਲੈਵਲ ਤੇ ਜੇ ਕਿਸੇ ਕੰਟਰੀ ਨੇ ਪੈਲਸਤੀਨ ਨੂੰ ਐਜ਼ ਅ ਸਟੇਟ ਐਜ਼ ਅ ਕੰਟਰੀ ਰੈਕੋਗਨਾਈਜ਼ ਕੀਤਾ ਸੀ ਤਾਂ ਉਹ ਇੰਡੀਆ ਸੀ, ਠੀਕ ਹੈ ਜੀ। ਬਟ ਓਵਰ ਦਾ ਪੀਰੀਅਡ ਹੁਣ ਸਾਡਾ ਜੋ ਸਟਾਂਸ ਹੈ ਉਹ ਸਟਾਂਸ ਚੇਂਜ ਨਹੀਂ ਹੋਇਆ ਮੰਨ ਸਕਦੇ, ਬਟ ਹੁਣ ਸਾਡੇ ਜੋ ਰਿਲੇਸ਼ਨਸ ਨੇ ਉਹ ਇਜ਼ਰਾਈਲ ਦੇ ਨਾਲ ਵੀ ਕਾਫੀ ਇੰਪਰੂਵ ਹੋ ਰਹੇ ਨੇ, ਸਾਡੇ ਬਾਇਲੇਟਰਲ ਰਿਲੇਸ਼ਨਸ ਨੇ। ਰੀਸੈਂਟਲੀ ਪ੍ਰਾਈਮ ਮਿਨਿਸਟਰ ਮੋਦੀ ਇਜ਼ਰਾਈਲ ਵਿਜ਼ਿਟ ਕਰਕੇ ਆਏ ਨੇ, ਥੋੜਾ ਟਾਈਮ ਪਹਿਲਾਂ ਇਜ਼ਰਾਈਲ ਦਾ ਜੋ ਪ੍ਰੈਜ਼ੀਡੈਂਟ ਉਹਨਾਂ ਦੇ PM ਸੀ ਉਹ ਵੀ ਇੰਡੀਆ ਜਾ ਕੇ ਗਏ ਸੀ, ਸੋ ਉਹਨਾਂ ਨਾਲ ਸਾਡੇ ਬਾਇਲੇਟਰਲ ਰਿਲੇਸ਼ਨਸ ਕਾਫੀ ਇੰਪਰੂਵ ਹੋ ਰਹੇ ਨੇ। ਬਟ ਦੈਟ ਡਜ਼ਨਟ ਮੀਨ ਕਿ ਹੁਣ ਅਸੀਂ ਪੈਲਸਤੀਨ ਦਾ ਜੋ ਸਾਈਡ ਲੈਣੀ ਛੱਡਤੀ, ਨਹੀਂ ਜੀ। ਪੈਲਸਤੀਨ ਇਹਦੇ ਲਈ ਹੁਣ ਅਸੀਂ ਕੀ ਕਰ ਰਹੇ ਹਾਂ, ਹੁਣ ਇੱਕ ਡੀ-ਹਾਈਫਨੇਟਡ ਪਾਲਿਸੀ ਇੰਡੀਆ ਨੇ, ਇੰਡੀਆ 2 ਸਟੇਟ ਰੈਜ਼ੋਲੂਸ਼ਨ ਨੂੰ ਵੀ ਸਪੋਰਟ ਕਰਦਾ ਕਿ ਦੋਨੋਂ ਇੰਡੀਪੈਂਡੈਂਟ ਸਟੇਟਸ ਬਣਨੀਆਂ ਚਾਹੀਦੀਆਂ ਨੇ। ਨਾਓ ਇੰਡੀਆ ਸਪੋਰਟਸ 2 ਸਟੇਟ ਸੋਲਿਊਸ਼ਨ, ਜੋ 2 ਸਟੇਟ ਸੋਲਿਊਸ਼ਨ ਉਹਨੂੰ ਵੀ ਅਸੀਂ ਸਪੋਰਟ ਕਰਦੇ ਹਾਂ, ਪਲੱਸ ਇੰਡੀਆ ਪ੍ਰੈਕਟਿਸ ਕਰ ਰਿਹਾ ਡੀ-ਹਾਈਫਨੇਟਡ ਪਾਲਿਸੀ। ਡੀ-ਹਾਈਫਨੇਟਡ ਦਾ ਮਤਲਬ ਕੀ ਹੈ ਵੀ ਇਜ਼ਰਾਈਲ ਤੇ ਪੈਲਸਤੀਨ ਦੋਨਾਂ ਦੇ ਨਾਲ ਸਾਡੇ ਰਿਲੇਸ਼ਨਸ ਇੰਡੀਪੈਂਡੈਂਟ ਨੇ, ਇੱਕ ਦੇ ਨਾਲ ਸਾਡੇ ਕੀ ਰਿਲੇਸ਼ਨ ਨੇ। ਜੇ ਅਸੀਂ ਇਜ਼ਰਾਈਲ ਦੇ ਕਲੋਜ਼ ਜਾ ਰਹੇ ਹਾਂ ਦੈਟ ਡਜ਼ਨਟ ਮੀਨ ਕਿ ਅਸੀਂ ਪੈਲਸਤੀਨ ਨੂੰ ਛੱਡ ਰਹੇ ਹਾਂ, ਠੀਕ ਹੈ ਜੀ। ਸਾਡੇ ਰਿਲੇਸ਼ਨ ਦੋਨਾਂ ਦੇ ਨਾਲ ਨੇ, ਇਜ਼ਰਾਈਲ ਦੇ ਨਾਲ ਵੀ ਪੈਲਸਤੀਨ ਦੇ ਨਾਲ ਵੀ ਬਾਇਲੇਟਰਲ ਰਿਲੇਸ਼ਨਸ ਨੇ, ਤੇ ਦੋਨੋਂ ਇੱਕ ਦੂਸਰੇ ਦੇ ਨਾਲ ਜੋ ਸਾਡੇ ਰਿਲੇਸ਼ਨ ਨੇ ਉਹਨਾਂ ਤੋਂ ਇੰਡੀਪੈਂਡੈਂਟ ਨੇ। ਮਤਲਬ ਸਾਡੇ ਜੋ ਇਜ਼ਰਾਈਲ ਦੇ ਨਾਲ ਰਿਲੇਸ਼ਨਸ ਨੇ ਉਹ ਇਹ ਡਿਟਰਮਾਈਨ ਨਹੀਂ ਕਰਨਗੇ ਕਿ ਸਾਡੇ ਪੈਲਸਤੀਨ ਨਾਲ ਰਿਲੇਸ਼ਨ ਕਿਹੋ ਜਿਹੇ ਹੋਣਗੇ, ਜਾਂ ਸਾਡੇ ਜੋ ਰਿਲੇਸ਼ਨ ਪੈਲਸਤੀਨ ਨਾਲ ਨੇ ਉਹ ਰਿਲੇਸ਼ਨਸ ਉਹ ਸੰਬੰਧ ਇਹ ਡਿਸਾਈਡ ਨਹੀਂ ਕਰਨਗੇ ਕਿ ਸਾਡੇ ਰਿਲੇਸ਼ਨਸ ਇਜ਼ਰਾਈਲ ਨਾਲ ਕਿਹੋ ਜਿਹੇ ਹੋਣਗੇ। ਦੈਟ ਇਜ਼ ਵਾਟ ਡੀ-ਹਾਈਫਨੇਟਡ ਪਾਲਿਸੀ ਇਜ਼, ਠੀਕ ਹੈ ਜੀ। ਧਿਆਨ 'ਚ ਰੱਖਿਓ, ਡੀ-ਹਾਈਫਨੇਟਡ ਪਾਲਿਸੀ ਅਸੀਂ ਫੋਲੋ ਪ੍ਰੈਕਟਿਸ ਕਰ ਰਹੇ ਹਾਂ ਵਿਦ ਰਿਸਪੈਕਟ ਟੂ ਇਜ਼ਰਾਈਲ ਐਂਡ ਪੈਲਸਤੀਨ। ਇਹ ਸਾਰਾ ਸੀਗਾ ਜੀ ਇਜ਼ਰਾਈਲ ਪੈਲਸਤੀਨ ਕਨਫਲਿਕਟ ਦੇ ਉੱਪਰ। ਕਾਫੀ ਇਹ ਥੋੜਾ ਜਿਹਾ ਲੰਮਾ ਟੌਪਿਕ ਆ, ਸਾਡੇ ਲਈ ਰੈਲੇਵੈਂਟ ਵੀ ਆ ਤੇ ਪੇਪਰ 'ਚ ਪੁੱਛਿਆ ਵੀ ਅਕਸਰ ਜਾਂਦਾ, ਠੀਕ ਹੈ ਜੀ। ਤਾਂ ਇਹਨੂੰ ਆਪਾਂ ਥੋੜਾ ਡਿਟੇਲ 'ਚ ਤੁਹਾਡੇ ਲਈ ਡਿਸਕਸ ਕੀਤਾ, ਤੇ ਤੁਸੀਂ ਵੀ ਇਸ ਚੀਜ਼ ਨੂੰ ਧਿਆਨ ਨਾਲ ਜੋ ਫੈਕਟਸ ਨੇ ਇਹਦੇ ਵਿੱਚ ਜੋ ਮੈਂ ਤੁਹਾਨੂੰ ਦੱਸਿਆ ਅੰਡਰਲਾਈਨ ਕੀਤੇ, ਜਾਂ ਜੋ ਡੈਕਲੇਰੇਸ਼ਨਸ ਹੋਈਆਂ, ਜੋ ਕਾਨਫਰੰਸਿਸ ਹੋਈਆਂ, ਜੋ ਕੁਝ ਇੰਪੋਰਟੈਂਟ ਜਿਓਗ੍ਰਾਫੀਕਲ ਲੋਕੇਸ਼ਨਸ ਨੇ ਜਿਨ੍ਹਾਂ ਦੇ ਲਈ ਲੜਾਈ ਹੋ ਰਹੀ ਆ, ਉਹ ਸਾਰੀਆਂ ਚੀਜ਼ਾਂ ਧਿਆਨ 'ਚ ਰੱਖਿਓ। ਤੇ ਨੈਕਸਟ ਜੋ ਇੰਪੋਰਟੈਂਟ ਟੌਪਿਕ ਹੈ ਜੀ ਦੈਟ ਇਜ਼ ਗਿਗ ਇਕੋਨਮੀ। ਗਿਗ ਇਕੋਨਮੀ ਬਹੁਤ ਇੰਪੋਰਟੈਂਟ ਆ ਅੱਜ ਕੱਲ੍ਹ, ਜਿਵੇਂ ਆਪਾਂ ਜੇ ਹੁਣ ਪ੍ਰੈਜ਼ੈਂਟ ਡੇ ਦੀ ਗੱਲ ਕਰੀਏ ਤਾਂ ਇਹ ਬਹੁਤ ਰੈਲੇਵੈਂਟ ਹੋ ਰਹੀ ਆ ਆਲ ਓਵਰ ਦਾ ਵਰਲਡ। ਸਾਡੇ ਇੰਡੀਆ ਦੇ ਵਿੱਚ ਹੀ ਨਹੀਂ, ਆਲ ਓਵਰ ਦਾ ਵਰਲਡ ਗਿਗ ਇਕੋਨਮੀ ਬਹੁਤ ਜ਼ਿਆਦਾ ਗਰੋ ਕਰ ਰਹੀ ਆ, ਤੇ ਸਾਡੇ ਪੇਪਰ ਦੇ ਪੁਆਇੰਟ ਆਫ ਵਿਊ ਤੋਂ ਬਹੁਤ ਇੰਪੋਰਟੈਂਟ ਹੈ ਇਹ। ਆਪਾਂ ਇਹਦੇ ਬਾਰੇ ਡਿਸਕਸ ਕਰਾਂਗੇ ਕਿ ਨਿਊਜ਼ ਦੇ ਵਿੱਚ ਕਿਉਂ ਹੈ, ਗਿਗ ਇਕੋਨਮੀ ਹੁੰਦੀ ਕੀ ਆ, ਇਹਦੇ ਨਾਲ ਰਿਲੇਟਡ ਇਸ਼ੂਜ਼ ਕੀ ਨੇ, ਇਹਦੇ ਕੀ ਐਡਵਾਂਟੇਜਸ ਨੇ, ਠੀਕ ਹੈ ਜੀ, ਜਾਂ ਸਾਨੂੰ ਕਿੱਦਾਂ ਦੀਆਂ ਪਾਲਿਸੀਜ਼ ਅਡਾਪਟ ਕਰਨੀਆਂ ਚਾਹੀਦੀਆਂ ਨੇ ਇਹਨਾਂ ਨੂੰ, ਇਸ ਚੀਜ਼ ਦਾ ਬੈਨੀਫਿਟ ਵਧੀਆ ਤਰੀਕੇ ਦੇ ਨਾਲ ਲੈਣ ਦੇ ਲਈ। Why news recently a large number of employees of food delivery companies have protested across Kerala। ਜਿਵੇਂ ਆਪਾਂ ਗੱਲ ਕਰਦੇ ਨਾ ਜ਼ੋਮੈਟੋ ਜਾਂ ਊਬਰ ਈਟਸ, ਕਈ ਸਿਟੀਜ਼ ਦੇ ਵਿੱਚ ਕੋਈ ਹੋਰ ਆ ਕਿਤੇ ਹੋਰ ਆ, ਉਹਨਾਂ ਸਾਰੀਆਂ ਦੇ ਕੇਰਲ ਦੇ ਵਿੱਚ ਬਹੁਤ ਸਾਰੇ ਇੱਦਾਂ ਦੇ EMPLOYEES ਨੇ ਜਿਹੜੇ ਇਹਨਾਂ ਕੰਪਨੀਜ਼ ਦੇ ਲਈ ਕੰਮ ਕਰਦੇ ਨੇ, ਫੂਡ ਡਿਲੀਵਰੀ ਕੰਪਨੀਜ਼ ਨੇ ਜੋ ਉਹਨਾਂ ਦੇ ਲਈ ਕੰਮ ਕਰਦੇ ਨੇ, ਤੇ ਉਹ ਰੀਸੈਂਟਲੀ ਉਹਨਾਂ ਨੇ ਬਹੁਤ ਇੱਕ ਹਾਈ ਲੈਵਲ ਤੇ ਪ੍ਰੋਟੈਸਟ ਕੀਤੀ ਹੈ, ਜਿਹਦੇ ਕਰਕੇ ਗਿਗ ਇਕੋਨਮੀ ਕਾਫੀ ਨਿਊਜ਼ ਦੇ ਵਿੱਚ ਹੈ, ਠੀਕ ਹੈ ਜੀ। ਤੇ ਹੁਣ ਆਪਾਂ ਗੱਲ ਕਰੀਏ ਪ੍ਰੋਟੈਸਟ ਕਿਉਂ ਕਰ ਰਹੇ ਨੇ ਇਹ। ਦੇ ਆਰ ਡਿਮਾਂਡਿੰਗ ਹਾਇਰ ਵੇਜਸ ਐਂਡ ਲੇਬਰ ਬੈਨੀਫਿਟਸ, ਵੈਰੀ ਇੰਪੋਰਟੈਂਟ। ਵੇਜਸ ਜ਼ਿਆਦਾ, ਕਹਿੰਦੇ ਸਾਡੀਆਂ ਤਨਖਾਹਾਂ ਜ਼ਿਆਦਾ ਹੋਣੀਆਂ ਚਾਹੀਦੀਆਂ ਨੇ, ਪਲੱਸ ਸਾਨੂੰ ਲੇਬਰ ਨੂੰ ਜੋ ਇੱਕ ਬੈਨੀਫਿਟ ਮਿਲਦੇ ਨੇ
ਉਹ ਬੈਨੀਫਿਟਸ ਵੀ ਸਾਨੂੰ ਮਿਲਣੇ ਚਾਹੀਦੇ ਨੇ। ਇਹਦਾ ਮਤਲਬ ਇਹ ਵੀ ਗਿਗ ਇਕਨੋਮੀ ਦੇ ਵਿੱਚ ਜੋ ਵੇਜਸ ਨੇ ਸ਼ਾਇਦ ਉਹ ਕੰਪੈਰੇਟਿਵਲੀ ਘੱਟ ਹੋਣਗੇ, ਤੇ ਜੋ ਉੱਥੇ ਲੇਬਰ ਨੂੰ, ਜੋ ਇੱਕ ਆਪਾਂ ਟ੍ਰੈਡੀਸ਼ਨਲ ਲੇਬਰ ਨੂੰ ਕਹਿ ਲਈਏ ਜਾਂ ਫਾਰਮਲ ਸਾਡੀ ਜੋ ਲੇਬਰ ਹੁੰਦੀ ਆ, ਉਹਨੂੰ ਕੁਝ ਸੋਸ਼ਲ ਸਿਕਿਉਰਿਟੀ ਬੈਨੀਫਿਟਸ ਨੇ ਜਾਂ ਕੁਝ ਹੋਰ ਐਡੀਸ਼ਨਲ ਬੈਨੀਫਿਟਸ ਪ੍ਰੋਵਾਈਡ ਕੀਤੇ ਜਾਂਦੇ ਨੇ, ਸ਼ਾਇਦ ਉਹ ਗਿਗ ਇਕਨੋਮੀ ਦੇ ਜੋ EMPLOYEES ਨੇ, ਗਿਗ ਇਕਨੋਮੀ ਦੇ ਵਿੱਚ ਜੋ ਪਾਰਟਿਸਿਪੇਟ ਕਰਦੇ ਨੇ, ਉਹਨਾਂ ਨੂੰ ਸ਼ਾਇਦ ਨਹੀਂ ਮਿਲਦੇ ਹੋਣੇ। ਦੈਟਸ ਵਾਈ ਦੇ ਆਰ ਪ੍ਰੋਟੈਸਟਿੰਗ। ਠੀਕ ਹੈ ਜੀ, ਇੱਥੋਂ ਸਾਨੂੰ ਇੰਨਾ ਕੁ ਸਮਝ ਲੱਗ ਰਹੀ ਹੈ ਵੀ ਗਿਗ ਇਕਨੋਮੀ ਦਾ ਇੱਕ ਤਾਂ ਪਾਰਟ ਹੈ ਫੂਡ ਡਿਲੀਵਰੀ, ਜੋ ਕੰਪਨੀਜ਼ ਨੇ ਹੈ ਨਾ, ਜੋ ਫੂਡ ਡਿਲੀਵਰ ਕਰਦੇ ਨੇ, ਜਿਵੇਂ ਜ਼ੋਮੈਟੋ ਆ, ਉਬਰ ਈਟਸ ਨੇ ਜਾਂ ਹੋਰ ਨੇ ਕੋਈ, ਠੀਕ ਹੈ ਜੀ, ਉਹ ਗਿਗ ਇਕਨੋਮੀ ਦਾ ਪਾਰਟ ਆ। ਦੂਜਾ ਸਾਨੂੰ ਹਾਲੇ ਤੱਕ ਕੀ ਪਤਾ ਲੱਗਿਆ ਵੀ ਇਹਨਾਂ ਦੇ ਵਿੱਚ ਜੋ ਵੇਜ ਰੇਟ ਆ ਉਹ ਸ਼ਾਇਦ ਘੱਟ ਹੋਣਾ, ਪਲੱਸ ਜੋ ਲੇਬਰ ਕੰਡੀਸ਼ਨ ਆ, ਜੋ ਉਹਨਾਂ ਨੂੰ ਬੈਨੀਫਿਟਸ ਮਿਲਣੇ ਚਾਹੀਦੇ ਨੇ ਉਹ ਨਹੀਂ ਮਿਲ ਰਹੇ, ਤਾਂ ਇਹਨਾਂ ਦੀ ਕੰਡੀਸ਼ਨ ਬਹੁਤ ਜ਼ਿਆਦਾ ਵਧੀਆ ਨਹੀਂ ਹੋਣੀ। ਇਹ ਹਾਲੇ ਤੱਕ ਪਤਾ ਲੱਗਿਆ ਸਾਨੂੰ ਗਿਗ ਇਕਨੋਮੀ ਬਾਰੇ, ਤੇ ਇਸੇ ਕਰਕੇ ਕੇਰਲ ਦੇ EMPLOYEES ਪ੍ਰੋਟੈਸਟ ਕਰ ਰਹੇ ਸੀ। ਹੁਣ ਆਪਾਂ ਗਿਗ ਇਕਨੋਮੀ ਬਾਰੇ ਪੜਾਂਗੇ ਕਿ ਹੈ ਕੀ ਆ ਗਿਗ ਇਕਨੋਮੀ। ਗਿਗ ਇਕਨੋਮੀ ਜੇ ਆਪਾਂ ਪੰਜਾਬੀ 'ਚ ਗੱਲ ਕਰੀਏ ਨਾ, ਇੱਕ ਕੰਟਰੈਕਟ ਬੇਸਿਸ ਤੇ ਕੰਮ ਕਰ ਰਹੇ ਨੇ ਜਿਹੜੇ, ਇੱਕ ਇਕਨੋਮੀ ਦਾ ਉਹ ਸੈਕਟਰ ਜਿਹਦੇ ਅੰਡਰ ਜੋ EMPLOYEES ਨੇ ਉਹ ਇੱਕ ਕੰਟਰੈਕਟ ਬੇਸਿਸ ਤੇ ਕੰਮ ਕਰ ਰਹੇ ਨੇ, ਐਜ਼ ਅ ਫ੍ਰੀਲਾਂਸਰ ਕਹਿ ਲਓ, ਜਾਂ ਕਹਿ ਲਓ ਵੀ ਇੱਕ ਫਾਰਮਲ ਕੰਟਰੈਕਟ EMPLOYEE ਤੇ EMPLOYER ਦੇ ਵਿੱਚ ਕੋਈ ਕੰਟਰੈਕਟ ਸਾਈਨ ਨਹੀਂ ਕੀਤਾ ਹੋਇਆ, ਤੇ ਜੋ ਕੰਮ ਕਰ ਰਹੇ ਨੇ ਉਹ ਇੱਕ ਪਾਰਟ ਟਾਈਮ ਫਾਰਮ ਦੇ ਵਿੱਚ ਕਹਿ ਲਓ, ਇੱਕ ਕੰਟਰੈਕਟ ਬੇਸਿਸ ਦੇ ਉੱਪਰ ਕੰਮ ਕਰ ਰਹੇ ਨੇ, ਪੱਕੇ ਤੌਰ ਤੇ ਨਹੀਂ ਕਰ ਰਹੇ, ਉਹ ਕੱਚੇ ਤੌਰ ਤੇ, ਆਰਜੀ ਤੌਰ ਤੇ, ਜਿਹਨੂੰ ਆਪਾਂ ਕੰਟਰੈਕਟ ਬੇਸਿਸ ਕਹਿ ਦਿੰਦੇ ਆ, ਉਹ ਜੋ ਕੰਮ ਕਰ ਰਹੇ ਨੇ, ਉਹ ਜਿਹੜੀ ਇਕਨੋਮੀ ਦਾ ਸੈਕਟਰ ਆ ਉਹਨੂੰ ਆਪਾਂ ਕਹਿੰਦੇ ਆ ਗਿਗ ਇਕਨੋਮੀ। ਇਜ਼ ਅ ਲੇਬਰ ਮਾਰਕੀਟ ਦੈਟ ਰਿਲਾਈਜ਼ ਔਨ ਟੈਂਪਰੇਰੀ and part-time jobs filled by independent contractors and freelancers rather than full-time permanent employees। ਮਤਲਬ ਇਹਦੇ ਜਿਹੜੇ ਕੰਮ ਕਰ ਰਹੇ ਨੇ ਉਹ full time employee ਨਹੀਂ ਹੈਗੇ, ਉਹ part time ਕੰਮ ਕਰ ਰਹੇ ਨੇ, ਉਹ contract basis ਤੇ ਕੰਮ ਕਰ ਰਹੇ ਨੇ, ਉਹ ਐਜ਼ ਅ freelancer ਕੰਮ ਕਰ ਰਹੇ ਨੇ, ਟੈਂਪਰੇਰੀ ਬੇਸਿਸ ਤੇ ਕੰਮ ਕਰ ਰਹੇ ਨੇ। ਠੀਕ ਹੈ ਜੀ, ਇਹ ਆ ਗਿਗ ਇਕਨੋਮੀ। ਧਿਆਨ 'ਚ ਰੱਖਿਓ ਇਹਦੇ ਇੰਪੋਰਟੈਂਟ ਜੇ ਪੁਆਇੰਟਸ ਦੀ ਗੱਲ ਕਰੀਏ, ਕੀ ਕੀ ਇਹਦੇ ਫੀਚਰਸ ਨੇ, ਇਹ ਕਹਿ ਸਕਦੇ ਆ ਵੀ ਇੱਕ ਤਾਂ ਟੈਂਪਰੇਰੀ ਹੈ ਜੀ, ਇਹਦਾ ਜੋ ਨੇਚਰ ਹੈ ਟੈਂਪਰੇਰੀ ਬੇਸਿਸ ਤੇ ਕੰਮ ਕਰ ਰਹੇ ਨੇ, ਠੀਕ ਹੈ ਜੀ, ਪਾਰਟ ਟਾਈਮ ਜੌਬਸ ਕਰ ਰਹੇ ਨੇ, ਉਹ ਫੁੱਲ ਟਾਈਮ ਉੱਥੇ ਇੱਕੋ ਪਲੇਸ ਦੇ ਉੱਪਰ, ਇੱਕੋ ਥਾਂ ਦੇ ਉੱਪਰ ਫੁੱਲ ਟਾਈਮ ਜੌਬ ਨਹੀਂ ਕਰ ਰਹੇ, ਪਾਰਟ ਟਾਈਮ ਜੌਬ ਕਰ ਰਹੇ ਨੇ, ਪਲੱਸ ਇੰਡੀਪੈਂਡੈਂਟ ਕੰਟਰੈਕਟਰਸ ਨੇ ਉੱਥੇ, ਫ੍ਰੀਲਾਂਸਰਸ ਨੇ। ਠੀਕ ਹੈ ਜੀ, ਜਿਵੇਂ ਆਪਾਂ ਕਹਿ ਲਈਏ ਵੀ ਕੋਈ ਕਿਸੇ ਪਰਟੀਕੂਲਰ ਇੱਕ ਪ੍ਰੋਜੈਕਟ ਦੇ ਉੱਪਰ ਕਿਸੇ ਲਈ ਕੰਮ ਕਰਨਾ ਹੈ ਨਾ, ਆਪਣੇ ਘਰੋਂ ਬੈਠ ਕੇ ਕਿਸੇ ਲਈ ਕੰਮ ਕਰਨਾ, ਇੱਕ ਪ੍ਰੋਜੈਕਟ ਸਿਰਫ ਇੱਕ ਕਿਸੇ ਜੋ ਪ੍ਰੋਜੈਕਟ ਉਹਨਾਂ ਨੂੰ ਮਿਲਿਆ, ਅਸਾਈਨਮੈਂਟ ਬੇਸਡ ਕੰਮ ਜਿਹਨੂੰ ਆਪਾਂ ਕਹਿ ਦਿੰਦੇ ਹਾਂ। ਠੀਕ ਹੈ ਜੀ, ਤਾਂ ਇਹ ਗਿਗ ਇਕਨੋਮੀ ਦੇ ਮੇਨ ਫੀਚਰਸ ਨੇ, ਧਿਆਨ ਰੱਖਿਓ, ਟੈਂਪਰੇਰੀ, ਪਾਰਟ ਟਾਈਮ ਜੌਬਸ, ਇੰਡੀਪੈਂਡੈਂਟ ਕੰਟਰੈਕਟਰਸ ਤੇ ਫ੍ਰੀਲਾਂਸਰਸ। ਵੈਰੀ ਇੰਪੋਰਟੈਂਟ, ਇਹ ਤੁਹਾਨੂੰ ਸਿੱਧਾ ਹੀ ਪੁੱਛਿਆ ਜਾ ਸਕਦਾ। ਮਨਦੀਪ ਸਿੰਘ, ਹਾਂਜੀ ਹਾਂਜੀ, ਆਨਲਾਈਨ ਪਲੇਟਫਾਰਮਸ ਉਹਦਾ ਹੀ ਇੱਕ ਪਾਰਟ ਹੈ, ਤੇ ਫੁੱਲ ਟਾਈਮ ਪਰਮਾਨੈਂਟ EMPLOYEES ਨਹੀਂ ਹੁੰਦੇ ਇੱਥੇ, ਧਿਆਨ ਰੱਖਿਓ। ਜੇ ਤੁਹਾਨੂੰ ਕਿਹਾ ਜਾਵੇ ਕਿ ਗਿਗ ਇਕਨੋਮੀ ਦਾ ਇੱਕ ਫੀਚਰ ਹੈ, ਇੱਕ ਕਰੈਕਟਰਿਸਟਿਕ ਹੈ ਕਿ ਫੁੱਲ ਟਾਈਮ ਪਰਮਾਨੈਂਟ EMPLOYMENT, ਨਹੀਂ ਜੀ, ਉਹ ਗਲਤ ਹੋ ਜੂ। ਉਹਦੇ ਫੀਚਰਸ ਇਹ ਨੇ, ਟੈਂਪਰੇਰੀ ਹੈ, ਪਾਰਟ ਟਾਈਮ ਜੌਬਸ ਹੈ, ਇੰਡੀਪੈਂਡੈਂਟ ਕੰਟਰੈਕਟਰਸ ਨੇ, ਫ੍ਰੀਲਾਂਸਰਸ ਨੇ, ਧਿਆਨ ਰੱਖਿਓ ਚੀਜ਼ਾਂ ਇਹ। ਦੈਨ ਫਿਰ ਆਪਾਂ ਗੱਲ ਕਰੀਏ ਇਹਦੇ ਬੈਨੀਫਿਟਸ ਕੀ ਨੇ, ਗਿਗ ਇਕਨੋਮੀ ਦੇ ਕੀ ਫਾਇਦੇ ਕੀ ਨੇ, ਇਹ ਸੈਕਟਰ ਇੰਨਾ ਗਰੋ ਕਿਉਂ ਕਰ ਰਿਹਾ। ਫਾਇਦੇ ਇਹਦੇ ਇਹ ਨੇ, ਜੇ ਆਪਾਂ ਇੱਕ EMPLOYER ਦੇ ਪੁਆਇੰਟ ਆਫ ਵਿਊ ਤੋਂ ਦੇਖੀਏ, ਜਿਹੜਾ ਪ੍ਰੋਵਾਈਡ ਕਰ ਰਿਹਾ EMPLOYMENT, ਇੱਕ ਤਾਂ ਉਹਨੂੰ ਔਨ ਡਿਮਾਂਡ ਵਰਕ, ਉਹਨੂੰ ਕਹਿ ਲਓ ਵਰਕਰ ਮਿਲ ਰਹੇ ਨੇ, ਜਿੰਨਾ ਉਹਨੂੰ ਕੰਮ ਆ ਉਹਦੇ ਅਕੋਰਡਿੰਗ ਉਹਨੂੰ ਵਰਕਰ ਮਿਲ ਰਹੇ ਨੇ। ਠੀਕ ਹੈ ਜੀ, ਜੇ ਕਿਸੇ ਦਿਨ ਉਹਨੂੰ ਕੰਮ ਜ਼ਿਆਦਾ ਗਾ ਤਾਂ ਉਹ ਜ਼ਿਆਦਾ ਉਹਦੇ ਕੋਲੇ ਕੰਮ ਕਰਨ ਵਾਲੇ ਆ ਸਕਦੇ ਨੇ, ਜੇ ਕਿਸੇ ਦਿਨ ਘੱਟ ਆ ਤਾਂ ਉਸ ਦਿਨ ਘੱਟ ਵਰਕਰਸ ਨੂੰ ਵੀ ਉਹ ਇਨਵਾਈਟ ਕਰ ਸਕਦਾ, ਮਤਲਬ ਉਹਨੂੰ ਇੱਕ ਫਾਇਦਾ ਹੋ ਗਿਆ। ਜਿੰਨਾ ਕੰਮ ਹੋਊ ਉਹਦੇ ਅਕੋਰਡਿੰਗ ਉਹਦੇ ਕੋਲੇ EMPLOYEES ਹੋਣਗੇ। ਦੈਨ ਰਿਕੁਆਇਰਡ ਐਕਸਪਰਟੀਜ਼, ਜਿੱਦਾਂ ਦੀ ਉਹਨੂੰ ਐਕਸਪਰਟੀਜ਼ ਚਾਹੀਦੀ ਆ, ਜੇ ਉਹਨੂੰ ਸਕਿਲਡ ਲੇਬਰ ਚਾਹੀਦੀ ਆ ਤਾਂ ਉਸ ਕੰਮ ਲਈ ਸਕਿਲਡ ਲੇਬਰ ਨੂੰ ਹਾਇਰ ਕਰ ਲਊ। ਜੇ ਉਹ ਅਨਸਕਿਲਡ ਕੰਮ ਆ, ਜਿਵੇਂ ਆਪਾਂ ਕਹਿ ਲਓ ਡਿਲੀਵਰੀ ਬॉयਜ਼ ਨੇ, ਉਹਨਾਂ ਲਈ ਕੋਈ ਸਕਿੱਲ ਨਹੀਂ ਚਾਹੀਦੀ, ਕੋਈ ਐਜੂਕੇਸ਼ਨ ਨਹੀਂ ਚਾਹੀਦੀ, ਠੀਕ ਹੈ ਜੀ, ਤਾਂ ਉਹ ਸਿਰਫ ਉਹਨਾਂ ਕੋਲ ਲਾਇਸੈਂਸ ਹੋਣਾ ਚਾਹੀਦਾ ਡਰਾਈਵਿੰਗ ਦਾ, ਹੈ ਨਾ, ਤੇ ਉਹਨਾਂ ਨੂੰ ਹਾਇਰ ਕਰ ਲੈਣਗੇ ਉਹ। ਜੇ ਉਹਨਾਂ ਨੂੰ ਕੋਈ ਟੈਕਨੋਲੋਜੀਕਲ ਪੁਆਇੰਟ ਆਫ ਵਿਊ ਤੋਂ ਕਿਸੇ ਚੀਜ਼ ਦੀ ਕੋਈ ਇੱਦਾਂ ਦਾ ਅਸਾਈਨਮੈਂਟ ਹੈ ਜਿਹਦੇ ਲਈ ਟੈਕਨੋਲੋਜੀਕਲੀ ਜਾਂ ਟੈਕ ਸੇਵੀ ਐਕਸਪਰਟਸ ਉਹਨਾਂ ਨੂੰ ਕਹਿੰਦੇ, ਤਾਂ ਫ੍ਰੀਲਾਂਸਰ ਬਹੁਤ ਸਾਰੇ ਨੇ ਜੋ ਉਸ ਪ੍ਰੋਜੈਕਟ 'ਤੇ ਉਹਨਾਂ ਨੂੰ ਕੰਮ ਐਜ਼ ਆ ਆਪਣੇ ਕਹਿ ਲਓ ਸਰਵਿਸਿਜ਼ ਪ੍ਰੋਵਾਈਡ ਕਰ ਦੇਣਗੇ। ਠੀਕ ਹੈ, ਜਿਵੇਂ ਜਿਵੇਂ ਉਹਨਾਂ ਦੀ ਵਰਕ ਦੀ ਜੋ ਉਹਨਾਂ ਨੂੰ ਰਿਕੁਆਇਰਮੈਂਟ ਆ ਉਹਦੇ ਅਕੋਰਡਿੰਗ ਉਹਨਾਂ ਨੂੰ EMPLOYEES ਮਿਲ ਜਾਣਗੇ ਇਹਦੇ ਅੰਡਰ। ਦੈਨ ਮਿਨੀਮਮ ਫਾਰਮਲ ਰਿਕੁਆਇਰਮੈਂਟਸ, ਕਿਉਂਕਿ ਜਿਵੇਂ ਤੁਹਾਨੂੰ ਦੱਸਿਆ ਵੀ ਇਹ ਟੈਂਪਰੇਰੀ ਬੇਸਿਸ ਤੇ ਆ, ਤਾਂ ਇਹਨਾਂ ਨੂੰ ਫਾਰਮਲ ਜੋ ਕਹਿ ਲਓ ਵੀ ਇੱਕ ਆਪਣੇ ਕੋਲ ਕਾਗਜ਼ ਪੱਤਰ ਨੇ, ਇੱਕ ਪੂਰਾ ਕੰਟਰੈਕਟ ਸਾਈਨ ਕੀਤਾ ਜਾਂਦਾ, ਉੱਦਾਂ ਦੀ ਕੋਈ ਗੱਲ, ਇਹਨਾਂ ਨੂੰ ਕੋਈ ਫਾਰਮਲ ਰਿਕੁਆਇਰਮੈਂਟਸ ਚਾਹੀਦੀਆਂ ਹੀ ਨਹੀਂ, ਕਿਉਂਕਿ ਸਾਰਾ ਕੁਝ ਹੈ ਹੀ ਆਰਜੀ ਤੌਰ ਤੇ ਆ, ਟੈਂਪਰੇਰੀ ਬੇਸਿਸ ਤੇ ਆ, ਤਾਂ ਫਾਰਮਲ ਰਿਕੁਆਇਰਮੈਂਟਸ ਦੀ ਲੋੜ ਹੀ ਨਹੀਂ ਪੈਂਦੀ। ਤਾਂ ਇਹ EMPLOYER ਨੂੰ ਫਾਇਦੇ ਨੇ। ਤੇ ਫਿਰ ਆਪਾਂ ਜੇ ਗੱਲ ਕਰੀਏ EMPLOYEE ਜਿਹੜੇ ਕੰਮ ਕਰ ਰਹੇ ਨੇ ਉਹ ਕਿਉਂ ਕਰ ਰਹੇ ਨੇ, ਉਹਨਾਂ ਨੂੰ ਕੀ ਫਾਇਦੇ ਨੇ। ਪਹਿਲੀ ਗੱਲ ਤਾਂ ਹੋ ਗਿਆ ਪਾਰਟ ਟਾਈਮ ਜੌਬ।
ਜਿਵੇਂ ਮੰਨ ਲਓ ਕੋਈ ਸਟੂਡੈਂਟ ਹੈ, ਠੀਕ ਹੈ ਜੀ, ਉਹਦੇ ਕੋਲੇ 2 ਘੰਟੇ ਟਾਈਮ ਹੈ, ਕੁਛ ਉਹ 2 ਘੰਟਿਆਂ ਦੇ ਵਿੱਚ ਕਹਿ ਲਓ ਵੀ ਉਹਨੂੰ ਲੱਗ ਰਿਹਾ ਕਿ 2 ਘੰਟੇ ਮੈਂ ਹਰ ਰੋਜ਼ ਕੱਢ ਸਕਦਾ, ਜਿਹਦੇ ਨਾਲ ਮੈਂ ਕੁਛ ਨਾ ਕੁਛ ਸੇਵਿੰਗਸ ਵੀ ਮੈਂ ਕਹਿ ਲਓ ਜਾਂ ਆਪਣੀ ਪੜ੍ਹਾਈ ਦਾ ਜਾਂ ਰਹਿਣ ਦਾ ਖਰਚਾ ਕੱਢ ਲੂੰਗਾ 1 ਮਹੀਨੇ ਦਾ। ਉਹਦੇ ਜਿਵੇਂ ਕਹਿ ਲਓ ਰੈਪਿਡੋ ਦੇ ਵਿੱਚ ਬਾਈਕਸ, ਆਪਣੇ ਕੋਲੇ ਬਾਈਕਸ ਨੇ ਹੈ ਨਾ, ਰਾਈਡਸ ਪ੍ਰੋਵਾਈਡ ਕਰਦੇ ਨੇ, ਜਾਂ ਡਿਲੀਵਰੀ ਬॉयਜ਼ ਨੇ, ਉਹ 1-2 ਘੰਟੇ ਦੇ ਲਈ ਜਿੰਨਾ ਉਹਨਾਂ ਨੂੰ ਟਾਈਮ ਮਿਲਦਾ ਉਹਦੇ ਅਕੋਰਡਿੰਗ ਉਹ ਇਹਨਾਂ ਦੇ ਨਾਲ ਕੰਮ ਕਰ ਸਕਦੇ ਨੇ। ਤਾਂ ਇਹ EMPLOYEE ਨੂੰ ਫਾਇਦਾ ਹੋ ਗਿਆ ਕਿ ਪਾਰਟ ਟਾਈਮ ਜੌਬ ਕਰ ਸਕਦਾ ਜਿੰਨਾ ਉਹਨਾਂ ਕੋਲ ਟਾਈਮ ਆ। ਦੈਨ ਵਨ ਕੈਨ ਡੂ ਮਲਟੀਪਲ ਜੌਬਸ ਐਜ਼ ਇਟ ਪ੍ਰੋਵਾਈਡਸ ਫਲੈਕਸੀਬਲ ਆਵਰਸ ਆਫ ਵਰਕ। ਜਿਹੜੀ ਗਿਗ ਇਕੋਨਮੀ ਹੈ ਨਾ, ਇਹਦੇ ਅੰਡਰ ਆਪਣੇ ਕੋਲ ਕੋਈ ਫਿਕਸਡ ਆਵਰਸ ਤਾਂ ਹੈ ਨਹੀਂ ਕਿ ਮਾਰਨਿੰਗ 8 ਟੂ ਈਵਨਿੰਗ 7 ਜਾਂ 9 ਕੰਮ ਕਰਨਾ ਉਹਨਾਂ ਨੇ। ਫਲੈਕਸੀਬਲ ਆਵਰਸ ਨੇ, ਜਿਵੇਂ ਜਿੱਥੇ ਜਿੰਨਾ ਟਾਈਮ ਤੁਸੀਂ ਕੰਮ ਕਰ ਸਕਦੇ ਹੋ ਉਨੇ ਟਾਈਮ ਲਈ ਤੁਹਾਨੂੰ ਕੰਮ ਮਿਲ ਜਾਊਗਾ, ਠੀਕ ਹੈ ਜੀ। ਤਾਂ ਮਤਲਬ ਇਹ ਵੀ ਹੈ ਵੀ ਇੱਕ ਬੰਦਾ ਮਲਟੀਪਲ ਜੌਬਸ ਵੀ ਕਰ ਸਕਦਾ। ਮਾਰਨਿੰਗ ਦੇ ਵਿੱਚ ਜੇ ਉਹਨੂੰ ਪਤਾ ਵੀ ਪੂਰਾ ਟਾਈਮ ਇੱਕੋ ਉੱਦਾਂ ਦੀ, ਜੇ ਇੱਕੋ ਕੰਪਨੀ ਦੇ ਵਿੱਚ ਕੰਮ ਕਰ ਰਿਹਾ, ਉਹਨੂੰ ਉਨੀਆਂ ਵੇਜਸ ਨਹੀਂ ਮਿਲ ਰਹੇ ਜਿੰਨੀ ਉਹਨੂੰ ਰੈਮੂਨਰੇਸ਼ਨ ਦੀ ਲੋੜ ਆ, ਜਿੰਨੀ ਐਕਸਪੈਕਟ ਕਰਦਾ ਉਹਦੀ ਨਹੀਂ ਮਿਲਦੀ, ਤਾਂ ਹੋ ਸਕਦਾ ਉਹਨੂੰ ਕਿਤੇ 2 ਘੰਟਿਆਂ ਲਈ ਕਿਸੇ ਹੋਰ ਜੌਬ ਤੇ ਕੰਮ ਕਰਨ ਦੇ ਲਈ, ਕਿਸੇ ਹੋਰ ਥਾਂ ਤੇ ਕੰਮ ਕਰਨ ਦੇ ਲਈ 2 ਘੰਟਿਆਂ ਦੇ ਪੈਸੇ ਜ਼ਿਆਦਾ ਮਿਲਦੇ ਹੋਣ ਤਾਂ ਉਹ 2 ਘੰਟੇ ਉੱਥੇ ਵੀ ਕਰ ਸਕਦਾ, ਠੀਕ ਹੈ ਜੀ। ਇਹ ਹੋ ਗਏ EMPLOYEES ਨੂੰ ਫਾਇਦੇ। ਜਿਹੜੇ ਕੰਮ ਕਰ ਰਹੇ ਨੇ ਉਹਨਾਂ ਨੂੰ ਕੀ ਫਾਇਦੇ ਹੋਣਗੇ ਇਹਦੇ ਨਾਲ। ਫਿਰ ਆਪਾਂ ਗੱਲ ਕਰ ਲਈਏ ਇਹਦੇ ਨਾਲ ਕੁਝ ਇਸ਼ੂਜ਼ ਨੇ, ਜੋ ਆਪਾਂ ਚੁਣੌਤੀਆਂ ਕਹਿੰਦੇ ਆ ਨਾ ਕਿਸੇ ਸਬਜੈਕਟ ਦੀਆਂ, ਕਿਸੇ ਵੀ ਮੁੱਦੇ ਦੀਆਂ, ਉਹ ਕੀ ਨੇ, ਕਿਉਂ। ਜਿਵੇਂ ਮੈਂ ਤੁਹਾਨੂੰ ਪਹਿਲਾਂ ਦੱਸਿਆ ਕਿ ਪ੍ਰੋਟੈਸਟ ਕਰ ਰਹੇ ਨੇ ਕੇਰਲ ਵਾਲੇ। ਇੱਕ ਤਾਂ ਵੇਜ ਰੇਟ ਘੱਟ ਆ, ਲੋਅਰ ਵੇਜਸ, ਲੈਕ ਆਫ ਜੌਬ ਸਿਕਿਉਰਿਟੀ, ਕਿਉਂਕਿ ਆਪਾਂ ਨੂੰ ਪਤਾ ਵੀ ਜਿਹੜੇ, ਠੀਕ ਆ, ਜਿਹੜੇ ਪਾਰਟ ਟਾਈਮ ਕਰ ਰਹੇ ਨੇ ਉਹਨਾਂ ਦੇ ਲਈ ਅਲੱਗ ਗੱਲ ਆ, ਬਟ ਜਿਹੜੇ ਬੰਦੇ ਗਿਗ ਇਕੋਨਮੀ ਦੇ ਤੋਂ ਹੀ ਆਪਣਾ ਘਰ ਚਲਾ ਰਹੇ ਨੇ ਉਹਨਾਂ ਲਈ ਤਾਂ ਜੌਬ ਸਿਕਿਉਰਿਟੀ ਚਾਹੀਦੀ ਹੈ ਨਾ, ਬਟ ਉਹਨਾਂ ਲਈ ਵੀ ਕੋਈ ਜੌਬ ਸਿਕਿਉਰਿਟੀ ਨਹੀਂ ਹੈ। ਜਿਹੜਾ ਬੰਦਾ ਸਟੂਡੈਂਟ ਹੈ ਉਹ 2 ਘੰਟੇ ਕੰਮ ਕਰ ਲੂ, ਉਹਦੀ ਜੌਬ ਸਿਕਿਉਰ ਨਹੀਂ ਹੋ ਤਾਂ ਕੋਈ ਚੱਕਰ ਨਹੀਂ ਹੈ। ਬਟ ਜਿਹੜਾ ਬੰਦਾ ਹੁਣ ਪੂਰਾ ਟਾਈਮ ਇੱਕ ਡਿਲੀਵਰੀ ਬॉय ਦਾ ਕੰਮ ਕਰ ਰਿਹਾ, ਜਾਂ ਉਹਨੇ ਸਾਰਾ ਦਿਨ ਆਪਣੇ ਕੋਲੇ ਕਹਿ ਲਓ ਵੀ ਰੈਪਿਡੋ ਜਾਂ ਹੋਰ ਐਪਸ ਨੇ ਜਿਨ੍ਹਾਂ ਦੇ ਥਰੂ ਉਹਨੇ ਰਾਈਡਸ ਦੇਣੀਆਂ ਨੇ, ਠੀਕ ਹੈ ਜੀ, ਬਟ ਉਹਨਾਂ ਨੂੰ ਸਿਕਿਉਰਿਟੀ ਕੋਈ ਨਹੀਂ ਹੈ, ਕਿਉਂਕਿ ਕੰਪਨੀ ਨੂੰ ਜਦੋਂ ਲੱਗੇ ਉਹਨਾਂ ਦੇ ਇਨਸੈਂਟਿਵ ਘਟਾ ਸਕਦੇ ਨੇ, ਜਦੋਂ ਲੱਗੇ ਉਹਨਾਂ ਨੂੰ ਕੰਪਨੀ ਕੰਮ ਤੋਂ ਕੱਢ ਸਕਦੇ ਨੇ, ਤਾਂ ਉਹਨਾਂ ਕੋਲੇ ਜੌਬ ਸਿਕਿਉਰਿਟੀ ਨਹੀਂ ਹੈ, ਠੀਕ ਹੈ ਜੀ। ਇੰਪੋਰਟੈਂਟ ਨੇ ਸਾਰੇ ਇਹ ਵੀ ਫੀਚਰਸ ਨੇ ਗਿਗ ਇਕੋਨਮੀ ਦੇ, ਜੋ ਹਲੇ ਤੱਕ ਆਪਣਾ ਜੋ ਸਿਸਟਮ ਚੱਲ ਰਿਹਾ ਉਹਨਾਂ ਦੇ ਇਸ਼ੂਜ਼ ਵੀ ਨੇ, ਉਹਦੇ ਫੀਚਰਸ ਵੀ ਨੇ। ਵੇਜਸ ਲੋ ਹੋ ਸਕਦੇ ਨੇ, ਜੌਬ ਸਿਕਿਉਰਿਟੀ ਕੋਈ ਨਹੀਂ ਹੈ ਕਿਉਂਕਿ ਕੋਈ ਫਾਰਮਲ ਕੰਟਰੈਕਟ ਨਹੀਂ ਹੈ, ਪਲੱਸ ਸੋਸ਼ਲ ਸਿਕਿਉਰਿਟੀ ਬੈਨੀਫਿਟਸ ਜੋ ਅਵੇਲੇਬਲ ਹੁੰਦੇ ਨੇ ਟੂ ਟ੍ਰੈਡੀਸ਼ਨਲ ਵਰਕਫੋਰਸ। ਜਿਵੇਂ ਆਪਾਂ ਟ੍ਰੈਡੀਸ਼ਨਲ ਵਰਕਫੋਰਸ ਆ ਨਾ, ਜੋ ਸਾਡੀ ਜੋ ਗਿਗ ਇਕੋਨਮੀ ਤੋਂ ਪਹਿਲਾਂ ਜੋ ਸਾਡੀ ਕਹਿ ਲਓ ਲੇਬਰ ਮਾਰਕੀਟ ਆ, ਉਹਨਾਂ ਨੂੰ ਕੁਝ ਸੋਸ਼ਲ ਸਿਕਿਉਰਿਟੀ ਬੈਨੀਫਿਟਸ ਨੇ, ਉਹ ਚਾਹੇ ਗਵਰਨਮੈਂਟ ਸੈਕਟਰ 'ਚ ਨੇ ਚਾਹੇ ਉਹ ਪ੍ਰਾਈਵੇਟ ਸੈਕਟਰ ਦੇ ਵਿੱਚ ਨੇ, ਜਿਨ੍ਹਾਂ ਦੇ ਉੱਪਰ ਲੇਬਰ ਕੋਡਸ ਨੇ, ਲੇਬਰ ਲਾਜ਼ ਨੇ ਜੋ ਇੰਪਲੀਮੈਂਟ ਹੁੰਦੇ ਨੇ ਨਾ, ਉਹਨਾਂ ਦੇ ਅੰਡਰ ਉਹਨਾਂ ਨੂੰ ਕੁਛ ਨਾ ਕੁਛ ਸੋਸ਼ਲ ਸਿਕਿਉਰਿਟੀ ਬੈਨੀਫਿਟਸ, ਉਹਨਾਂ ਦੇ ਹੈਲਥ ਰਿਲੇਟਡ ਕਹਿ ਲਓ, ਉਹਨਾਂ ਦੇ ਬੱਚਿਆਂ ਦੀ ਐਜੂਕੇਸ਼ਨ ਦੇ ਰਿਲੇਟਡ ਕਹਿ ਲਓ, ਜਾਂ ਪੋਸਟ ਰਿਟਾਇਰਮੈਂਟ ਕਹਿ ਲਓ, ਕੁਛ ਬੈਨੀਫਿਟਸ ਮਿਲਦੇ ਨੇ। ਬਟ ਉਹ ਜਿਹੜੇ ਬੈਨੀਫਿਟਸ ਨੇ ਉਹ ਗਿਗ ਇਕੋਨਮੀ ਦੇ ਵਿੱਚ ਪ੍ਰੋਵਾਈਡ ਨਹੀਂ ਕੀਤੇ ਜਾਂਦੇ। ਸੋ ਇਹ ਵੀ ਇੱਕ ਬਹੁਤ ਵੱਡਾ ਇਸ਼ੂ ਹੈ, ਜਿਨ੍ਹਾਂ ਕਰਕੇ ਇਹ ਸਭ ਚੀਜ਼ਾਂ ਪ੍ਰੋਟੈਸਟ ਹੋ ਰਹੀਆਂ ਨੇ, ਜਿਨ੍ਹਾਂ ਕਰਕੇ ਇਹਨਾਂ ਇਸ਼ੂਜ਼ ਦੇ ਉੱਪਰ ਪ੍ਰੋਟੈਸਟ ਚੱਲ ਰਹੀਆਂ ਨੇ। ਇਕੱਲੇ ਕੇਰਲ 'ਚ ਨਹੀਂ, ਬਾਕੀ ਹੋਰ ਕਈ ਥਾਵਾਂ 'ਤੇ ਵੀ ਚੱਲ ਰਹੀਆਂ ਨੇ। ਤੇ ਹੁਣ ਜਿਵੇਂ ਆਪਾਂ ਉਹੀ ਬੈਨੀਫਿਟਸ ਦੀ ਗੱਲ ਕੀਤੀ ਸੀ, ਕ੍ਰੀਏਸ਼ਨ ਆਫ ਜੌਬਸ ਔਨ ਮਾਸ ਸਕੇਲ, ਫਰੀडम ਆਫ ਫਲੈਕਸੀਬਿਲਿਟੀ, ਈਜ਼ੀ ਐਕਸੈਸ ਟੂ ਸਰਵਿਸਿਜ਼, ਪ੍ਰਾਈਸ ਐਡਵਾਂਟੇਜ ਫॉर ਕੰਜ਼ਿਊਮਰਸ। ਇਹਦੇ 'ਚ ਕੰਜ਼ਿਊਮਰਸ ਨੂੰ ਫਾਇਦਾ ਹੋ ਜਾਂਦਾ, ਕਿਉਂਕਿ ਜਿੱਥੇ ਮਲਟੀਪਲ ਕੰਪੀਟੀਟਰਸ ਨੇ ਨਾ, ਜਿਵੇਂ ਹੁਣ ਕਹਿ ਲਈਏ ਸਵਿਗੀ ਹੈ, ਜੋਮੈਟੋ ਹੈ, ਉਬਰ ਈਟਸ ਹੈ, ਜਿੱਥੋਂ ਉਹਨਾਂ ਨੂੰ ਕੋਈ ਚੀਜ਼ ਥੋੜ੍ਹੀ ਜਿਹੀ ਘੱਟ ਰੇਟ ਤੇ ਮਿਲੂ ਤਾਂ ਉੱਥੋਂ ਮੰਗਵਾ ਲੈਣਗੇ, ਤਾਂ ਕੰਜ਼ਿਊਮਰਸ ਨੂੰ ਪ੍ਰਾਈਸ ਐਡਵਾਂਟੇਜ ਹੋ ਜਾਂਦੇ। ਫਿਰ ਇਹਦੇ ਡਾਊਨ ਸਾਈਡ ਇਸ਼ੂਜ਼ ਕੀ ਨੇ, ਜਿਵੇਂ ਆਪਾਂ ਨੇ ਪਹਿਲਾਂ ਦੱਸਿਆ, ਇਨਕਨਸਿਸਟੈਂਸੀ ਇਨ ਸਰਵਿਸਿਜ਼, ਪਾਰਟਨਰਸ ਆਮ ਟਵਿਸਟਡ ਬਾਈ ਦਾ ਸਰਵਿਸ ਪ੍ਰੋਵਾਈਡਰਸ। ਜਿਵੇਂ ਤੁਹਾਨੂੰ ਦੱਸਿਆ ਵੀ ਸੋਸ਼ਲ ਸਿਕਿਉਰਿਟੀ ਨਹੀਂ ਹੈ, ਤਾਂ ਜਿਹੜਾ ਬੰਦਾ ਰਿਲਾਈ ਇਹਦੇ ਤੇ ਕਰ ਰਿਹਾ ਤਾਂ ਉਹਨੂੰ ਕਿਸੇ ਵੀ ਤਰ੍ਹਾਂ ਕਹਿ ਲਓ ਜੋ ਪ੍ਰੋਵਾਈਡਰਸ ਨੇ, ਜੋ ਇੰਪਲੋਇਰਸ ਨੇ, ਕਿਸੇ ਵੀ ਤਰ੍ਹਾਂ ਉਹਨੂੰ ਐਕਸਪਲੋਇਟ ਕਰ ਸਕਦੇ ਨੇ, ਹੈ ਨਾ, ਵੇਜਸ ਘਟਾ ਸਕਦੇ ਨੇ, ਇਨਸੈਂਟਿਵ ਕੱਟ ਕਰ ਸਕਦੇ ਨੇ, ਉਹਨਾਂ ਨੂੰ ਕਹਿ ਸਕਦੇ ਨੇ ਕਿ ਉਹਨਾਂ ਦੇ ਜੋ ਵਰਕ ਆਵਰਸ ਨੇ ਉਹ ਵਧਾ ਸਕਦੇ ਨੇ, ਇੰਨਾ ਕੰਮ ਕਰੋਗੇ ਤਾਂ ਤੁਹਾਨੂੰ ਇਨਸੈਂਟਿਵ ਦੇਵਾਂਗੇ, ਨਹੀਂ ਦੇਵਾਂਗੇ, ਠੀਕ ਹੈ ਜੀ। ਸੋ ਉਹ ਸਭ ਚੀਜ਼ਾਂ ਇਹਦੇ 'ਚ ਇਸ਼ੂਜ਼ ਨੇ। ਚੈਲੰਜਸ ਫॉर ਗਵਰਨਮੈਂਟ, ਹਾਈਲੀ ਅਨਰੈਗੂਲੇਟਡ, ਮੋਸਟਲੀ ਜੋ ਸੈਗਮੈਂਟ ਹੈ ਅਨਰੈਗੂਲੇਟਡ ਹੈ, ਇਹਦੇ ਅੰਡਰ ਹਾਲੇ ਤੱਕ ਜੋ ਗਵਰਨਮੈਂਟ ਦੇ ਲੇਬਰ ਕੋਡਸ ਨੇ, ਲੇਬਰ ਲਾਜ਼ ਨੇ, ਉਹ ਪ੍ਰੋਪਰਲੀ ਇੰਪਲੀਮੈਂਟ ਨਹੀਂ ਹੋ ਰਹੇ, ਠੀਕ ਹੈ ਜੀ। ਤਾਂ ਹੀ ਇਹ ਸਾਰੀਆਂ ਇਸ਼ੂਜ਼ ਨੇ। ਲੈਕ ਆਫ ਪਾਲਿਸੀਜ਼ ਔਨ ਜੌਬ ਸਟਰਕਚਰ, ਐਕਸਪੋਨੈਂਸ਼ੀਅਲ ਗਰੋਥ, ਵੈਰੀ ਇੰਪੋਰਟੈਂਟ। ਪਿਛਲੇ 5-7 ਸਾਲਾਂ ਦੇ ਵਿੱਚ ਜਾਂ 10 ਸਾਲਾਂ ਦੇ ਵਿੱਚ, 10 ਤਾਂ ਚਲੋ ਜ਼ਿਆਦਾ ਹੋ ਗਏ, 5-7 ਸਾਲਾਂ ਦੇ ਵਿੱਚ ਹੀ ਬਹੁਤ ਜ਼ਿਆਦਾ ਇਸ ਸੈਕਟਰ ਨੇ ਗਰੋਥ ਦੇਖੀ, ਐਕਸਪੋਨੈਂਸ਼ੀਅਲ ਗਰੋਥ, ਜਿਹਦੇ ਕਰਕੇ ਬਹੁਤ ਜ਼ਿਆਦਾ ਇੰਪਲੋਈਜ਼ ਇਹਦੇ ਅੰਡਰ ਕੰਮ ਕਰਨ ਵਾਲੇ ਆ ਗਏ। ਉਹਨਾਂ ਦੇ ਲਈ ਕੋਈ ਲਾਅ ਰੈਗੂਲੇਸ਼ਨਸ ਨਹੀਂ ਹੈਗੇ, ਤਾਂ ਉਹਨਾਂ ਨੂੰ ਰੈਗੂਲੇਟ ਕਰਨਾ ਥੋੜ੍ਹਾ ਜਿਹਾ ਔਖਾ, ਉਹਨਾਂ ਲਈ ਡੇਟਾ ਤਿਆਰ ਕਰਨਾ, ਹੈ ਨਾ, ਤਾਂ ਕਿ ਉਹਨਾਂ ਨੂੰ ਬੈਨੀਫਿਟਸ ਪ੍ਰੋਵਾਈਡ ਕੀਤੇ ਜਾ ਸਕਣ ਜਾਂ ਉਹਦੇ ਲਈ ਕੋਈ ਪਾਲਿਸੀ ਲਿਆਂਦੀ ਜਾ ਸਕੇ, ਉਹ ਹਾਲੇ ਤੱਕ ਨਹੀਂ ਹੈ। ਐਕਸਪੋਨੈਂਸ਼ੀਅਲ ਗਰੋਥ ਹੈ, ਤਾਂ ਉਹ ਚੀਜ਼ਾਂ ਗਵਰਨਮੈਂਟ ਦੇ ਲਈ ਵੀ ਚੈਲੰਜ ਨੇ। ਜਿਵੇਂ ਹੁਣ ਦੱਸਿਆ ਵੀ
ਪਹਿਲਾਂ ਪਹਿਲਾਂ ਤਾਂ ਜਿਵੇਂ ਕਹਿ ਲਓ ਨਾ, ਜੋ ਵੀ ਇਹਨਾਂ ਕੰਪਨੀਆਂ ਦੇ ਵਿੱਚ ਇਹਨਾਂ ਦੇ ਲਈ ਕੰਮ ਕਰਦੇ ਨੇ ਉਹਨਾਂ ਨੂੰ ਡਿਊਰਿੰਗ ਦਾ ਮਤਲਬ ਕਿ ਜਦੋਂ ਜਦੋਂ ਕੰਮ ਕਰਨਾ ਸਟਾਰਟ ਕਰਦੇ ਉਹਨੂੰ ਸਟਾਰਟ ਕਰਦੇ ਨੇ, ਉਹਨਾਂ ਨੂੰ ਇਨਸੈਂਟਿਵ ਵੀ ਜ਼ਿਆਦਾ ਦਿੱਤੇ ਜਾਂਦੇ ਨੇ, ਉਹਨਾਂ ਨੂੰ ਵੇਜਸ ਵੀ ਜ਼ਿਆਦਾ ਦਿੱਤੇ ਜਾਂਦੇ ਨੇ, ਟਾਰਗੇਟਸ ਵਰ ਪ੍ਰੀਟੀ ਅਚੀਵੇਬਲ, ਜਿਹੜੇ ਉਹਨਾਂ ਲਈ ਟਾਰਗੇਟ ਰੱਖੇ ਜਾਂਦੇ ਨੇ ਉਹ ਬਹੁਤ ਮਤਲਬ ਕਿ ਪਹੁੰਚ 'ਚ ਹੁੰਦੇ ਨੇ ਉਹਨਾਂ ਦੇ, ਵੀ ਕਹਿ ਲਓ ਇੱਕ ਦਿਨ 'ਚ 10 ਡਿਲੀਵਰੀਆਂ ਕਰਨੀਆਂ ਨੇ ਈਜ਼ੀਲੀ ਕਰ ਦਿੰਦੀਆਂ ਨੇ। ਬਟ ਜਦੋਂ ਜਦੋਂ ਟਾਈਮ ਉਹਨਾਂ ਦਾ ਵੱਧ ਜਾਂਦਾ, ਜਿਵੇਂ ਕਿਸੇ ਨੇ 2 ਸਾਲ ਕਰ ਲਏ, ਉਹਨਾਂ ਦੇ ਟਾਰਗੇਟਸ ਵਧਾ ਦੇਣਗੇ ਵੀ ਇੱਕ ਦਿਨ ਤੁਸੀਂ 20 ਕਰਨੀ ਆ, 25 ਕਰਨੀ ਆ, 30 ਕਰਨੀ ਆ, ਫਿਰ ਤੁਹਾਨੂੰ ਇਨਸੈਂਟਿਵ ਮਿਲੂਗਾ। ਸੋ ਥੋੜਾ ਉਹਨਾਂ ਦੇ ਲਈ ਔਖਾ ਹੋਈ ਜਾਂਦਾ, ਤੇ ਇਹਨੂੰ ਆਪਾਂ ਆਰਮ ਟਵਿਸਟਿੰਗ ਕਹਿੰਦੇ ਆ। ਇਸ ਤਰ੍ਹਾਂ ਉਹ ਇੰਪਲੋਈਜ਼ ਦਾ ਐਕਸਪਲੋਇਟੇਸ਼ਨ ਕਰਦੇ ਨੇ, ਸ਼ੋਸ਼ਣ ਕਰਦੇ ਨੇ ਇੰਪਲੋਇਰਸ, ਠੀਕ ਹੈ ਜੀ। ਤੇ ਠੀਕ ਹੈ, ਇਹ ਸਭ ਚੀਜ਼ਾਂ ਆਪਾਂ ਡਿਸਕਸ ਕਰ ਚੁੱਕੇ ਹਾਂ ਵੀ ਕੀ ਕੀ ਇਸ਼ੂਜ਼ ਨੇ। ਫਿਰ ਆਪਾਂ ਗਿਗ ਇਕਨੋਮੀ ਐਂਡ ਇੰਡੀਆ ਦੀ ਗੱਲ ਕਰੀਏ, ਵੀ ਇੰਡੀਆ ਦੇ ਵਿੱਚ ਇਹ ਸੈਕਟਰ ਕਿੰਨਾ ਕੁ ਗਰੋ ਕਰ ਚੁੱਕਿਆ ਜਾਂ ਕਿੰਨਾ ਕੁ ਹੋਰ ਪੋਟੈਂਸ਼ੀਅਲ ਹੈ ਇਹਦੇ 'ਚ ਗਰੋ ਕਰਨ ਦਾ। ਠੀਕ ਹੈ ਜੀ, ਹਾਂਜੀ, ਜੈ ਹਿੰਦ ਜੀ, ਜੈ ਹਿੰਦ। ਅਕੋਰਡਿੰਗ ਟੂ ਨੀਤੀ ਆਯੋਗ 2022 ਰਿਪੋਰਟ, 2020 ਦੀ ਰਿਪੋਰਟ ਆ ਨੀਤੀ ਆਯੋਗ ਦੀ, ਉਹਦੇ ਅਕੋਰਡਿੰਗ 77 ਲੱਖ ਵਰਕਰਸ ਆਰ ਇੰਗੇਜਡ ਇਨ ਇੰਡੀਆਜ਼ ਗਿਗ ਇਕਨੋਮੀ। ਇੰਡੀਆ ਦੀ ਗਿਗ ਇਕਨੋਮੀ ਦੇ ਵਿੱਚ 77 ਲੱਖ ਇੰਪਲੋਈਜ਼ ਇੰਪਲੋਇਡ ਨੇ ਇਸ ਟਾਈਮ, ਤੇ ਆਉਣ ਵਾਲੇ 5-7 ਸਾਲਾਂ ਦੇ ਵਿੱਚ ਇਹ ਵੱਧ ਕੇ 2.25 ਕਰੋੜ ਤੱਕ ਪਹੁੰਚ ਜਾਣਾ। ਮਤਲਬ ਬਹੁਤ ਜ਼ਿਆਦਾ ਗਰੋਥ ਇਹ ਸੈਕਟਰ ਦੀ ਹੈਗੀ ਆ, ਮਤਲਬ ਇਹਦੇ 'ਚ ਪੋਟੈਂਸ਼ੀਅਲ ਬਹੁਤ ਜ਼ਿਆਦਾ ਗਾ। ਸੋ ਗਵਰਨਮੈਂਟ ਨੂੰ ਕੀ ਚਾਹੀਦਾ ਵੀ ਇਹਦੇ ਰਿਗਾਰਡਿੰਗ ਕੋਈ ਨਾ ਕੋਈ ਪਾਲਿਸੀਜ਼ ਲੈ ਕੇ ਆਉਣ। ਜਿਵੇਂ ਆਪਾਂ ਸਾਡੇ ਜੋ ਪ੍ਰਾਈਵੇਟ ਸੈਕਟਰ ਆ ਨਾ, ਪ੍ਰਾਈਵੇਟ ਸੈਕਟਰ ਇੰਡਸਟਰੀਜ਼ ਨੇ, ਉਹਨਾਂ ਦੇ ਉੱਪਰ ਵੀ ਕੁਛ ਨਾ ਕੁਛ ਰੈਗੂਲੇਸ਼ਨਸ ਗਵਰਨਮੈਂਟ ਦੀਆਂ ਜੋ ਲੇਬਰ ਕੋਡਸ ਨੇ, ਲੇਬਰ ਲਾਜ਼ ਨੇ, ਇੰਪਲੀਮੈਂਟ ਹੁੰਦੇ ਨੇ। ਤਾਂ ਇਸੇ ਤਰ੍ਹਾਂ ਆਪਾਂ ਜੋ ਗਿਗ ਇਕਨੋਮੀ ਆ ਉਹਨੂੰ ਵੀ ਆਪਾਂ ਥੋੜਾ ਬਹੁਤ ਰੈਗੂਲੇਟ ਕਰ ਸਕਦੇ ਹਾਂ, ਸੋ ਦੈਟ ਉਹਨਾਂ ਨੂੰ ਇੱਕ ਸੋਸ਼ਲ ਸਿਕਿਉਰਿਟੀ ਬੈਨੀਫਿਟ ਮਿਲ ਸਕੇ, ਉਹਨਾਂ ਨੂੰ ਇੱਕ ਮਿਨੀਮਮ ਵੇਜਸ ਪ੍ਰੋਵਾਈਡ ਕੀਤੇ ਜਾ ਸਕਣ। ਜਿਹੜੀਆਂ ਉਹਨਾਂ ਦੀਆਂ ਇਸ਼ੂਜ਼ ਨੇ ਕੁਝ ਇਨਸੈਂਟਿਵਸ ਨੂੰ ਲੈ ਕੇ, ਉਹ ਚੀਜ਼ਾਂ, ਉਹ ਕੰਡੀਸ਼ਨਸ ਉਹਨਾਂ ਦੇ ਲਈ ਥੋੜ੍ਹੀਆਂ ਜਿਹੀਆਂ ਆਪਾਂ ਮੋਡਰੇਟ ਕਰ ਸਕੀਏ, ਤਾਂ ਕਿ ਇਸ ਇਕਨੋਮੀ ਦਾ, ਇਸ ਸੈਕਟਰ ਦਾ, ਸਾਡੀ ਓਵਰਆਲ ਡਿਵੈਲਪਮੈਂਟ ਦੇ ਲਈ ਆਪਾਂ ਬੈਨੀਫਿਟ ਲੈ ਸਕੀਏ। ਠੀਕ ਹੈ ਜੀ, ਕਿਉਂਕਿ ਆਪਾਂ ਦੇਖਦੇ ਹਾਂ ਵੀ ਅਨਇੰਪਲੋਇਮੈਂਟ ਰੇਟ ਬਹੁਤ ਜ਼ਿਆਦਾ, ਸੋ ਆਪਾਂ ਇਸ ਚੀਜ਼ ਨੂੰ ਰੈਗੂਲੇਟ ਕਰਕੇ ਵਧੀਆ ਪਾਲਿਸੀਜ਼ ਬਣਾ ਕੇ ਆਪਾਂ ਅਨਇੰਪਲੋਇਮੈਂਟ ਰੇਟ ਨੂੰ ਵੀ ਘਟਾ ਸਕਦੇ ਹਾਂ, ਪਲੱਸ ਓਵਰਆਲ ਡਿਵੈਲਪਮੈਂਟ ਆਫ ਦਾ ਇਕਨੋਮੀ, ਓਵਰਆਲ ਗਰੋਥ ਆਫ ਇਕਨੋਮੀ ਦੇ ਵਿੱਚ ਵੀ ਇਹ ਵਧੀਆ ਕੰਟਰੀਬਿਊਟ ਕਰ ਸਕਦਾ। ਠੀਕ ਹੈ ਜੀ। ਦੈਨ ਸਾਡਾ ਜੋ ਅੱਜ ਦਾ ਲਾਸਟ ਟੌਪਿਕ ਹੈ, ਦੈਟ ਇਜ਼ ਗ੍ਰੇਟ ਇੰਡੀਅਨ ਬਸਟਰਡ। ਬਹੁਤ ਇੰਪੋਰਟੈਂਟ ਹੈ ਜੀ। ਵਾਈ ਇਨ ਨਿਊਜ਼ ਰੀਸੈਂਟਲੀ ਸੁਪਰੀਮ ਕੋਰਟ ਹੈਜ਼ ਪ੍ਰਪੋਜ਼ਡ ਦ ਆਈਡੀਆ ਆਫ ਪ੍ਰੋਜੈਕਟ GIB। GIB ਇਜ਼ ਗ੍ਰੇਟ ਇੰਡੀਅਨ ਬਸਟਰਡ। ਠੀਕ ਹੈ ਜੀ। ਗ੍ਰੇਟ ਇੰਡੀਅਨ ਬਸਟਰਡ ਇੱਕ ਬਰਡ ਹੈ, GIB is Great Indian Bustard. Recently Supreme Court ਨੇ on the lines of Project Tiger ਗ੍ਰੇਟ ਇੰਡੀਅਨ ਬਸਟਰਡ ਦੇ ਲਈ ਇੱਕ ਪ੍ਰੋਗਰਾਮ ਉਲੀਕਣ ਦੀ, ਇੱਕ ਪ੍ਰੋਜੈਕਟ ਫਾਰਮ ਕਰਨ ਦੀ, ਪ੍ਰਪੋਜ਼ ਕਰਨ ਦੀ ਇੱਕ ਪ੍ਰਪੋਜ਼ਲ ਦਿੱਤਾ ਹੈ। ਠੀਕ ਹੈ ਜੀ। ਕਿਉਂ ਦਿੱਤਾ ਹੈ? ਕਿਉਂਕਿ ਗ੍ਰੇਟ ਇੰਡੀਅਨ ਬਸਟਰਡ ਜੋ ਬਰਡ ਹੈ ਉਹਦੀ ਪੋਪੂਲੇਸ਼ਨ ਬਹੁਤ ਘਟ ਰਹੀ ਹੈ, ਤੇ ਤਾਂ ਕਰਕੇ ਸੁਪਰੀਮ ਕੋਰਟ ਨੇ ਇੱਕ ਪ੍ਰੋਜੈਕਟ ਦਾ ਆਈਡੀਆ ਪ੍ਰਪੋਜ਼ ਕੀਤਾ ਹੈ। ਬਟ ਇਸ GIB ਇਜ਼ ਅਮੰਗ ਦ ਵਰਲਡਸ ਹੈਵੀਐਸਟ ਫਲਾਈਂਗ ਬਰਡਸ। ਧਿਆਨ ਰੱਖਿਓ, ਹੈਵੀਐਸਟ ਹੈ, ਜੋ ਵਰਲਡ ਦੇ ਹੈਵੀਐਸਟ ਫਲਾਈਂਗ ਬਰਡਸ ਨੇ ਨਾ, ਹੋਰ ਬਹੁਤ ਬਰਡਸ ਨੇ ਜਿਹੜੇ ਭਾਰੇ ਨੇ ਇਸ ਤੋਂ, ਬਟ ਉਹ ਫਲਾਈ ਨਹੀਂ ਕਰਦੇ। ਜਿਨ੍ਹਾਂ 'ਚ ਈਮੂ ਆ ਜਾਂਦਾ, ਆਸਟ੍ਰਿਚ ਆ ਜਾਂਦਾ, ਬਟ ਜੋ ਗ੍ਰੇਟ ਇੰਡੀਅਨ ਬਸਟਰਡ ਹੈ ਹੈਵੀਐਸਟ ਦੇ ਵਿੱਚੋਂ, ਜਿਹੜੇ ਭਾਰੇ ਨੇ ਉਹਨਾਂ ਦੇ ਵਿੱਚੋਂ ਉਹ ਆ ਜਿਹੜਾ ਫਲਾਈ ਕਰਦਾ। ਠੀਕ ਹੈ ਜੀ। ਵਰਲਡਸ ਹੈਵੀਐਸਟ ਫਲਾਈਂਗ ਬਰਡਸ। ਜੇ ਆਪਾਂ ਆਹ ਇਹਦੀ ਇਮੇਜ ਹੈ ਜੀ, ਠੀਕ ਹੈ, ਤੇ ਹੁਣ ਆਪਾਂ ਦੇਖੀਏ ਵੇਅਰ ਇਹਦਾ ਹੈਬੀਟੇਟ ਕਿੱਥੇ ਆ, ਕਿੱਥੇ ਮਿਲਦਾ ਆਪਾਂ ਨੂੰ। ਇਹ ਇਜ਼ ਅ ਫਲੈਗਸ਼ਿਪ ਵਰਡ ਸਪੀਸ਼ੀਜ਼ ਆਫ ਗ੍ਰਾਸਲੈਂਡਸ। ਧਿਆਨ ਰੱਖਿਓ, ਘਾਹ ਜਿੱਥੇ ਹੁੰਦੇ ਨੇ ਨਾ, ਜਿੱਥੇ ਗ੍ਰਾਸਲੈਂਡਸ ਨੇ, ਉੱਥੇ ਜ਼ਿਆਦਾ ਮਿਲਦਾ ਇਹ। ਵੈਰੀ ਇੰਪੋਰਟੈਂਟ, ਇਹ ਪੁੱਛਿਆ ਜਾ ਸਕਦਾ ਪੇਪਰ ਦੇ ਵਿੱਚ, ਬਹੁਤ ਇੰਪੋਰਟੈਂਟ ਆ। ਗ੍ਰੇਟ ਇੰਡੀਅਨ ਬਸਟਰਡ ਤੇ ਤੁਹਾਨੂੰ ਇਹਦਾ ਹੈਬੀਟੇਟ ਪੁੱਛਿਆ ਜਾ ਸਕਦਾ ਕਿ ਸਾਨੂੰ ਫੋਰੈਸਟਸ ਦੇ ਵਿੱਚ ਮਿਲਦਾ ਯੂਜ਼ੂਅਲੀ। ਨਹੀਂ ਜੀ, ਇਹ ਫੋਰੈਸਟਸ ਦੇ ਵਿੱਚ ਨਹੀਂ ਮਿਲਦਾ, ਸਾਨੂੰ ਗ੍ਰਾਸਲੈਂਡਸ ਦੇ ਵਿੱਚ ਮਿਲਦਾ, ਜਿਹਦੇ ਕਰਕੇ ਇਹਨੂੰ ਆਪਾਂ ਬੈਰੋਮੀਟਰ ਆਫ ਗ੍ਰਾਸਲੈਂਡ ਈਕੋਸਿਸਟਮ ਵੀ ਮੰਨਦੇ ਹਾਂ। ਬੈਰੋਮੀਟਰ ਹੁੰਦਾ ਜਿਹੜਾ ਪ੍ਰੈਸ਼ਰ ਦੱਸਦਾ ਹੈ ਨਾ, ਤੇ ਗ੍ਰਾਸਲੈਂਡ ਇਕੋਸਿਸਟਮ ਬੈਰੋਮੀਟਰ ਮਤਲਬ ਕਿ ਇਹਦਾ ਇੱਕ ਕਹਿ ਲਓ ਇੱਕ ਤਰ੍ਹਾਂ ਨਾਲ ਇੱਕ ਮਾਪਦੰਡ ਹੈ ਜਿਹੜਾ ਆਪਾਂ ਨੂੰ ਦੱਸਦਾ ਕਿ ਗ੍ਰਾਸਲੈਂਡ ਇਕੋਸਿਸਟਮ ਦੀ ਹੈਲਥ ਕਿਹੋ ਜਿਹੀ ਆ। ਜੇ ਉੱਥੇ ਇਹ ਆਪਾਂ ਨੂੰ ਬਰਡ ਮਿਲ ਰਹੇ ਨੇ, ਦੈਟ ਮੀਨਸ ਉਹ ਗ੍ਰਾਸਲੈਂਡ ਇਕੋਸਿਸਟਮ ਆ, ਜੋ ਰਿਕੁਆਇਰਮੈਂਟ ਉੱਥੇ ਜੋ ਚਾਹੀਦੀ ਉਹ ਹੈਗੀ ਆ, ਠੀਕ ਆ। ਬਟ ਜੇ ਉਹਨਾਂ ਦੀ ਪਾਪੂਲੇਸ਼ਨ ਉੱਥੇ ਡਿਕਲਾਈਨ ਹੋ ਰਹੀ ਹੈ, ਤਾਂ ਆਪਾਂ ਇਹ ਵੀ ਕਹਿ ਸਕਦੇ ਹਾਂ ਕਿ ਉਸ ਇਕੋਸਿਸਟਮ ਦੇ ਨਾਲ ਵੀ ਕੁਛ ਨਾ ਕੁਛ ਇਸ਼ੂਜ਼ ਨੇ ਜਿਹੜੇ ਸਾਨੂੰ ਸੋਲਵ ਕਰਨੇ ਪੈਣਗੇ। ਠੀਕ ਹੈ ਜੀ। ਤਾਂ ਇਹਨੂੰ ਆਪਾਂ ਕਹਿੰਦੇ ਬੈਰੋਮੀਟਰ ਆਫ ਗ੍ਰਾਸਲੈਂਡ ਇਕੋਸਿਸਟਮ। ਕਿਹਨੂੰ ਕਹਿੰਦੇ ਆ? ਗ੍ਰੇਟ ਇੰਡੀਅਨ ਬਸਟਰਡ ਨੂੰ। ਹਿਸਟੋਰੀਕਲੀ ਇਟਸ ਰੇਂਜ ਇਨਕਲੂਡਡ ਮਚ ਆਫ ਇੰਡੀਅਨ ਸਬਕੌਂਟੀਨੈਂਟ। ਪੂਰੇ ਦਾ ਪੂਰਾ ਜੋ ਭਾਰਤ ਸਬਕੌਂਟੀਨੈਂਟ ਹੈ ਨਾ, ਇਹਦੇ ਬਹੁਤ ਸਾਰੇ ਏਰੀਆਜ਼ ਦੇ ਵਿੱਚ ਮਿਲਦਾ ਸੀ, ਬਟ ਹੁਣ ਇਹ ਮੋਸਟਲੀ ਇੰਡੀਆ ਦੇ ਵਿੱਚ ਰਹਿ ਚੁੱਕਿਆ। ਬਾਕੀ ਸਾਰੇ ਕਿਤੋਂ ਖਤਮ ਹੋ ਚੁੱਕਿਆ, ਇੰਡੀਆ ਦੇ ਵਿੱਚ ਰਹਿ ਚੁੱਕਿਆ। ਇੰਡੀਆ ਦੇ ਵਿੱਚ ਵੀ ਕੁਝ ਪਾਰਟੀਕੂਲਰ ਲੋਕੇਸ਼ਨਸ ਨੇ, ਲਾਈਕ ਰਾਜਸਥਾਨ, ਗੁਜਰਾਤ, ਇਹਨਾਂ 'ਚ ਮੇਨਲੀ ਮਿਲਦਾ। ਪਲੱਸ ਕੁਝ ਹੋਰ ਏਰੀਆਜ਼ ਨੇ, ਜਿੱਦਾਂ ਆਪਾਂ ਕਹਿ ਲਈਏ ਮਹਾਰਾਸ਼ਟਰ ਹੋ ਗਿਆ,
ਕਰਨਾਟਕਾ ਹੋ ਗਿਆ, ਆਂਧਰਾ ਪ੍ਰਦੇਸ਼, ਇੱਥੇ ਵੀ ਮਿਲਦਾ ਥੋੜਾ ਬਹੁਤ ਇਹ, ਠੀਕ ਹੈ ਜੀ। ਮੇਨਲੀ ਮਿਲਦਾ ਗੁਜਰਾਤ ਤੇ ਰਾਜਸਥਾਨ, ਬਟ ਇਹਨਾਂ ਸਟੇਟਸ ਦੇ ਵਿੱਚ ਵੀ ਇਹਦੀ ਪੋਪੂਲੇਸ਼ਨ ਦੇਖੀ ਜਾ ਸਕਦੀ ਆ। ਤੇ ਵੈਰੀ ਇੰਪੋਰਟੈਂਟ, GIV ਇਜ਼ ਦਾ ਸਟੇਟ ਬਰਡ ਆਫ ਰਾਜਸਥਾਨ। ਰਾਜਸਥਾਨ ਦਾ ਜੋ ਸਟੇਟ ਬਰਡ ਹੈ ਨਾ ਉਹ ਗ੍ਰੇਟ ਇੰਡੀਅਨ ਬਸਟਰਡ ਹੈ, ਠੀਕ ਹੈ, ਧਿਆਨ 'ਚ ਰੱਖਿਓ, ਬਹੁਤ ਇੰਪੋਰਟੈਂਟ ਆ ਇਹ। UPSC 2-3 ਵਾਰ ਪੁੱਛਿਆ ਜਾ ਚੁੱਕਿਆ ਤੇ PCS ਵੀ ਪੁੱਛਿਆ ਜਾ ਸਕਦਾ, ਕਿਉਂਕਿ ਇਸ ਵਾਰੀ ਸੁਪਰੀਮ ਕੋਰਟ ਨੇ ਇਹਦੇ ਲਈ ਪ੍ਰੋਜੈਕਟ GIB ਪ੍ਰਪੋਜ਼ ਕੀਤਾ। ਜੇ ਉਹ ਪ੍ਰਪੋਜ਼ਲ ਇੰਪਲੀਮੈਂਟ ਹੁੰਦਾ, ਗਵਰਨਮੈਂਟ ਉਹਦਾ ਪ੍ਰੋਜੈਕਟ ਲੈ ਕੇ ਆਉਂਦੀ ਤਾਂ ਸਾਡੇ ਲਈ ਹੋਰ ਜ਼ਿਆਦਾ ਇੰਪੋਰਟੈਂਟ ਹੋ ਜੂ ਇਹ, ਠੀਕ ਹੈ। ਸੋ ਧਿਆਨ ਨਾਲ ਇਹਨਾਂ ਚੀਜ਼ਾਂ ਨੂੰ ਦੇਖਿਓ। ਤੇ ਹੁਣ ਜੇ ਆਪਾਂ ਇਹਦੀ ਗੱਲ ਕਰੀਏ IUCN ਸਟੇਟਸ ਦੀ, IUCN ਜਿਵੇਂ ਤੁਹਾਨੂੰ ਪਹਿਲਾਂ ਵੀ ਦੱਸਿਆ ਕਿ ਇੰਟਰਨੈਸ਼ਨਲ ਬੋਡੀ ਹੈ ਜਿਹੜੀ ਪਲਾਂਟਸ ਤੇ ਐਨੀਮਲ ਦੀਆਂ ਸਪੀਸ਼ੀਜ਼ ਨੂੰ ਉਹਨਾਂ ਦੇ ਥ੍ਰੈਟ ਦੇ ਬੇਸਿਸ ਤੇ ਐਨਲਿਸਟ ਕਰਦੀ ਹੈ ਇਨਟੂ ਡਿਫਰੈਂਟ, ਇਹਦੇ ਅੰਡਰ 9 ਗਰੁੱਪਿੰਗਸ ਨੇ। ਉਹਨਾਂ ਦੇ ਵਿੱਚ ਜਿੰਨਾ ਉਹਨਾਂ ਨੂੰ ਜ਼ਿਆਦਾ ਜਿੰਨਾ ਥ੍ਰੈਟ ਆ ਉਹਦੇ ਅਕੋਰਡਿੰਗ ਇਹਨਾਂ ਨੂੰ ਡਿਫਰੈਂਟ ਲਿਸਟਸ ਦੇ ਵਿੱਚ ਰੱਖਿਆ ਜਾਂਦਾ। ਉਹ ਬੋਡੀ ਹੈ IUCN, ਜੋ ਲਿਸਟ ਜਿਹਨੂੰ ਆਪਾਂ ਕਹਿੰਦੇ ਹਾਂ ਰੈੱਡ ਲਿਸਟ। ਵੈਰੀ ਇੰਪੋਰਟੈਂਟ ਹੈ, ਪੁੱਛਿਆ ਜਾ ਸਕਦਾ ਕਿ ਰੈੱਡ ਲਿਸਟ ਕਿਹੜੀ ਬੋਡੀ ਰਿਲੀਜ਼ ਕਰਦੀ ਹੈ ਜਾਂ ਕਿਹੜੀ ਬੋਡੀ ਦੀ ਹੈ ਜਾਂ ਕਿਹੜੇ ਇੰਸਟੀਚਿਊਟ ਦੀ ਆ। ਇਹ ਹੈ ਜੀ IUCN ਦੀ, ਜਿਹਦੇ ਅੰਡਰ ਇੰਡੇਂਜਰਡ ਪਲਾਂਟ ਐਂਡ ਐਨੀਮਲ ਸਪੀਸ਼ੀਜ਼ ਨੂੰ ਡਿਫਰੈਂਟ ਲਿਸਟਸ ਦੇ ਵਿੱਚ ਰੱਖਿਆ ਜਾਂਦਾ ਔਨ ਦਾ ਬੇਸਿਸ ਆਫ ਦਾ ਥ੍ਰੈਟ ਦ ਸਪੀਸ਼ੀਜ਼ ਆਰ ਫੇਸਿੰਗ। ਉਹ ਸਪੀਸ਼ੀਜ਼ ਜਿਹੜੀਆਂ ਉਹ ਥ੍ਰੈਟ ਨੂੰ ਫੇਸ ਕਰ ਰਹੀਆਂ ਨੇ। ਜਿਹੜਾ ਗ੍ਰੇਟ ਇੰਡੀਅਨ ਬਸਟਰਡ ਹੈ ਕ੍ਰਿਟੀਕਲੀ ਇੰਡੇਂਜਰਡ ਆ। ਕ੍ਰਿਟੀਕਲੀ ਇੰਡੇਂਜਰਡ ਇੱਕ ਹਾਈਲੀ ਥ੍ਰੈਟਨਡ ਕੈਟੇਗਰੀ ਆ IUCN ਦੇ ਅੰਡਰ। ਇਹਦੇ ਬਾਅਦ ਜੇ ਇਹਨੂੰ ਆਪਾਂ ਪੋਪੂਲੇਸ਼ਨ ਨੂੰ ਨਾ ਕੰਟਰੋਲ ਕੀਤਾ ਤਾਂ ਇਹ ਐਕਸਟਿੰਕਟ ਦੀ ਕੈਟੇਗਰੀ ਦੇ ਵਿੱਚ ਆ ਜਾਊਗਾ, ਠੀਕ ਹੈ ਜੀ। ਐਕਸਟਿੰਕਟ ਮਤਲਬ ਜਿਹੜੇ ਖਤਮ ਹੋ ਚੁੱਕੇ ਨੇ। ਸਾਈਟਸ, ਜਿਵੇਂ ਸਾਈਟਸ ਬਾਰੇ ਪੜ੍ਹਿਆ ਸੀ, ਉਹਦਾ ਅਪੈਂਡਿਕਸ 1 ਆ, ਉਹਦੇ ਅੰਡਰ ਆ। ਦੈਨ ਅੰਡਰ ਵਰਲਡ ਲਾਈਫ ਪ੍ਰੋਟੈਕਸ਼ਨ ਐਕਟ ਜੋ ਇੰਡੀਆ ਦਾ ਹੈ, ਵਰਲਡ ਲਾਈਫ ਪ੍ਰੋਟੈਕਸ਼ਨ ਐਕਟ ਉਹਦੇ ਸ਼ੈਡਿਊਲ 1 ਦੇ ਅੰਡਰ ਆ। ਮਤਲਬ ਸਾਰਿਆਂ ਦੇ ਵਿੱਚ ਜਿੰਨੀਆਂ ਵੀ ਲਿਸਟ ਨੇ ਉਹਨਾਂ ਦੇ ਵਿੱਚ ਹਾਈਲੀ ਪ੍ਰੋਟੈਕਸ਼ਨ ਦਿੱਤੀ ਹੋਈ ਹੈ, ਇਹਨਾਂ ਨੂੰ ਹਾਈਲੀ ਪ੍ਰੋਟੈਕਟਿਵ ਕੈਟੇਗਰੀਜ਼ ਦੇ ਵਿੱਚ ਰੱਖਿਆ ਗਿਆ। ਕਿਉਂ? ਕਿਉਂਕਿ ਪੋਪੂਲੇਸ਼ਨ ਬਹੁਤ ਘੱਟ ਹੈ। ਤੇ ਫਿਰ ਇਹਨੂੰ ਮੇਜਰ ਥ੍ਰੈਟ ਕਿਉਂ ਨੇ, ਇਹਦੀ ਕੀ ਥ੍ਰੈਟ ਨੇ, ਪੋਪੂਲੇਸ਼ਨ ਘੱਟ ਕਿਉਂ ਰਹੀ ਆ? ਮੇਜਰ ਥ੍ਰੈਟ ਇਜ਼ ਕੋਲੀਜ਼ਨ ਵਿਦ ਪਾਵਰ ਟਰਾਂਸਮਿਸ਼ਨ ਲਾਈਨਸ। ਜਿਹੜੀਆਂ ਆਪਣੀਆਂ ਬਿਜਲੀ ਦੀਆਂ ਤਾਰਾਂ ਨੇ ਨਾ, ਜੋ ਇਹ ਬਰਡ ਆ ਨਾ, ਤੁਹਾਨੂੰ ਇਹ ਵੀ ਪੁੱਛਿਆ ਜਾ ਸਕਦਾ, ਜੋ ਗ੍ਰੇਟ ਇੰਡੀਅਨ ਬਸਟਰਡ ਆ ਨਾ, ਇਹਦੀ ਜੋ ਨਿਗਾਹ ਗਈ ਫਰੰਟ ਮੂਹਰੇ ਦੇਖਣ ਦੀ ਨਿਗਾਹ ਘੱਟ ਹੁੰਦੀ ਆ, ਇਹਨੂੰ ਬਹੁਤ ਜ਼ਿਆਦਾ ਦੂਰ ਤੱਕ ਨਹੀਂ ਦਿੰਦਾ, ਜਿਹਦੇ ਕਰਕੇ ਜੋ ਤਾਰਾਂ ਨੇ, ਤਾਰਾਂ ਨੂੰ ਰੈਕੋਗਨਾਈਜ਼ ਨਹੀਂ ਕਰ ਪਾਉਂਦਾ, ਉਹਨਾਂ ਦੇ ਵਿੱਚ ਜਾ ਕੇ ਫਸ ਜਾਂਦਾ ਤੇ ਇਲੈਕਟ੍ਰੋਕਿਊਸ਼ਨ ਜਿਹਨੂੰ ਕਹਿ ਦਿੰਦੇ ਆ, ਕਰੰਟ ਲੱਗਣ ਦੇ ਨਾਲ ਇਹਦੀ ਮੌਤ ਹੋ ਜਾਂਦੀ ਆ। ਇਹ ਸਭ ਤੋਂ ਵੱਡਾ ਥ੍ਰੈਟ ਆ ਗ੍ਰੇਟ ਇੰਡੀਅਨ ਬਸਟਰਡ ਨੂੰ। ਮੇਜਰ ਥ੍ਰੈਟ ਇਜ਼ ਕੋਲੀਜ਼ਨ ਵਿਦ ਪਾਵਰ ਟਰਾਂਸਮਿਸ਼ਨ ਲਾਈਨਸ। ਮੇਜਰ ਰੀਜ਼ਨ ਫॉर ਦਿਸ ਇਜ਼ देयर ਪੂਅਰ ਫਰੰਟਲ ਵਿਜ਼ਨ, ਠੀਕ ਹੈ ਜੀ। ਇਹ ਵੀ ਪੁੱਛਿਆ ਜਾ ਸਕਦਾ ਕਿ ਇਹਨਾਂ ਦਾ ਵਿਜ਼ਨ ਪੂਅਰ ਹੁੰਦਾ। ਹਾਂ, ਪੂਅਰ ਹੁੰਦਾ ਜੀ। ਐਜ਼ ਪਰ ਵਾਈਲਡ ਲਾਈਫ ਇੰਸਟੀਚਿਊਟ ਆਫ ਇੰਡੀਆ 18 GIVs die every year in Rajasthan because of electrocution। ਇਹਦੇ ਕਰਕੇ ਹਰ ਸਾਲ 18 ਗ੍ਰੇਟ ਇੰਡੀਅਨ ਬਸਟਰਡ ਸਿਰਫ ਰਾਜਸਥਾਨ ਦੇ ਵਿੱਚ ਮਰ ਰਹੇ ਨੇ, ਠੀਕ ਹੈ ਜੀ। ਤੇ ਫਿਰ ਆਪਾਂ ਗੱਲ ਕਰੀਏ ਕੁਛ ਇਹਦੇ ਪ੍ਰੋਟੈਕਸ਼ਨ ਦੇ ਲਈ ਕੁਛ ਐਫਰਟਸ, ਪਾਸਟ ਐਫਰਟਸ ਟੂ ਪ੍ਰੋਟੈਕਟ GIV। ਇਨ 2015 ਸੈਂਟਰ ਹੈਡ ਲਾਂਚਡ ਗ੍ਰੇਟ ਇੰਡੀਅਨ ਬਸਟਰਡ ਸਪੀਸ਼ੀਜ਼ ਰਿਕਵਰੀ ਪ੍ਰੋਗਰਾਮ। ਰਾਜਸਥਾਨ ਗਵਰਨਮੈਂਟ ਦੇ ਨਾਲ ਰਲ ਕੇ ਪ੍ਰੋਗਰਾਮ ਲਾਂਚ ਕੀਤਾ ਗਿਆ ਸੀ, ਜਿਹਦੇ ਅੰਡਰ ਇਹਦੀਆਂ ਜੋ ਕਹਿ ਲਓ ਵੀ ਆਰਟੀਫੀਸ਼ੀਅਲੀ ਇਨਕਿਊਬੇਟ ਕੀਤਾ ਜਾਂਦਾ ਸੀ ਤਾਂ ਕਿ ਇਹਦੀ ਪੋਪੂਲੇਸ਼ਨ ਨੂੰ ਆਪਾਂ ਵਧਾ ਸਕੀਏ, ਠੀਕ ਹੈ ਜੀ। ਰਾਜਸਥਾਨ ਫੋਰੈਸਟ ਡਿਪਾਰਟਮੈਂਟ ਜੁਆਇੰਟਲੀ ਸੈਟ ਅਪ ਦ ਬਰੀਡਿੰਗ ਸੈਂਟਰ, ਜਿੱਥੇ ਇਹਨਾਂ ਦੇ ਬਰੀਡਿੰਗ ਸੈਂਟਰ ਬਣਾਏ ਗਏ ਸੀ, ਵੇਅਰ GIV ਐਗਸ ਹਾਰਵੈਸਟਡ ਫਰਮ ਦਾ ਵਾਈਲਡ। ਉਹਨਾਂ ਦੇ ਐਗਸ ਨੂੰ ਹਾਰਵੈਸਟ ਕਰਕੇ ਉਹਨਾਂ ਨੂੰ ਆਰਟੀਫੀਸ਼ੀਅਲੀ ਇਨਕਿਊਬੇਟ ਕੀਤਾ ਜਾ ਰਿਹਾ ਸੀ ਤਾਂ ਕਿ ਉਹਨਾਂ ਦੀ ਪੋਪੂਲੇਸ਼ਨ ਨੂੰ ਇਨਸ਼ੋਰ ਕਰ ਸਕੀਏ, ਉਹਦੀ ਪੋਪੂਲੇਸ਼ਨ ਦੇ ਸਰਵਾਈਵਲ ਨੂੰ ਇਨਸ਼ੋਰ ਕਰ ਸਕੀਏ। ਇਹ ਪ੍ਰੋਗਰਾਮ 2015 ਚ ਲਾਂਚ ਕੀਤਾ ਗਿਆ ਸੀ ਤੇ ਹੁਣ ਸੁਪਰੀਮ ਕੋਰਟ ਨੇ ਕਿਹਾ ਕਿ ਪ੍ਰੋਜੈਕਟ GIB ਸਾਨੂੰ ਲੈ ਕੇ ਆਉਣਾ ਚਾਹੀਦਾ ਹੈ ਔਨ ਦਾ ਲਾਈਨਸ ਆਫ ਪ੍ਰੋਜੈਕਟ ਟਾਈਗਰ। ਸੋ ਸਾਡੇ ਲਈ ਪ੍ਰੋਜੈਕਟ ਟਾਈਗਰ ਨੂੰ ਜਾਣਨਾ ਵੀ ਥੋੜਾ ਜਿਹਾ ਜ਼ਰੂਰੀ ਹੈ। ਪ੍ਰੋਜੈਕਟ ਟਾਈਗਰ ਵਾਸ ਲਾਂਚਡ ਇਨ 1973। 1973 ਦੇ ਵਿੱਚ ਆਪਾਂ ਇਹ ਪ੍ਰੋਜੈਕਟ ਲਾਂਚ ਕੀਤਾ ਜੀ, ਟੂ ਪ੍ਰੋਟੈਕਟ ਆਰ ਨੈਸ਼ਨਲ ਐਨੀਮਲ। ਯਾਦ ਰੱਖਿਓ ਜਿਹੜਾ ਟਾਈਗਰ ਹੈ ਨਾ, ਟਾਈਗਰ ਇਜ਼ ਆਰ ਨੈਸ਼ਨਲ ਐਨੀਮਲ, ਠੀਕ ਹੈ, ਬਹੁਤ ਇੰਪੋਰਟੈਂਟ ਆ। ਸਾਡਾ ਜਿਹੜਾ ਰਾਸ਼ਟਰੀ ਐਨੀਮਲ ਆ ਉਹ ਟਾਈਗਰ ਹੈ। ਪ੍ਰੋਜੈਕਟ ਵਾਸ ਲਾਂਚ ਫਰਮ ਜਿਮ ਕਾਰਬੇਟ ਨੈਸ਼ਨਲ ਪਾਰਕ। ਇਹ ਵੀ ਇੰਪੋਰਟੈਂਟ ਹੈ ਜੀ। ਕਿੱਥੋਂ ਲਾਂਚ ਕੀਤਾ ਗਿਆ ਸੀ? ਉੱਤਰਾਖੰਡ ਦੇ ਵਿੱਚ ਆ ਜਿਮ ਕਾਰਬੇਟ ਨੈਸ਼ਨਲ ਪਾਰਕ, ਉੱਥੋਂ ਇਹ ਆਪਾਂ ਪ੍ਰੋਜੈਕਟ ਲਾਂਚ ਕੀਤਾ ਸੀ। ਕਰੰਟਲੀ ਇੰਡੀਆ ਦੇ ਵਿੱਚ ਦੇਖੋ, ਆ ਪ੍ਰੋਜੈਕਟ ਟਾਈਗਰ ਦੀ ਸਕਸੈਸ ਨੂੰ ਆਪਾਂ ਕਿਵੇਂ ਡਿਫਾਈਨ ਕਰ ਸਕਦੇ ਹਾਂ। ਜੋ ਵਰਲਡ ਦੀ ਟਾਈਗਰ ਪੋਪੂਲੇਸ਼ਨ ਹੈ ਨਾ, ਉਹਦਾ 70% ਹਿੱਸਾ ਹੁਣ ਕਰੰਟਲੀ ਇੰਡੀਆ ਦੇ ਵਿੱਚ ਆ, ਠੀਕ ਹੈ ਜੀ, ਵੈਰੀ ਇੰਪੋਰਟੈਂਟ। ਤੇ ਜਿਹੜੇ ਸਾਡੇ ਨੰਬਰ ਆਫ ਟਾਈਗਰ ਰਿਜ਼ਰਵਸ ਨੇ ਇੰਡੀਆ ਦੇ ਵਿੱਚ ਕਿੰਨੇ ਨੇ? ਟੋਟਲ 53 ਨੇ, ਵੈਰੀ ਇੰਪੋਰਟੈਂਟ। ਟਾਈਗਰ ਸੈਂਸਸ ਹੁੰਦਾ ਐਵਰੀ 4 years ਤੇ ਉਹਦੇ ਬਾਰੇ ਵੀ ਆਪਾਂ এনवायरमेंट ਦੇ ਵਿੱਚ ਡਿਸਕਸ ਕਰਾਂਗੇ ਡਿਟੇਲ ਦੇ ਵਿੱਚ, ਉਹ ਸਾਰਾ ਕੁਝ ਆਪਾਂ ਪੜਾਂਗੇ। ਜੋ ਇਹਦੇ ਟਾਈਗਰ ਦੇ ਰਿਗਾਰਡਿੰਗ ਕੁਝ ਇਨੀਸ਼ੀਏਟਿਵਸ ਨੇ ਉਹ ਕਰਾਂਗੇ ਆਪਾਂ। ਬਸ ਹੁਣ ਇਹਨਾਂ ਧਿਆਨ ਰੱਖ ਲਓ, ਇੰਡੀਆ ਦੇ ਵਿੱਚ ਟੋਟਲ 53 ਟਾਈਗਰ ਰਿਜ਼ਰਵਸ ਨੇ ਤੇ 70% ਸਾਡੇ ਵਰਲਡ ਦੀ ਪੋਪੂਲੇਸ਼ਨ ਟਾਈਗਰਸ ਦੀ ਇੰਡੀਆ ਦੇ ਵਿੱਚ ਮਿਲਦੀ ਆ।
ਤੇ ਮੱਧ ਪ੍ਰਦੇਸ਼, ਕਰਨਾਟਕਾ, ਉੱਤਰਾਖੰਡ, ਇਹ 3 ਸਟੇਟਸ ਨੇ ਜਿੱਥੇ ਸਭ ਤੋਂ ਜ਼ਿਆਦਾ ਪੋਪੂਲੇਸ਼ਨ ਆ। ਸਭ ਤੋਂ ਜ਼ਿਆਦਾ ਐਮਪੀ 'ਚ ਆ ਤੇ ਫਿਰ ਉੱਤਰਾਖੰਡ ਤੇ ਕਰਨਾਟਕਾ ਆਉਂਦਾ। ਉਹਨਾਂ ਬਾਰੇ ਆਪਾਂ ਸਾਰਾ এনवायरमेंट ਕਲਾਸ ਦੇ ਵਿੱਚ ਡਿਟੇਲ 'ਚ ਡਿਸਕਸ ਕਰਾਂਗੇ, ਠੀਕ ਹੈ ਜੀ। ਸੋ ਇਹ ਸਾਡਾ ਅੱਜ ਦੀ ਕਲਾਸ ਦੇ ਵਿੱਚ ਜੋ ਹਾਂਜੀ ਹਾਂਜੀ रेड डेटा बुक मनदीप जी सही कह रहे हो। गिग इकोनॉमी क्या है? गिग इकोनॉमी बता दिया जी, पूरा डिटेल में समझाया। आप इस लेक्चर को एक बार फिर से देख लेना और उसके बाद भी अगर कोई इशू हुआ तो कल की क्लास में आप मैसेज कर देना। अगर कोई प्रॉब्लम हुई तो डिस्कस कर लेंगे उसके बारे में 2-4 मिनट, ठीक है जी। और जो मैंने आपको पहले दसिया ਤੁਹਾਨੂੰ ਕਿ ਤੁਹਾਡੀ ਸਕਰੀਨ ਦੇ ਉੱਪਰ ਸਾਡੇ ਜੋ ਚੰਡੀਗੜ੍ਹ ਆਫਿਸ ਦੇ ਨੰਬਰ ਨੇ ਉਹ ਫਲੈਸ਼ ਹੋ ਰਹੇ ਨੇ। ਤੁਸੀਂ ਜੇ ਤੁਹਾਨੂੰ ਕੋਈ ਵੀ ਕੁਐਰੀ ਹੈ ਵਿਦ ਰਿਸਪੈਕਟ ਟੂ ਪੰਜਾਬ PCS, ਉਹਨਾਂ ਦੇ ਬੈਚਸ ਕਦੋਂ ਸਟਾਰਟ ਹੋਣਗੇ, ਉਹਨਾਂ ਦੀਆਂ ਕੀ ਫੀਸ ਸਟਰਕਚਰ ਆ ਤੇ ਕਿਵੇਂ ਕਿਵੇਂ ਤੁਹਾਡੀਆਂ ਕਲਾਸਿਸ ਪ੍ਰੋਵਾਈਡ ਕੀਤੀਆਂ ਜਾਣਗੀਆਂ, ਆਨਲਾਈਨ ਆਫਲਾਈਨ ਮੋਡ ਦੋਨੋਂ 'ਚ ਤੁਹਾਨੂੰ ਪ੍ਰੋਵਾਈਡ ਕੀਤੀ ਜਾਊ। ਇੰਗਲਿਸ਼ ਐਜ਼ ਵੈਲ ਐਜ਼ ਪੰਜਾਬੀ, ਪ੍ਰੀ ਪਲੱਸ ਮੇਨਸ ਪਲੱਸ ਜੋ ਇੰਟਰਵਿਊ, ਉਹ ਸਭ ਕੁਝ ਤੁਹਾਡਾ ਉਸ ਬੈਚ ਦੇ ਵਿੱਚ ਉਹਦੇ ਅੰਡਰ ਇਨਕਲੂਡਡ ਹੋਊਗਾ। ਉਹਦੇ ਰਿਗਾਰਡਿੰਗ ਜੇ ਤੁਹਾਨੂੰ ਕੋਈ ਵੀ ਕੁਐਰੀ ਹੈ ਤੁਸੀਂ ਉਹਨਾਂ ਨੰਬਰਸ ਤੇ ਮਾਰਨਿੰਗ 9 ਟੂ ਈਵਨਿੰਗ 7 ਦੇ ਵਿੱਚ ਜਦੋਂ ਮਰਜ਼ੀ ਕਾਲ ਕਰ ਸਕਦੇ ਹੋ। ਤੁਹਾਡੀਆਂ ਜੋ ਵੀ ਪ੍ਰੋਬਲਮਸ ਨੇ, ਜੋ ਵੀ ਇਸ਼ੂਜ਼ ਨੇ, ਉਹ ਸਾਰੇ ਐਡਰੈਸ ਕੀਤੇ ਜਾਣਗੇ। ਥੈਂਕ ਯੂ ਵੈਰੀ ਮਚ। ਤੇ ਬਸ 5-7 ਮਿੰਟ ਦੇ ਵਿੱਚ ਆਪਾਂ ਜੋ ਪੰਜਾਬ GK ਵਾਲੀ ਕਲਾਸ ਆ ਉਹ ਸਟਾਰਟ ਕਰਾਂਗੇ ਇਹਦੇ ਬਾਅਦ। ਓਕੇ ਜੀ, ਥੈਂਕ ਯੂ।